ਬਾਅਦ ਜਿਹੜਾ ਟਾਈਮ ਮੇਰੇ ਕੋਲ ਹੋਏਗਾ ਤੁਹਾਡੇ ਕੁਐਸਚਨ ਆਨਸਰ ਲਈ ਹੋਏਗਾ, ਜਿਹੜਾ ਉਸ ਟਾਈਮ ਮੈਂ ਤੁਹਾਨੂੰ ਪਾ ਦਿਆਂਗੀ, ਉਹ ਤੁਸੀਂ ਪਾ ਦਿਓ, ਮੈਂ ਡਾਕਟਰ ਪਾਤਰ ਤੱਕ ਤੁਹਾਡੇ ਉਹ ਕੁਐਸਚਨ ਪਹੁੰਚਾ ਦਿਆਂਗੀ, ਔਰ ਫਿਰ ਉਹਨਾਂ ਦਾ ਜਵਾਬ ਜਿਹੜਾ ਹੈ ਡਾਕਟਰ ਪਾਤਰ ਆਪਣੇ ਮੁਤਾਬਕ ਜਿਵੇਂ ਉਹਨਾਂ ਨੂੰ ਠੀਕ ਲੱਗੇਗਾ ਉਹ ਦੇ ਦੇਣਗੇ। ਤਾਂ ਫਿਲਹਾਲ ਅਸੀਂ ਜੁੜ ਰਹੇ ਹਾਂ। ਇਸ ਸਮੇਂ ਅਸੀਂ 82 ਜਾਂ 83 ਪਾਰਟੀਸਪੈਂਟ ਸਾਡੀ ਹੋਈ ਹੋਈ ਹੈ, ਪਰ ਇਸ ਸਮੇਂ ਅਸੀਂ ਥੋੜ੍ਹੀ ਵੇਟ ਕਰਦੇ ਹਾਂ ਕਿ ਸਾਰੇ ਬੰਦੇ ਜੁੜ ਜਾਣ। ਅਤੇ ਬੱਚਿਆਂ ਨੂੰ ਖਾਸ ਕਰਕੇ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਬੱਚਾ ਸਕਰੀਨ 'ਤੇ ਪ੍ਰੈਜੈਂਟ ਨਹੀਂ ਕਰੇ, ਸਿਰਫ ਮੀਟਿੰਗ ਜੁਆਇਨ ਕਰੇ, ਲਿੰਕ ਲੈ ਕੇ ਮੀਟਿੰਗ ਜੁਆਇਨ ਕਰੇ, ਔਰ ਅਗਰ ਕੋਈ ਕੁਐਸਚਨ ਹੈ ਤਾਂ ਉਹ ਮੈਸੇਜ ਬਾਕਸ ਵਿੱਚ ਪਾਇਆ ਜਾਵੇ। ਉਮੀਦ ਕਰਦੀ ਹਾਂ ਕਿ ਮੇਰੀ ਆਵਾਜ਼ ਸਭ ਤੱਕ ਪਹੁੰਚ ਰਹੀ ਹੋਏਗੀ। ਅਤੇ ਅਸੀਂ ਬੜੇ ਧੰਨਵਾਦੀ ਹੈਗੇ ਹਾਂ ਅੱਜ ਦੇ ਇਸ ਵੈਬੀਨਾਰ ਦੇ ਲਈ। ਕਾਲਜ ਦੀ ਇਹ ਲੜੀਵਾਰ ਜਿਹੜਾ ਵੈਬੀਨਾਰ ਚੱਲ ਰਹੇ ਨੇ ਬਾਬਾ ਬਲਰਾਜ ਪੰਜਾਬੀ ਯੂਨੀਵਰਸਿਟੀ ਕੌਂਸਲਿੰਗ ਕਾਲਜ ਬਲਾਚੌਰ ਤੋਂ, ਸਾਡਾ ਇਹ 6ਵਾਂ ਵੈਬੀਨਾਰ ਹੈ, ਨੈਸ਼ਨਲ ਵੈਬੀਨਾਰ 6ਵਾਂ, ਔਰ ਇਹਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਪਰਸਨ ਜੁੜਨ ਤੋਂ ਬਾਅਦ ਅਸੀਂ ਇਸਨੂੰ ਨੈਸ਼ਨਲ ਵੈਬੀਨਾਰ ਹੀ ਕਹਾਂਗੇ, ਕਿਉਂਕਿ ਸਾਡੇ ਕੋਲ ਵਕਤਾ ਜਿਹੜੇ ਹੈਗੇ ਨੇ ਉਹ ਸਾਡੇ ਕੋਲ ਪੰਜਾਬ ਤੋਂ ਨੇ, ਡਾਕਟਰ ਸੁਰਜੀਤ ਪਾਤਰ। ਤਾਂ ਉਸ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਦੇ ਸਹਿਯੋਗ ਦੀ ਵੀ ਅਸੀਂ ਪ੍ਰਸ਼ੰਸਾ ਕਰਾਂਗੇ ਕਿ ਉਹਨਾਂ ਨੇ ਸਾਡਾ 6ਵਾਂ ਵੈਬੀਨਾਰ ਹੈਗਾ, ਜੋ ਕਿ ਅਸੀਂ ਉਮੀਦ ਕਰਦੇ ਹਾਂ ਸਫਲਤਾਪੂਰਵਕ ਤਰੀਕੇ ਦੇ ਨਾਲ ਜਿਹੜਾ ਸਿਰੇ ਚੜ੍ਹ ਜਾਏਗਾ। ਔਰ ਬੱਚਿਆਂ ਤੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੜੇ ਹੈਗੇ ਸੀਗੇ ਕਿ ਡਾਕਟਰ ਪਾਤਰ ਨੂੰ ਸੁਣਨ ਲਈ। ਤਾਂ ਮੈਂ ਬੇਨਤੀ ਕਰਦੀ ਹਾਂ ਕਿ ਸਾਰੇ ਜੁੜੇ ਰਹਿਣ, ਔਰ ਥੋੜ੍ਹੀ ਦੇਰ ਤੱਕ ਡਾਕਟਰ ਪਾਤਰ ਵੀ ਸਾਡੇ ਨਾਲ ਜੁੜ ਜਾਣਗੇ, ਸਾਡੇ ਵਾਈਸ ਚਾਂਸਲਰ ਸਾਹਿਬ ਵੀ। ਔਰ ਧੰਨਵਾਦੀ ਹਾਂ ਮੈਂ ਸਭ ਦੀ ਜੀ ਜੋ ਸਾਡੇ ਨਾਲ ਜੁੜੇ ਹੋਏ ਨੇ, ਪ੍ਰਿੰਸੀਪਲ ਸਾਹਿਬ, ਸਾਡੇ ਵਾਈਸ ਚਾਂਸਲਰ ਸਾਹਿਬ, ਔਰ ਡਾਕਟਰ ਸੁਰਜੀਤ ਪਾਤਰ ਜੀ ਜੋ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ। ਹੌਲੀ ਹੌਲੀ ਸਾਡੇ ਕੋਲ ਇਹ ਜਿਹੜੇ ਭਾਗੀਦਾਰ ਹੈਗੇ ਆ ਉਹਨਾਂ ਦੀ ਗਿਣਤੀ ਜਿਹੜੀ ਆ ਵੱਧਦੀ ਜਾ ਰਹੀ ਹੈ। ਸਾਡੇ ਕੋਲ ਇਸ ਸਮੇਂ 105 ਦਿਖਾਈ ਦੇ ਰਹੇ ਨੇ ਮੈਨੂੰ। ਪਾਰਟੀਸਪੇਸ਼ਨ ਜਿਨ੍ਹਾਂ ਨੇ ਕੀਤੀ ਹੈ 105 ਲੋਕ ਇਸ ਸਮੇਂ ਸਕਰੀਨ 'ਤੇ ਮੈਨੂੰ ਦਿਖਾਈ ਦੇ ਰਹੇ ਨੇ, ਪਰ ਸਾਡੇ ਕੋਲ 350 ਦੇ ਆਸ ਪਾਸ ਨੇ। ਸਾਡੇ ਕੋਲ ਜਿਹੜੀ ਰਜਿਸਟ੍ਰੇਸ਼ਨ ਹੋਈ ਹੈ 350 ਦੇ ਆਸ ਪਾਸ ਹੋਈ ਹੈ, ਔਰ ਮੈਂ ਉਡੀਕ ਕਰਦੀ ਹਾਂ ਕਿ ਸਾਡੇ ਨਾਲ ਹੋਰ ਵਕਤਾ ਵੀ ਜੁੜ ਜਾਣ, ਔਰ ਪਾਤਰ ਵੀ ਸਾਡੇ ਨਾਲ ਥੋੜ੍ਹੀ ਦੇਰ ਤੱਕ ਜੁੜਨ ਵਾਲੇ ਨੇ, ਸਾਡੇ ਵਾਈਸ ਚਾਂਸਲਰ ਸਾਹਿਬ ਵੀ।
नहीं बड़ा आ गया कि I request to all the participants kindly mute your microphones. I request to all the participants kindly mute the microphones. Thank you. Thanks a lot. ਕੁਝ ਸਮਾਂ ਹੋਰ ਸਾਡੇ ਕੋਲ ਹੈਗਾ, ਬਸ ਸਾਡੇ ਪਾਤਰ ਸਾਡੇ ਨਾਲ ਜੁੜਨ ਵਾਲੇ ਨੇ, ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਜੀ। ਡਾਕਟਰ ਪਾਤਰ ਜਿਹੜੇ ਹੈਗੇ ਨੇ ਸਾਡੇ ਨਾਲ ਜੁੜਨ ਵਾਲੇ ਨੇ ਥੋੜੀ ਦੇਰ ਤੱਕ। ਅੱਜ ਦਾ ਸਾਡਾ ਇਹ ਵੈਬੀਨਾਰ ਜੀ ਦਾ ਵਿਸ਼ਾ ਹੈਗਾ ਕਿ ਜੋ ਕਿ ਦੌਰ ਵਿੱਚ ਸਾਹਿਤ ਦੀ ਭੂਮਿਕਾ, ਉਹਦੇ ਉੱਪਰ ਵਿਚਾਰ ਚਰਚਾ ਕਰਨ ਲਈ ਸਾਡੇ ਕੋਲੇ ਅੱਜ ਸਾਡੇ ਨਾਲ ਜੁੜਨਗੇ ਡਾਕਟਰ ਸੁਰਜੀਤ ਪਾਤਰ ਜੀ। ਬਸ ਕੁਝ ਪਲ ਹੋਰ ਨੇ ਕਿ ਉਹ ਸਾਡੇ ਨਾਲ ਜੁੜਨ ਵਾਲੇ ਨੇ, ਅਤੇ ਉਸ ਤੋਂ ਬਾਅਦ ਫਿਰ ਅਸੀਂ ਸਿਲਸਿਲਾ ਸ਼ੁਰੂ ਕਰਾਂਗੇ ਉਹਨਾਂ ਨਾਲ, ਉਹਨਾਂ ਦੀ ਸੁਣਾਂਗੇ ਕਿ ਅੱਜ ਦੇ ਦੌਰ ਵਿੱਚ ਸਾਹਿਤ ਕੀ ਭੂਮਿਕਾ ਅਦਾ ਕਰ ਰਿਹਾ ਹੈ, ਵਿਸ਼ੇਸ਼ ਤੌਰ 'ਤੇ ਕਵਿਤਾ ਦੇ ਸੰਦਰਭ ਵਿੱਚ। ਜੁੜੇ ਕਿਉਂ ਨਹੀਂ ਪਾਤਰ? ਪਾਤਰ ਬਸ 5-7 ਮਿੰਟ ਤੱਕ ਜੁੜਨ ਵਾਲੇ ਨੇ ਜੀ। ਇੱਕ ਵਾਰ ਮੈਂ ਫਿਰ ਤੋਂ ਸਭ ਨੂੰ ਜੀ ਆਇਆਂ ਕਹਿ ਦਿੰਦੀ ਹਾਂ, ਜਦ ਤੱਕ ਡਾਕਟਰ ਪਾਤਰ ਸਾਡੇ ਨਾਲ ਜੁੜਦੇ ਨੇ ਅਸੀਂ ਉਹਨਾਂ ਦੀ ਵੇਟ ਕਰਦੇ ਪਏ ਹਾਂ। ਮੈਂ ਸਭ ਨੂੰ ਦੱਸ ਦਿੰਦੀ ਹਾਂ ਕਿ ਸਾਡੇ ਕੋਲ ਇਸ ਸਮੇਂ 350 ਦੇ ਆਸ-ਪਾਸ ਰਜਿਸਟ੍ਰੇਸ਼ਨ ਜਿਹੜੀਆਂ ਹੋਈਆਂ ਨੇ, ਉਹਨਾਂ ਵਿੱਚੋਂ ਸਾਡੇ ਕੋਲ 170 ਦੇ ਆਸ-ਪਾਸ ਮੈਨੂੰ ਦਿਖ ਰਹੇ ਨੇ ਜੋ ਸਾਡੇ ਨਾਲ ਜੁੜੇ ਹੋਏ ਨੇ ਲੋਕ। ਔਰ ਉਸ ਤੋਂ ਇਲਾਵਾ ਸਾਡੇ ਨਾਲ ਮੈਂ ਸਾਰੇ ਵਿਦਵਾਨਾਂ ਦਾ ਜੁੜੇ ਹੋਏ ਸੱਜਣਾਂ ਦਾ ਇਸ ਵੈਬੀਨਾਰ ਵਿੱਚ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦਾ ਕਿ ਉਹ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ। ਔਰ ਵਾਈਸ ਚਾਂਸਲਰ ਸਾਹਿਬ ਦੀ ਅਗਵਾਈ ਹੇਠ ਜਿਹੜਾ ਇਹ ਹੋ ਰਿਹਾ ਕਿ ਪ੍ਰਿੰਸੀਪਲ ਸਾਹਿਬ ਨੇ ਇਸ ਨੂੰ ਲਿਖਿਆ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਇਸ ਸਮੇਂ ਸਾਡੇ ਕੋਲ 10 ਸਟੇਟਸ, ਅਲੱਗ-ਅਲੱਗ ਸਟੇਟਸ ਤੋਂ ਸਾਡੇ ਨਾਲ ਜੁੜੇ ਹੋਏ ਨੇ ਵਿਦਵਾਨ ਸੱਜਣ, ਜਿਨ੍ਹਾਂ ਵਿੱਚ ਬਿਹਾਰ, ਯੂਪੀ, ਉੜੀਸਾ ਔਰ ਬੰਗਾਲ। ਇਸ ਤੋਂ ਇਲਾਵਾ ਸਾਡੇ ਨਾਲ ਅਲੱਗ-ਅਲੱਗ ਕੰਟਰੀਜ਼, ਜਿਨ੍ਹਾਂ ਵਿੱਚ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਔਰ ਪਾਕਿਸਤਾਨ ਤੋਂ ਵੀ ਜਿਹੜੇ ਲੋਕ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ।
मैं सारे विद्वानों नूं और सारे सुनने वालियां नूं और डॉक्टर पात्र नूं और साडे वाइस साहब नूं और प्रिंसीपल साहब नूं बहुत बहुत ਵਧਾਈ ਦਿੰਦੀ ਹਾਂ कि अज साडे कॉलेज ਦੇ ਵਿਹੜੇ ਵਿੱਚ ਚਾਹੇ ऑनलाइन ही ਅਸੀਂ ਸਮਾਗਮ कर रहे हैं साडे कॉलेज ਦੇ ਵਿਹੜੇ ਵਿੱਚ ਉਹਨਾਂ ਦਾ ਆਉਣਾ ਸਾਡੇ ਲਈ ਬਹੁਤ ਹੀ ਸ਼ੁਭ ਹੈ। ਉਮੀਦ ਕਰਦੇ ਹਾਂ ਕਿ ਸਾਡਾ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਬੜੇ ਵਧੀਆ ਤਰੀਕੇ ਨਾਲ ਸਿਰ ਚੜ੍ਹੇਗਾ ਔਰ ਇੱਕ ਵਧੀਆ ਹੈਲਥੀ ਸਾਡੀ ਡਿਸਕਸ਼ਨ ਹੋਏਗੀ। ਅੱਜ ਅਜੋਕੇ ਦੌਰ ਵਿੱਚ ਜਿਹੜੀ ਹੈਗੀ ਹੈ ਸਾਹਿਤ ਉਹ ਅਜੋਕੇ ਦੌਰ ਦੇ ਵਿੱਚ ਸਾਹਿਤ ਆਪਣੀ ਕੀ ਭੂਮਿਕਾ ਅਦਾ ਕਰ ਰਿਹਾ ਹੈ ਤੇ ਸਾਡਾ ਸਾਡੇ ਆਸ-ਪਾਸ ਜਿਸ ਕਿਸਮ ਦਾ ਸੰਕਟਮਈ ਦੌਰ ਚੱਲ ਰਿਹਾ ਉਸ ਵਿੱਚ ਮਤਲਬ ਸਾਹਿਤ ਦੀ ਭੂਮਿਕਾ ਕੀ ਹੈ। ਡਾਕਟਰ ਪਾਤਰ ਤੁਹਾਡੇ ਨਾਲ ਰੂਬਰੂ ਹੋ ਕੇ ਥੋੜ੍ਹੀ ਦੇਰ ਤੱਕ ਆਪਣਾ ਪੱਖ ਰੱਖਣਗੇ ਜਾਂ ਆਪਣੀ ਗੱਲ ਰੱਖਣਗੇ ਤੇ ਅਸੀਂ ਉਹਨਾਂ ਨੂੰ ਸੁਣਨ ਲਈ ਥੋੜ੍ਹੀ ਵੇਟ ਕਰ ਰਹੇ ਹਾਂ। ਬਸ ਕੁਛ ਪਲਾਂ ਦੀ ਦੇਰ ਹੈ ਕਿ ਸਾਡੇ ਨਾਲ ਜੁੜਨ ਵਾਲੇ ਨੇ। Good morning, dear participants. I, Sunil Khosla, Principal, on behalf of Baba Balraj Punjab University Constituent College, I would like to extend a very hearty welcome to all of you. ਸਾਡੇ ਲਈ ਇਹ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਵਿੱਚ ਅੱਜ ਪਦਮ ਸ਼੍ਰੀ ਡਾਕਟਰ ਸੁਖਜੀਤ ਪਾਤਰ ਜੀ ਸਾਡੇ ਸਕਾਲਰ ਅਕੈਡਮੀਆਂ ਦੇ ਨਾਲ ਰੂਬਰੂ ਹੋ ਰਹੇ ਹਨ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਸਾਡੇ ਵਿੱਚ ਮੀਟਿੰਗ ਜੁਆਇਨ ਕਰ ਚੁੱਕੇ ਹੈ। ਅਸੀਂ ਵੀਸੀ ਸਾਹਿਬ ਦੀ ਜੁਆਇਨਿੰਗ ਦੀ ਵੇਟ ਕਰ ਰਹੇ ਹਾਂ। ਕੁਝ ਕਨੈਕਟੀਵਿਟੀ ਪ੍ਰੋਬਲਮ ਆ ਰਹੀ ਹੈ। ਮੈਂ ਦੁਬਾਰਾ ਉਹਨਾਂ ਨੂੰ ਲਿੰਕ ਭੇਜਿਆ ਔਰ ਬਹੁਤ ਹੀ ਜਲਦੀ ਸਾਡੇ ਨਾਲ ਉਹ ਜੁੜਨਗੇ। मैं माफी मांगता। मैं एक बार फिर अपने कॉलेज विच पदम श्री डॉक्टर सुरजीत पात्र जी का बहुत बहुत धन्यवाद करदा, उन्होंने स्वागत करदा। जदों भी असी अपनी उन्होंने बेनती की है कि साडे कॉलेज आके जिन्होंने फैकल्टी नूं अपने विचारों के नाल एनरिच करो, उन्होंने कभी ना नहीं की, हमेशा साडी बेनती नूं स्वीकारिया। बस कुछ ही पलां दी देरी है, वीसी साहब जल्दी ज्वाइन करनगे ते असी इस समागम स्टार्ट करांगे। धन्यवाद। नहीं यार चली आगे ये साथी नहीं देख अभी देख सुषमा गावस्कर जी प्लीज डू नॉट प्रेजेंट। सुषमा गावस्कर प्लीज डू नॉट प्रेजेंट। Dear participants, ਅੱਜ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਅੱਜ ਵਾਈਸ ਚਾਂਸਲਰ ਸ਼੍ਰੀ ਰਾਜਕੁਮਾਰ ਜੀ ਦੀ ਅਗਵਾਈ ਹੇਠ ਇਹ ਵੈਬੀਨਾਰ ਦਾ ਨੂੰ ਆਰਗੇਨਾਈਜ਼ ਕੀਤਾ ਹੈ, ਜਿਸ ਵਿੱਚ पदम श्री डॉक्टर सुरजीत पात्र जी अपने व्याख्यान दे नाल साडी नॉलेज नू एनरिच करनगे। मैं बाबा बलराज यूनिवर्सिटी कॉन्स्टिट्यूएंट कॉलेज वालों प्रोफेसर राजकुमार जी द ऑनरेबल वाइस चांसलर पंजाब यूनिवर्सिटी चंडीगढ़ करदा है, वो साडे विच शामिल हो चुके हैं। वीसी सर हमेशा साडे वैबीनार और साडे कॉलेज की विकास
ਸਾਡੇ ਕਾਲਜ ਦੇ ਹਰ ਉਸ ਕੰਮ ਨੂੰ ਜਿਹੜਾ ਉਚਾਈਆਂ ਨੂੰ ਛੂਏ ਉਹਦੇ ਵਿੱਚ ਹਮੇਸ਼ਾ ਸਾਨੂੰ ਆਸ਼ੀਰਵਾਦ ਦਿੰਦੇ ਆ, ਸ਼ਾਮਿਲ ਹੁੰਦੇ ਆ। ਇਸ ਲਈ ਮੈਂ ਉਹਨਾਂ ਦਾ बहुत बहुत धन्यवाद करता हूं। आज की इस सभा में रस्मी तौर पर मैं प्रोफेसर राजकुमार जी, माननीय वाइस चांसलर पंजाब यूनिवर्सिटी चंडीगढ़ का हार्दिक अभिनंदन करता हूं। उन्होंने बहुत ही कीमती और व्यस्त शेड्यूल से हमें समय देकर हमें हमारे लिए ये बहुत ही गर्व की बात है। एक ब्रीफ इंट्रोडक्शन हमारे माननीय वाइस चांसलर साहब यूनिवर्सिटी चंडीगढ़ तो हमारे साथ एज ए चीफ पैट्रन टू प्रिजाइड ओवर दिस वेबिनार हैज ज्वाइंड। प्रोफेसर राजकुमार जी, माननीय वाइस चांसलर पंजाब यूनिवर्सिटी चंडीगढ़, हमारे बीच इस वक्त शामिल हैं अपने आशीर्वाद के साथ। प्रोफेसर राजकुमार जी एक एकेडमिशियन, रिसर्चर और शिक्षा के क्षेत्र में एक बहुत ही योग्य और काबिल प्रशासक के रूप में हमारे यूनिवर्सिटी का संचालन कर रहे हैं। उन्होंने अपनी पीएचडी बनारस हिंदू यूनिवर्सिटी और डीलेट यूनिवर्सिटी ऑफ लखनऊ से प्राप्त की। प्रगतिशील, गतिशील और ट्रांसपेरेंट एडमिनिस्ट्रेशन हमारे सिस्टम के लिए, हमारी टीचिंग, रिसर्च, ट्रेनिंग और कंसल्टेंसी के लिए बहुत ही एनकरेजिंग है। उनका मैनेजमेंट के क्षेत्र में 3 दशकों का एक भिन्न अनुभव है, जिससे उन्होंने विश्वविद्यालय की प्रशासन और उसमें ट्रांसपेरेंसी लाने की पूरी अपनी योग्यता दिखाई है। प्रोफेसर राजकुमार जी ने 12 से ज्यादा पीएचडी स्कॉलर्स और उनके बहुत सारी किताबें जो कि राष्ट्रीय और अंतर्राष्ट्रीय स्तर पर बहुचर्चित हैं, और वे अनेकों ही एडिटोरियल बोर्ड के मेंबर हैं अंतर्राष्ट्रीय स्तर पर। प्रोफेसर राजकुमार जी डायरेक्टर, डीन और हेड ऑफ द इंस्टीट्यूट ऑफ मैनेजमेंट स्टडीज यूनिवर्सिटी में कार्यरत रहे हैं, और प्रोफेसर राजकुमार जी डिसीजन मेकिंग बॉडीज के सदस्य और अध्यक्ष के रूप में भी अपनी भूमिका निभा रहे हैं, जिनमें एक बहुत ही जो प्रेस्टिजियस, जिनका मैं नाम लेना चाहूंगा, वो है पोस्ट ग्रेजुएट इंस्टीट्यूट ऑफ मेडिकल एजुकेशन एंड रिसर्च, क्रिक्स रूसा स्टेट हायर एजुकेशन रीजनल एडवाइजरी कमेटी ऑफ केंद्रीय विद्यालय संगठन, यूजीसी कैप प्रोग्राम, यूजीसी कैस, और इंडियन इंस्टीट्यूट ऑफ पब्लिक एडमिनिस्ट्रेशन न्यू दिल्ली के सदस्य हैं। इसके अलावा एडमिनिस्ट्रेटर्स एडवाइजरी चंडीगढ़, पंजाब स्टेट काउंसिल फॉर साइंस एंड टेक्नोलॉजी, वे बोर्ड ऑफ गवर्नर्स पंजाब इंजीनियरिंग कॉलेज चंडीगढ़ के भी सदस्य हैं, और बहुत सारे विश्वविद्यालयों के एकेडमिक काउंसिल के सदस्य हैं, और बहुत सारी यूजीसी की जो एक्सपर्ट कमेटीज हैं उनकी सदस्यता और अध्यक्षता के रूप में भी वे एक महत्वपूर्ण भूमिका निभा रहे हैं, और उनके आशीर्वाद से, प्रगतिशील नेतृत्व से हमारा कॉलेज प्रगति पर है, नई नई ऊंचाइयां छू रहा है। उनके नए इनोवेटिव और क्रिएटिव आइडियाज को हम फॉलो करते हुए अलग अलग एक्सपेरिमेंट्स कर रहे हैं। मैं यहाँ पे कुछ एक बात के साथ साझी करनी चाहूंगा कि जैसे उन्होंने अपने एक पिछले व्याख्यान में जो कि पंजाब विश्वविद्यालय द्वारा आयोजित किया गया था, उसमें उन्होंने एक अपना विचार रखा था कि हमें दूसरे संस्थाओं, विश्वविद्यालयों या महाविद्यालयों के साथ मिलकर भी
संयुक्त रूप से कुछ कार्यक्रम का संचालन करना चाहिए। इस दिशा में हमने अपने कॉलेज का और दिल्ली यूनिवर्सिटी के एक कॉलेज का विद्यार्थियों की आपस में एक इंटरेक्शन रखी है, जिसमें उन्हें ऑनलाइन एजुकेशन से रिलेटेड गूगल क्लासरूम्स और उसके बारे में जानकारी दी जाएगी। इन शब्दों के साथ मैं प्रोफेसर राजकुमार जी, हमारे माननीय वाइस चांसलर पंजाब यूनिवर्सिटी चंडीगढ़ का फिर से धन्यवाद और स्वागत करता हूं कि उन्होंने अपने व्यस्त समय में से समय निकालकर हमारे कॉलेज को आशीर्वाद के लिए अपनी उपस्थिति सुनिश्चित की। और आज दे इस समागम, इस वैबीनार ਨੂੰ ਸੁਸ਼ੋਭਿਤ ਕਰਨ ਵਿੱਚ ਕਾਲਜ ਵਾਈਸ ਚਾਂਸਲਰ ਸਾਹਿਬ ਦੀ ਅਗਵਾਈ ਵਿੱਚ ਹੋ ਰਹੇ ਵੈਬੀਨਾਰ ਦੇ ਮੁੱਖ ਵਕਤਾ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ। ਸਾਨੂੰ ਪਾਤਰ ਸਾਹਿਬ ਤੁਹਾਡੇ ਕਾਲਜ ਦੇ ਵਿੱਚ ਉਹ ਵਿਜ਼ਿਟ ਅੱਜ ਤੱਕ ਵੀ ਯਾਦ ਆ, ਅੱਜ ਤੱਕ ਵੀ ਸਾਡੇ ਮਨਾਂ ਦੇ ਵਿੱਚ ਰੀਚ ਹੈ ਕਿ ਕਿਸ ਤਰ੍ਹਾਂ ਤੁਸੀਂ ਆ ਕੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਕਾਲਜ ਨੂੰ ਤੇ ਬੱਚਿਆਂ ਨੂੰ ਜਿਹੜਾ ਹੈ ਆਪਣਾ ਵਿਆਖਿਆਨ ਦਿੱਤਾ ਔਰ ਬਹੁਤ ਸਮਾਂ ਤੁਸੀਂ ਬੱਚਿਆਂ ਦੇ ਨਾਲ ਉੱਥੇ ਬਤੀਤ ਕੀਤਾ। ਵੈਸੇ ਤਾਂ ਪਦਮ ਸ਼੍ਰੀ ਡਾਕਟਰ ਜੀ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ, ਪਰ ਰਸਮੀ ਤੌਰ ਤੇ ਮੈਂ ਉਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਕਹਿੰਦਾ, ਉਹਨਾਂ ਬਾਰੇ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ। ਡਾਕਟਰ ਪਾਤਰ ਜੀ ਨੇ ਜਿੰਨੇ ਵੱਡੇ ਸ਼ਾਇਰ ਹਨ ਉਨੇ ਹੀ ਵੱਡੇ ਇਨਸਾਨ ਵੀ ਹਨ ਔਰ ਆਪਣੀ ਐਮਫਿਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹਨਾਂ ਆਪਣੀ PhD ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗੁਰੂ ਨਾਨਕ ਬਾਣੀ ਵਿੱਚ ਇਹ ਧਾਰਾ ਵਿਸ਼ੇ ਤੇ ਕੀਤੀ। ਉਸ ਤੋਂ ਬਾਅਦ ਲਗਾਤਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾਉਂਦੇ ਰਹੇ। ਉਹ ਗੁਰੂ ਗ੍ਰੰਥ ਸਾਹਿਬ ਸਿੱਖ ਯੂਨੀਵਰਸਿਟੀ ਵਿੱਚ ਬਤੌਰ ਅਧਿਆਪਨ ਕਾਰਜ ਕਰਦਿਆਂ ਪ੍ਰੋਫੈਸਰ ਵੀ ਰਹੇ। ਉਹਨਾਂ ਦੇ ਇਨਾਮਾਂ ਸਨਮਾਨਾਂ ਦੀ ਗੱਲ ਕਰੀਏ ਤਾਂ ਇੱਕ ਲੰਬੀ ਸੂਚੀ ਬਣ ਜਾਂਦੀ ਹੈ, ਜਿਸ ਵਿੱਚ ਉਹਨਾਂ ਕੋਲ ਹਵਾ ਵਿੱਚ ਲਿਖੇ ਹਰਫ ਲਈ ਭਾਰਤੀ ਸਾਹਿਤ ਅਕੈਡਮੀ ਮਿਲਿਆ, ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਈ ਭਾਰਤੀ ਸਾਹਿਤ ਅਕੈਡਮੀ ਵੱਲੋਂ ਅਵਾਰਡ ਮਿਲਿਆ। 1999 ਵਿੱਚ ਭਾਰਤ ਵਿਕਾਸ ਪਰਿਸ਼ਦ ਕਲਕੱਤਾ ਵੱਲੋਂ ਉਹਨਾਂ ਨੂੰ ਪੰਚਨਾਮ ਪੁਰਸਕਾਰ ਮਿਲਿਆ। 2007 ਵਿੱਚ ਆਨੰਦ ਕਾਵਿ ਸਨਮਾਨ ਦਿੱਤਾ ਗਿਆ ਔਰ 2019 ਵਿੱਚ ਸੰਬਾਲਪੁਰ ਯੂਨੀਵਰਸਿਟੀ ਉੜੀਸਾ ਵੱਲੋਂ ਗੰਗਾਧਰ ਨੈਸ਼ਨਲ ਅਵਾਰਡ ਨਾਲ ਸਨਮਾਨਿਆ ਗਿਆ। ਔਰ ਇਹ ਸਾਡੇ ਰਾਜ ਲਈ, ਹਿੰਦੁਸਤਾਨ ਲਈ, ਲਿਟਰੇਚਰ ਦੇ ਖੇਤਰ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ 2012 ਵਿੱਚ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਸਨਮਾਨ ਮਿਲਿਆ ਔਰ 2014 ਵਿੱਚ ਉਹ ਸਾਹਿਤ ਅਵਾਰਡ ਕੁਸਮ ਰਾਜ ਨਾਲ ਸਨਮਾਨੇ ਗਏ। ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੀ ਪੁਸਤਕਾਂ, ਰਿਸਰਚ ਪੇਪਰ ਲਿਖੇ, ਜਿਨ੍ਹਾਂ ਕਰਕੇ ਉਹਨਾਂ ਦੇਸ਼ ਦਾ, ਰਾਜ ਦਾ ਔਰ ਸਾਹਿਤ ਜਗਤ ਵਿੱਚ ਇੱਕ ਖਾਸ ਸਥਾਨ ਬਣਾਇਆ ਔਰ ਜਿਹਦੇ ਨਾਲੋਂ ਤੁਸੀਂ ਸਾਰੇ ਵਾਕਿਫ ਹੋ। ਮੈਂ ਇਹ ਕੁਝ ਸ਼ਬਦ ਰਸਮੀ ਤੌਰ ਤੇ ਉਹਨਾਂ ਦਾ ਸਵਾਗਤ ਲਈ ਪੜ੍ਹੇ। ਅੱਜ ਦੇ ਸਾਡੇ ਮੁੱਖ ਵਕਤਾ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ, ਜਿਸ ਤਰ੍ਹਾਂ ਮੈਂ ਪਹਿਲੇ ਹੀ ਕਿਹਾ ਕਿ ਸਾਡੇ ਕੋਲ ਸ਼ਬਦ ਥੋੜੇ ਪੈ ਜਾਂਦੇ ਆ, ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ, ਪਰ ਸਾਡੀਆਂ ਭਾਵਨਾਵਾਂ ਤੋਂ ਇਹ ਪਤਾ ਚੱਲਦਾ ਹੈ ਕਿ ਅਸੀਂ ਅੱਜ ਇੰਨੀ ਵੱਡੀ ਸ਼ਖਸੀਅਤ ਦੇ ਨਾਲ ਇਸ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕੌਂਸਟੀਟਿਊਐਂਟ ਔਰ ਪ੍ਰੋਫੈਸਰ ਰਾਜਕੁਮਾਰ ਜੀ ਦੀ ਆਨਰੇਬਲ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਦੀ ਅਗਵਾਈ ਹੇਠ ਅਸੀਂ ਉਹਨਾਂ ਦੇ ਨਾਲ ਅੱਜ ਹੋ ਰਹੇ ਹਾਂ। मैं इन शब्दों के नाल ये बेनती करूंगा, मैं अपना रिक्वेस्ट करूंगा प्रोफेसर राजकुमार जी से, जो कि यहाँ हमारे साथ मौजूद हैं, उस वेबिनार को प्रिजाइड ओवर करने के लिए कि वो अपने इनागुरल एड्रेस से हमारे सहभागियों को, पार्टिसिपेंट्स को, स्कॉलर्स को लाइटन करें। प्रोफेसर धन्यवाद, ऑनरेबल वाइस चांसलर यूनिवर्सिटी। धन्यवाद डॉक्टर Sunil Khosla. At the outset, I congratulate
principal of the college and his entire team. I have started this web series in the university, and I requested the college teachers also to start the such type of academic activities. I am very happy the Dr. Sunil has taken the lead in such type of activities. I appreciate the entire team, the teaching faculty, the non-teaching staff of the college, the students, and the entire fraternity who are associated with your team. Yeah, for today function, I greet Padma Shri Surjit Patar साहब. सुरजीत पात्र साहब के बारे में जो है मैंने भी बहुत कुछ सुना है. आपसे मिलने का जो है जरूर हमको सौभाग्य नहीं मिल पाया, लेकिन आज जो है डॉक्टर सुनील ने वो भी जो है वर्चुअल मोड में संभव करा दिया. इसके लिए मैं आपको बहुत बहुत धन्यवाद देना चाहूंगा. और अपने विश्वविद्यालय में तथा कॉन्स्टिट्यूएंट कॉलेज में मैं आज के मुख्य अतिथि का स्वागत करता हूँ. सुरजीत पात्र साहब केवल जो है पंजाबी में ही नहीं रचनाओं को, साहित्य को लिखा है. जैसा कि अभी बताया गया कि उन्होंने तमाम सारे जो है अवार्ड्स उनको मिले हैं. उनकी 2-3 चीजें हमें बड़ी अच्छी लगी, जिसमें उन्होंने कुछ फ्रेंच भाषा में कुछ अपने साहित्य का उन्होंने अनुवाद किया है. और उसमें एक बहुत ही अच्छी उनकी पुस्तक है दी पागल औरत आग दे घेरे. ये जो है उनकी ऐसी पुस्तकें हैं, साहित्य हैं, जिनका उन्होंने जो है फ्रेंच भाषा में अनुवाद किया. केवल यहीं तक नहीं, उनकी एक और उनकी कुछ और पुस्तकें जो है या उनका कुछ और काम जो है वो कन्नड़ भाषा में भी है, जिसकी जानकारी भी यहाँ के लोगों को होगी जरूर. लेकिन आज ये जरूरत है कि इन सब चीजों के बारे में ये बातें इस तरह से कही जाए हमारे विद्यार्थियों के सामने, हमारी नई पीढ़ी के सामने, कि जो पूरा समाज है वो जाने. लोगों का ये रहता है कि एक सामान्य धारणा ये बनती है, जो आदमी पंजाबी स्पीकिंग नहीं है, कि जो है इनके ग्रंथ या इनकी जो चीजें हैं केवल पंजाबी भाषा में ही लिखी होंगी. लेकिन ये बड़ी हर्ष की बात है, और इसके लिए मैं पुनः जो है अभिनंदन करता हूँ पद्मश्री सुरजीत पात्र साहब का, कि इन्होंने जो है भाषा की बाउंड्री को जो है से आगे बढ़ करके सब कुछ जोड़ने का काम किया है. ये बहुत ही अच्छी चीज है. उन्होंने पंजाबी भाषा को बहुत समृद्ध किया है. इसके लिए भी उनके योगदान को जो है बहुत बहुत सराहना की जानी चाहिए. और हम लोग जो है इतने काम करने के बाद भी आज भी हमको जानकारी होती अभी हम जानकारी करना चाह रहे थे कि सुरजीत पात्र साहब हमेशा कुछ न कुछ लिखते रहते हैं, कुछ न कुछ संस्थाओं से ये नए जुड़ते रहते हैं. ये इनके व्यक्तित्व की एक अलग बहुत बड़ी विशेषता है. आज का जो आपका विषय है उसके बारे में तो हमको बहुत जानकारी नहीं है, क्योंकि मैं तो मैनेजमेंट का विद्यार्थी हूँ. लेकिन आप यहाँ करीब तकरीबन 200 से ज्यादा लोगों को जुड़ा हुआ देखकर वो हम जरूर अपनी प्रसन्नता व्यक्त करना चाहेंगे. और इसमें केवल मतलब अध्यापक ही नहीं, अध्यापक तो होंगे ही, हमारी ये भी उम्मीद है इसमें तमाम सारे लोग जो और दूसरे फील्ड से जुटे हुए हैं वे भी जो है इससे संबंधित होंगे. और इसमें आयोजकों की जिम्मेदारी ये होती है कि ज्यादा से ज्यादा नई पीढ़ी के लोगों को जो है इसके बारे में जो है जोड़ा जाए, ताकि नई पीढ़ी वह जो है इन सब चीजों के बारे में ज्यादा से ज्यादा जानकारी करे. तभी हमारी सभ्यता, संस्कृति, साहित्य, नृत्य, कला, संगीत, इसका अनवरत विकास, अनवरत जो है ट्रांसफर तभी हो सकता है जबकि हम अगली पीढ़ी को इसके बारे में बताएं. और उसका सबसे बड़ा माध्यम जो है वो जो डॉक्टर सुनील जैसे लोग, तमाम सारे लोग कर रहे हैं कि ये वेब सेमिनार है, जिसके माध्यम से 200 लोगों को हम एकदम श्योर हैं कि इकट्ठा करना मामूली काम नहीं था. अगर एक जगह आज कहा जाए, या हम ही जो है वाइस चांसलर हैं, इनके कम से कम 3 प्रोग्राम में हम आ चुके हैं. दूसरे प्रिंसिपल जबकि वो शिकायत भी करने लगे हैं कि सर वहां पर आप अक्सर
कनेक्ट होते रहते हैं। तो हम कहे जहां हमें निमंत्रण मिलता है वहां मैं जरूर जाने की कोशिश करता हूँ। हमारी कॉलेजेस, विद्यार्थी, अध्यापक हमारी प्राथमिकताएं हैं। इन्हीं शब्दों के साथ हम लोग ज्यादा से ज्यादा सुरजीत पात्र साहब को सुनेंगे और मैं ये निवेदन करूंगा कि इस प्रकार के साहित्यकारों को आप बार बार बुलाइए और इनका जो है इनकी जो भी ग्रंथ है, इनकी जो भी रचनाएं हैं, इनके जो भी साहित्य है, उनसे जो है सारे लोगों को जोड़ने की कोशिश करिए, जिससे इनकी जो भी कृतियां हैं, रचनाएं हैं, वे आगे तक जो है वे जाए और लोग ज्यादा से ज्यादा हमारा समाज उसका फायदा उठा सके। इन्हीं शब्दों के साथ मैं आप सभी लोगों को पुनः पुनः बहुत धन्यवाद देना चाहूंगा। धन्यवाद। बहुत बहुत धन्यवाद सर, आपके शब्दों के लिए, आपके आशीर्वाद के लिए, आपकी शुभकामनाओं के लिए और आपके गतिशील प्रगतिशील नेतृत्व में ऐसे और भी किए जाएंगे और आयाम किए जाएंगे। बहुत बहुत धन्यवाद। नाउ आई रिक्वेस्ट डॉक्टर कमलप्रीत सिद्धू टू कंडक्ट द रेस्ट ऑफ द प्रोसीडिंग। डॉक्टर सुरजीत पाठक जी, पद्मश्री, उन्हां दा भी मैं बहुत बहुत स्वागत करता। मैं बहुत बहुत ਧੰਨਵਾਦ ਕਰਦੀ ਹਾਂ ਵਾਈਸ ਚਾਂਸਲਰ ਸਾਹਿਬ ਦਾ, ਜਿਨ੍ਹਾਂ ਦੀ ਅਗਵਾਈ ਹੇਠ ਅੱਜ ਦਾ ਇਹ ਪ੍ਰੋਗਰਾਮ ਹੋ ਰਿਹਾ ਹੈ ਔਰ ਉਹਨਾਂ ਨੇ ਡਾਕਟਰ ਪਾਤਰ ਸਾਹਿਬ ਉਹਨਾਂ ਲਈ ਜਿਹੜੇ ਸ਼ਬਦ ਕਹੇ ਉਹ ਬਹੁਤ ਹੀ ਉੱਤਮ ਸ਼੍ਰੇਣੀ ਵਿੱਚ ਆ ਜਾਂਦੇ ਨੇ। ਮੈਂ ਪ੍ਰਿੰਸੀਪਲ ਸਾਹਿਬ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਲਿਖਿਆ। ਅਤੇ ਹੁਣ ਉਸ ਤੋਂ ਬਾਅਦ ਮੈਂ ਡਾਕਟਰ ਪਾਤਰ ਉਹਨਾਂ ਨੂੰ ਬੇਨਤੀ ਕਰਦੀ ਹਾਂ, ਵੈਸੇ ਤਾਂ ਉਹ ਕਿਸੇ ਰਸਮੀ ਜਾਣ ਪਹਿਚਾਣ ਦੇ ਮੁਤਾਜ ਨਹੀਂ। ਪ੍ਰਿੰਸੀਪਲ ਸਾਹਿਬ ਉਹਨਾਂ ਨੇ ਉਹਨਾਂ ਬਾਰੇ ਖੁੱਲ੍ਹ ਕੇ ਦੱਸਿਆ ਕਿ ਉਹਨਾਂ ਨੂੰ ਕਿਹੜੇ ਕਿਹੜੇ ਅਵਾਰਡ ਮਿਲ ਚੁੱਕੇ ਨੇ। ਲਗਭਗ 8 ਕਿਤਾਬਾਂ ਦੇਣ ਵਾਲੇ ਸਾਨੂੰ ਸਾਡੇ ਸਾਹਿਤ ਦੇ ਵਿੱਚ ਕੁਝ ਵਾਦਾ ਅਨੁਵਾਦਕ ਕਿਤਾਬਾਂ ਉਹਨਾਂ ਦੀਆਂ ਸ਼ਹਿਰ ਮੇਰੀ ਦੀ, ਪਾਗਲ ਔਰਤ, ਅੱਗ ਦੇ ਕਲੀਰੇ, ਸਹੀਓ ਨੀ, ਮੈਂ ਅੰਤਹੀਨ ਸਰਕਾਰਾਂ, ਹੁਕਮੀ ਦੀ ਹਵੇਲੀ, ਨਾਗ ਮੰਡਲ ਅਤੇ ਬ੍ਰੈਕਟ ਅਨਰੁੱਧਾ ਦੀਆਂ ਅੰਗਰੇਜ਼ੀ ਤੋਂ ਅਨੁਵਾਦ ਕੀਤੀਆਂ ਹੋਈਆਂ ਕਿਤਾਬਾਂ ਵੀ ਸਾਡੇ ਸਨਮੁਖ ਨੇ। ਇਸ ਤੋਂ ਇਲਾਵਾ ਉਹਨਾਂ ਦੀ ਇੱਕ ਪ੍ਰਾਪਤੀ ਮੈਂ ਦੱਸ ਦਿੰਦੀ ਹਾਂ ਕਿ 2002 ਤੋਂ 2008 ਤੱਕ ਉਹ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਵਜੋਂ ਉਹਨਾਂ ਨੇ ਸੇਵਾ ਵੀ ਨਿਭਾਈ ਔਰ 2013 ਵਿੱਚ ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਵੀ ਰਹੇ ਔਰ ਪੰਜਾਬ ਸਾਹਿਤ ਪਰਿਸ਼ਦ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਨੇ। ਯਾਨੀ ਕਿ ਡਾਕਟਰ ਸੁਰਜੀਤ ਪਾਤਰ ਸਾਡੇ ਕੋਲੇ ਇੱਕ ਐਸੇ ਵਕਤਾ ਦੇ ਵਜੋਂ ਪੇਸ਼ ਹੋ ਰਹੇ ਨੇ ਜੋ ਕਿ ਸਾਡੀ ਪੰਜਾਬੀ ਬੋਲੀ ਦੀ ਆਣ ਬਾਣ ਅਤੇ ਸ਼ਾਨ ਨੇ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਬਹੁਤਾ ਹੋਰ ਮੈਂ ਸਮਾਂ ਵਿੱਚ ਨਾ ਲੈਂਦੀ ਹੋਈ ਜਿਹੜੇ ਸਰੋਤੇ ਸੁਣਨ ਵਾਲੇ ਨੇ ਔਰ ਡਾਕਟਰ ਪਾਤਰ ਨੇ ਉਹਨਾਂ ਦੇ ਵਿਚਕਾਰ ਮੈਂ ਬਹੁਤਾ ਸਮਾਂ ਨਾ ਲੈਂਦੀ ਹੋਈ ਡਾਕਟਰ ਪਾਤਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣਾ ਜਿਹੜਾ ਹੈਗਾ ਕੈਮਰਾ ਉਹ ਔਨ ਕਰ ਲੈਣ ਔਰ ਆਪਣਾ ਮਾਈਕ ਵੀ ਅਨਮਿਊਟ ਕਰ ਲੈਣ ਅਤੇ ਉਸ ਤੋਂ ਬਾਅਦ ਸਾਡੇ ਜਿਹੜੇ ਸਰੋਤੇ ਇਕੱਠੇ ਹੋਏ ਨੇ ਸੁਣਨ ਵਾਸਤੇ ਜਿਹਦੀ ਗਿਣਤੀ 240 ਦੇ ਆਸ ਪਾਸ ਹੈ ਤਾਂ ਉਹ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਡਾਕਟਰ ਪਾਤਰ ਅੱਜ ਕੇ ਦੌਰ ਵਿੱਚ ਸਾਹਿਤ ਦੀ ਭੂਮਿਕਾ ਕੀ ਹੈਗੀ ਆ ਉਹਦੇ ਬਾਰੇ ਤੁਹਾਡੇ ਵਿਚਾਰ ਜਿਹੜੇ ਆ ਨਾ ਉਹ ਸੁਣਨ ਲਈ ਤਿਆਰ ਨੇ। ਮੈਂ ਡਾਕਟਰ ਪਾਤਰ ਨੂੰ ਬੇਨਤੀ ਕਰਦੀ ਹਾਂ, ਡਾਕਟਰ ਪਾਤਰ ਜੀ ਤੁਸੀਂ ਆਪਣੇ ਵਿਚਾਰ ਜਿਹੜੇ ਆ ਸਾਡੇ ਸਾਨੂੰ ਰੱਖੋ ਜੀ। ਧੰਨਵਾਦ ਸਰ। ਪੰਜਾਬ ਯੂਨੀਵਰਸਿਟੀ ਦੇ ਸਤਿਕਾਰਯੋਗ ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਜੀ और बाबा बलराज पंजाब यूनिवर्सिटी कंस्टीट्यूट कॉलेज के प्रिंसीपल डॉक्टर सुनील जी और इस प्रोग्राम नू आयोजित करने वाली साडी दानिश्वर शायरा प्रोफैसर कमलप्रीत और होर सारा स्टाफ और जो भी मुतबर शख्सियतां इत्थे हाजिर ने और खास करके प्यारे विद्यार्थियों, इस संस्था के प्यारे विद्यार्थियों, मैं बहुत शुक्रगुजार हाँ कि तुसी मैनू याद किया इन्हां घड़ियां विच, इन्हां पलां विच। और जो लफ्ज़ मेरे लिए प्रिंसिपल साहब ने, वाइस चांसलर साहब ने, कमलप्रीत ने, उस तो पहला शायद गुरप्रीत ने मेरे लिए उचारे, उन्हां लई भी मैं बहुत शुक्रगुजार हाँ। तो जिस तरह के वाइस चांसलर साहब ने कहा कि साहित्य एक जोड़न का काम करता है, तो उन्होंने एक हवाला दिता कि मैं कन्नड़ दे एक नाटककार का काम भी पंजाबी च अनुवाद किया, इस तरह एक राजस्थानी नाटक का अनुवाद किया। सो पर उन्होंने जो जी बहुत बुनियादी गल कही वो उन्होंने कही कि साहित्य जिहड़ा वो बंदियां नूं जोड़न का काम करता है।
तो मैं इत्थों अपनी गल शुरू करनी चाहना कि सिर्फ अजोके समय ही ਲਈ नहीं, समा कोई भी होवे, एक तो है कि हरेक समय च कोई ना कोई संकट हुंदा ही है। मानवता कदी संकट तो मुक्त नहीं हुंदी। जे असीं इतिहास पढ़िए तो बहुत वड्डे वड्डे संकटां चों मानवता गुजरी, जंगां चों गुजरी, फिर बहुत बड़ियां महामारियां चों भी गुजरी, कदी प्लेग, कदी हैजा, कदी काल, कि ये जो जिसको असीं कहने हैं कि मनुष्यता दा संयोग ते वियोग दा इतिहास है, संकटां दा, प्राप्तियां दा इतिहास है। और किसी ने कहा सी कि मानवता एक अधूरा प्रोजेक्ट है, कि असी मानवता अजे किते राह विच है। मानवता ने एक जिहड़ी मंजिल ते अपना जिथे सारियां लई इंसाफ होवे, सारियां लई इक्को जिहा व्यवहार होवे, जिथे कोई जात पात ना होवे, ऊच नीच ना होवे, कि मानवता दी आपां एक मंजिल वो मिलते हैं जिस तो मानवता अजे योजन कोहां दूर है। इसलिए जो साडे संकट ने बेशक को साडे समाजिक कारणा करके आउण, कदी राजियां करके आउंदे सी कि अपना हो राज प्रसारना पसारना चाहुंदे सी। बेशक को कुदरत दे जो दी तौर है, कुदरत दा जो रिदम है, ਉਹਦਾ एक हिस्सा बन के आउण, पर संकट तो कभी भी मानवता मुक्त नहीं हुंदी। तो साहित्य दी जो जरूरत है कि बेशक समा संकट दा होवे जां अमन शांति दा होवे, ਸਾਹਿਤ ਦੀ मैं समझदा कि जिवें साडे मन नूं, जिवें साडे तन नूं एक सवास की लोड़ है कि हर पल सानूं साह होना चाहिए। सो इस तरह ही साडे रूह ते मन लई ਸਾਹਿਤ भी एक साह दा काम करदा, सवास दा काम करदा। और ਸਾਹਿਤ सिर्फ ये नहीं हुंदा जो असीं किताबां 'च पढ़दे हां जां असीं रेडियो तो सुनते हैं या टैलीविजन ते ਸਾਹਿਤ ਤਾਂ जो साडियां मावां सानू जां साडे पिता साडे नाल गल्लां करदे, उन्हां विच भी बहुत ਸਾਹਿਤ हुंदा कि हरेक बुझारत एक ਸਾਹਿਤ है, हरेक लोक कहानी एक ਸਾਹਿਤ है। किन्ना ਸਾਹਿਤ असीं अपनी गलबात विच भी बोलते हैं। तो जां सानू कई बारी कहानी नाल कोई गल समझाई जाती है। तो मैं उत्थों शुरू करना चाहना कि मैं जो कहा कि ਸਾਹਿਤ साडे रूह ते मन लई सवासां दा काम करदा, साडी रूह नूं साह आउंदा, साडे मन नूं एक तृप्ति मिलदी, साडे मन नूं खुराक मिलदी। तो ਸਾਹਿਤ एक बंदे दियां बुनियादी जरूरतां जिवें शब्द जां जिवें भाषा, वो तो बिना बंदा ही नहीं रहिंदा। तो मैं इत्थों गल शुरू करना चाहना कि मैनू याद है कि मेरी जो मैं मैट्रिक च सी ते मैनू मेरी BGSC यानी मेरे माता जी ने एक कहानी सुनाई। मैं उन्होंने किते कहा कि भी मैं कल्ला की कर सकदा, ते उन्होंने मैनू एक बहुत सोहनी कहानी सुनाई, एक चिड़ी दी कहानी, कि एक चिड़ी किस तरह यानी एक चिड़ी ने की रोल प्ले किया। सो उस कहानी नूं मैं वड्डे हो के एक कविता दा रूप दिता, ते उत्थों मैं ये गल अपनी बात शुरू करनी कि की रोल। सो उस कहानी ने मेरी जिंदगी च बहुत बड़ा रोल अदा किया सी, और ਸਾਹਿਤ सी। और वो कहानी जिंदगी च मेरे बार बार काम आई। जदों मैं सोचा कि मैं कल्ला की कर सकदा, उदों ही वो कहानी मेरी माँ उस कहानी दे रूप च मेरे सन्मुख आ गई। तो बड़ी सादा जी कविता जी मैं उन्हें बदलिया सी कि जिस तरह हुण पंजाब दी, कि पंजाब कोल जां साडे कोल संकट सिर्फ कोरोना दा ही नहीं, कोरोना भी एक बहुत बड़ा संकट है, लेकिन बहुत सारे होर संकट ने साडे नौजवानों दे भविख दे जां साडे जो समाज है उहदे विच जो एक औरत प्रति पूरा आदर ना होना, जां
ਦੂਸਰੀਆਂ ਜਾਤਾਂ ਪ੍ਰਤੀ ਆਦਰ ਨਾ ਹੋਣਾ, ਜਾਂ ਸਾਡੇ ਸਮੁੱਚੇ ਵਿਵਹਾਰ 'ਚ ਇੱਕ ਸ਼ਾਲੀਨਤਾ ਨਾ ਹੋਣੀ, ਜਾਂ ਸਾਡੀ ਪੋਲਿਟਿਕਸ ਦਾ ਬਹੁਤ ਗੰਧਲਿਆ ਹੋਇਆ ਹੋਣਾ, ਸਾਡੀ ਜਾਣੀ ਸਿਆਸਤ ਇੱਕ ਇੱਦਾਂ ਦਾ ਰੂਪ ਬਣ ਕੇ ਰਹਿ ਜਾਵੇ ਕਿ ਜਿਹਦੇ ਵਿੱਚ ਸਿਆਸਤ ਇੱਕ ਵੋਟਾਂ ਲੈਣ ਦਾ ਸਾਧਨ, ਚੰਗਾ ਜਾਂ ਮਾੜਾ ਸਾਧਨ ਬਣ ਕੇ ਰਹਿ ਜਾਏ। ਸੋ ਇਹ ਬਹੁਤ ਸਾਰੇ ਸੰਕਟਾਂ 'ਚੋਂ ਅਸੀਂ ਲੰਘ ਰਹੇ, ਜਿਹਨੂੰ ਮੈਂ ਅਜੋਕੇ ਸੰਕਟ ਦੇ ਰੂਪ ਵਿੱਚ ਲੈਣਾ। ਤੇ ਉਸ ਪ੍ਰਸੰਗ ਵਿੱਚ ਹੀ ਉਹ ਮੈਂ ਤੁਹਾਨੂੰ ਉਹ ਕਵਿਤਾ ਛੋਟੀ ਜਿਹੀ ਸੁਣਾਉਣੀ ਹੈ ਕਿ ਉਹ ਸ਼ੁਰੂ ਹੁੰਦੀ ਹੈ ਕਿ ਰੁੱਖ ਨੂੰ ਜਦ ਅੱਗ ਲੱਗੀ ਕੁੱਲ ਪਰਿੰਦੇ ਉੜ ਗਏ, ਉੜਨਾ ਹੀ ਸੀ। ਕਿ ਜਦੋਂ ਕੋਈ ਮੁਸੀਬਤ ਆਉਂਦੀ ਆਪਾਂ ਸਾਰੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰੁੱਖ ਨੂੰ ਜਦ ਅੱਗ ਲੱਗੀ ਕੁੱਲ ਪਰਿੰਦੇ ਉੜ ਗਏ, ਉੜਨਾ ਹੀ ਸੀ, ਚਿੜੀ ਪਰ ਜਾਂਦੀ ਜਾਂਦੀ ਮੁੜ ਪਈ। ਰੁੱਖ ਨੂੰ ਜਦ ਅੱਗ ਲੱਗੀ ਕੁੱਲ ਪਰਿੰਦੇ ਉੜ ਗਏ, ਉੜਨਾ ਹੀ ਸੀ, ਇੱਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ। ਉਸਦੇ ਮਨ ਵਿੱਚ ਸੋਚ ਆਈ, ਰੁੱਖ ਕੀ ਸੋਚੂ ਵਿਚਾਰਾ। ਉਸਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ ਹੋਵਣ ਹਜ਼ਾਰਾਂ ਅੱਖੀਆਂ, ਉੜਦਿਆਂ ਪੰਖੇਰੂਆਂ ਨੂੰ ਤੱਕਦੀਆਂ। ਉਸਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ ਹੋਵਣ ਹਜ਼ਾਰਾਂ ਅੱਖੀਆਂ, ਉੜਦਿਆਂ ਪੰਖੇਰੂਆਂ ਨੂੰ ਤੱਕਦੀਆਂ। ਕੋਲ ਇੱਕ ਤਾਲਾਬ ਸੀ, ਉਸਦੇ ਜਲ ਚੋਂ ਭਰ ਕੇ ਚੁੰਝਾਂ ਉਹ ਚਿੜੀ ਪਲ ਰਹੇ ਰੁੱਖ ਉੱਤੇ ਤਰੌਂਕਣ ਲੱਗ ਪਈ। ਕੋਲੋਂ ਦੀ ਕੋਈ ਮੁਸਾਫਰ ਲੰਘਿਆ, ਦੇਖ ਕੇ ਦ੍ਰਿਸ਼ ਡਰ ਗਿਆ। ਕਹਿਣ ਲੱਗਾ, ਦੇਖ ਕੇ ਦ੍ਰਿਸ਼ ਡਰ ਗਿਆ ਕਿ ਸੜ ਹੀ ਨਾ ਜਾਵੇ ਕਿਤੇ ਝੱਲੀ ਚਿੜੀ। ਕਹਿਣ ਲੱਗਾ, ਭੋਲੀਏ ਚਿੜੀਏ ਤੂੰ ਸੋਚ, ਤੇਰੀਆਂ ਚੁੰਝ ਚੂੜੀਆਂ ਦੇ ਨਾਲ ਕੀ ਅੱਗ ਬਲਦੇ ਬਿਰਖ ਦੀ ਬੁੱਝ ਜਾਏਗੀ। ਜਾਣਦੀ ਹਾਂ ਮੁਸਾਫਰ, ਮੇਰੀਆਂ ਚੁੰਝ ਚੂੜੀਆਂ ਦੇ ਨਾਲ ਤਾਂ ਅੱਗ ਬਲਦੇ ਬਿਰਖ ਦੀ ਬੁਝਣੀ ਨਹੀਂ। ਫਿਰ ਵੀ ਪਰ ਸੋਚਦੀ ਹਾਂ, ਜਦੋਂ ਜੰਗਲ ਦਾ ਕਦੀ ਇਤਿਹਾਸ ਲਿਖਿਆ ਜਾਏਗਾ, ਨਾਮ ਮੇਰਾ ਅੱਗ ਬੁਝਾਉਣ ਵਾਲਿਆਂ ਵਿੱਚ ਆਏਗਾ। ਤੇ ਇਹਨਾਂ ਰੁੱਖਾਂ ਦੇ ਵਾਰਿਸ ਕਹਿਣਗੇ, ਸਾਨੂੰ ਜਦ ਲੱਗਦੀ ਹੈ ਅੱਗ, ਕੁੱਲ ਪਰਿੰਦੇ ਤਰਬ ਕੇ ਉੜਦੇ ਹੀ ਨੇ, ਪਰ ਕਈ ਮੁੜਦੇ ਵੀ ਨੇ। ਗੱਲ ਸੁਣ ਕੇ ਚਿੜੀ ਦੀ ਰਾਹਗੀਰ ਵੀ ਲੱਗ ਪਿਆ ਉਸ ਰੁੱਖ ਉੱਤੇ ਪਾਣੀ ਝੱਟਣ। ਹੋਰ ਤੇ ਇੱਕ ਹੋਰ ਰਾਹੀ ਆ ਗਿਆ, ਤੇ ਪਰਿੰਦੇ ਵੀ ਹਜ਼ਾਰਾਂ ਪਰਤ ਆਏ, ਚੁੰਝਾਂ ਦੇ ਵਿੱਚ ਨੀਰ ਭਰ ਕੇ। ਆਖਦੇ ਨੇ ਬੁਝ ਗਈ ਸੀ ਅੱਗ ਬਲਦੇ ਬਿਰਖ ਦੀ, ਬੁਝ ਗਈ ਸੀ ਅੱਗ ਬਲਦੇ ਬਿਰਖ ਦੀ। ਤੇ ਕਿਸੇ ਅਗਲੀ ਬਹਾਰ ਰੁੱਖ ਦੇ ਝੁਲਸੇ ਤਨੇ ਚੋਂ ਉਗ ਆਏ ਸੀ ਹਰੇ ਪੱਤੇ ਮਹੀਨ। ਤੇ ਕਿਸੇ ਅਗਲੀ ਬਹਾਰ ਰੁੱਖ ਦੇ ਝੁਲਸੇ ਤਨੇ ਚੋਂ ਉਗ ਆਏ ਸੀ ਹਰੇ ਪੱਤੇ ਮਹੀਨ। ਜਿਸ ਤਰ੍ਹਾਂ ਕਿ ਕਿਸੇ ਕਾਲੇ ਸਫੇ ਉੱਤੇ ਹਰੇ ਹਰੇ ਹੋਣ ਅੱਖਰ, ਜਿਸ ਤਰ੍ਹਾਂ ਕਿ ਕਿਸੇ ਕਾਲੇ ਸਫੇ ਉੱਤੇ ਹਰੇ ਹਰੇ ਹੋਣ ਅੱਖਰ। ਰੁੱਖ ਉਹ ਇੱਕ ਆਸ ਤੇ ਵਿਸ਼ਵਾਸ ਤੇ ਧਰਵਾਸ ਦੀ ਨਜ਼ਮ ਵਰਗਾ ਹੋ ਗਿਆ ਸੀ। ਮੇਰੀ ਮਾਂ ਨੇ ਇਹ ਸੁਣਾਈ ਸੀ ਕਹਾਣੀ ਤੇ ਕਿਹਾ ਸੀ, ਇਹ ਕਦੀ ਨਾ ਸੋਚੀ ਕਿ ਲਿੱਸਾ ਹੈ ਤੂੰ, ਇਹ ਕਦੀ ਨਾ ਸੋਚੀ ਕਿ ਕੱਲਾ ਹੈ ਤੂੰ। ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ, ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ, ਪਰ ਮੁੜ ਪਵੀਂ ਚੁੰਝ ਦੇ ਵਿੱਚ ਨੀਰ ਭਰ ਕੇ ਉਸ ਚਿੜੀ ਨੂੰ ਯਾਦ ਕਰ। ਸੋ ਮੈਂ ਸਮਝਦਾ ਕਿ ਉਹ ਇੱਕ ਛੋਟਾ ਜਿਹਾ ਸਾਹਿਤ ਇਸ ਤਰ੍ਹਾਂ ਹੀ ਸੀ, ਜਿਹੜੀ ਮਾਂ ਨੇ ਮੈਨੂੰ ਬਹੁਤ ਛੋਟੀ ਜਿਹੀ ਕਹਾਣੀ ਦੇ ਰੂਪ 'ਚ ਸੁਣਾਈ, ਪਰ ਜਿਹੜੀ ਕਿ ਜ਼ਿੰਦਗੀ ਭਰ ਮੇਰੇ ਕੰਮ ਆਈ। ਔਰ ਮੈਂ ਮਹਿਸੂਸ ਕੀਤਾ ਕਿ ਕਈ ਵਾਰ ਤੁਸੀਂ ਉਹ ਪੂਰਾ ਉਹ ਅੱਗ ਚਿੜੀ ਨੇ ਨਹੀਂ ਬੁਝਾਈ, ਚਿੜੀ ਨੇ ਤਾਂ ਸ਼ਾਇਦ ਉਹਦੀ ਕੋਈ ਉਹਦਾ ਜਿਹੜਾ ਤੁਪਕਾ ਹੋਊਗਾ ਰੁੱਖ ਤੱਕ ਪਹੁੰਚਿਆ ਵੀ ਨਾ ਹੋਵੇ, ਲੇਕਿਨ ਉਹਦੇ ਜੋ ਉਹਨੇ ਪਹਿਲ ਕੀਤੀ, ਜੋ ਉਹਨੇ ਇਨੀਸ਼ੀਏਟਿਵ ਲਿਆ, ਉਸਨੇ ਉਹ ਅੱਗ ਬੁਝਾਈ। ਸੋ ਕਈ ਵਾਰੀ ਅਸੀਂ ਸਮਾਜ ਵਿੱਚ ਬਹੁਤ, ਬੇਸ਼ੱਕ ਕੋਈ ਝੂਠ ਬੋਲਿਆ ਜਾ ਰਿਹਾ ਹੋਵੇ, ਬੇਸ਼ੱਕ ਕੋਈ ਕਹਿਰ ਹੋ ਰਿਹਾ ਹੋਵੇ, ਬੇਸ਼ੱਕ ਕੋਈ ਜ਼ਿਆਦਤੀ ਹੋ ਰਹੀ ਹੋਵੇ, ਜਦੋਂ ਅਸੀਂ ਆਪਣੇ ਇੱਕ ਛੋਟੇ ਜਿਹੇ ਬੋਲ ਨਾਲ ਆਪਣੀ ਆਵਾਜ਼ ਉਠਾ ਦਿੰਦੇ ਹਾਂ, ਤਾਂ ਉਸ ਆਵਾਜ਼ ਦਾ ਬਹੁਤ ਅਸਰ ਹੁੰਦਾ ਔਰ ਇੱਕ ਸਮਝ ਲਓ ਕਿ ਤੋਰ ਚੱਲ ਪੈਂਦੀ ਆ, ਔਰ ਉਹ ਸਾਡੇ ਸਮਾਜ ਨੂੰ ਬਦਲਣ ਦੇ ਵਿੱਚ ਸਹਾਈ ਹੁੰਦੀ ਆ। ਸੋ ਇਸ ਵੇਲੇ ਸਾਡੇ ਸਮਾਜ ਨੂੰ ਬਹੁਤ ਸਾਰੀ ਜਿਹੜੀ ਜ਼ਰੂਰਤ ਹੈ ਉਹ ਇੱਕ ਕਈ ਪੱਖਾਂ 'ਚ ਪਹਿਲ ਕਰਨ ਦੀ ਆ। ਔਰ ਮੈਂ ਸਮਝਦਾ ਹੁੰਦਾ ਕਿ ਜਿਹੜੇ
ਨੌਜਵਾਨ ਨੇ, ਜਿਹੜੇ ਸਾਡੇ ਬੱਚੇ ਨੇ, ਕਿ ਉਹਨਾਂ ਵਿੱਚ ਇੱਕ ਬਹੁਤ ਜ਼ਿਆਦਾ ਸਮਰੱਥਾ, ਇੱਕ ਬਹੁਤ ਜ਼ਿਆਦਾ ਗ੍ਰਹਿਣ ਕਰਨ ਦੀ ਸ਼ਕਤੀ ਹੁੰਦੀ ਆ। ਔਰ ਉਹੀ ਅਸਲ 'ਚ ਜਿਹੜਾ ਅਗਲੇ ਆਉਣ ਵਾਲਾ ਮਾਨਵਤਾ ਦਾ ਅਧਿਆਇ ਆ, ਜੋ ਨਵਾਂ ਚੈਪਟਰ ਸ਼ੁਰੂ ਹੋਣਾ, ਉਸ ਦੇ ਲਿਖਾਰੀ ਉਹਨਾਂ ਸਾਡੇ ਬੱਚਿਆਂ ਨੇ, ਉਹਨਾਂ ਨੌਜਵਾਨਾਂ ਨਹੀਂ ਹੋਣਾ। ਔਰ ਸਾਡਾ ਰੋਲ ਇੰਨਾ ਕੀ ਹੈ ਕਿ ਕਿਸੇ ਵੀ ਜਿਹੜਾ ਪੁਰਖਾ ਜਾਂ ਐਨਸੈਸਟਰ, ਉਹਦਾ ਰੋਲ ਇਹ ਹੁੰਦਾ ਕਿ ਉਹ ਕਿੰਨਾ ਕੁ ਚੰਗਾ ਐਨਸੈਸਟਰ ਬਣ ਸਕਦਾ, ਕਿ ਉਹਦੇ ਕੋਲ ਜੋ ਹੈ ਉਹ ਕਿਸ ਤਰ੍ਹਾਂ ਉਹ ਆਪਣੇ ਲੋਕਾਂ ਨੂੰ ਦੇ ਕੇ ਜਾ ਸਕਦਾ। ਔਰ ਕੁਛ ਦੇ ਕੇ ਜਾਣ ਦਾ ਜੋ ਸਭ ਤੋਂ ਵਧੀਆ ਤਰੀਕਾ, ਕਿ ਜੇ ਸਾਡੇ ਕੋਲ ਅੱਜ ਅਸੀਂ ਪੜ੍ਹ ਸਕਦੇ ਹਾਂ ਕਿ ਰਿਗਵੇਦ ਵਿੱਚ ਕੀ ਲਿਖਿਆ, ਜਾਂ ਪੜ੍ਹ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ, ਤਾਂ ਉਹਦਾ ਕਾਰਨ ਇਹੀ ਹੈ ਕਿ ਉਹ ਇੱਕ ਭਾਸ਼ਾ 'ਚ ਲਿਖਿਆ ਹੋਇਆ ਇੱਕ ਇਲਾਹੀ ਕਿਸਮ ਦਾ ਸਾਹਿਤ ਹੈ। ਸੋ ਉਹ ਸਾਹਿਤ ਹਾਲੇ ਵੀ ਆਪਣਾ ਰੋਲ ਅਦਾ ਕਰ ਰਿਹਾ। ਔਰ ਮੈਂ ਸਮਝਦਾ ਕਿ ਜਿਹੜੀ ਕਿਸੇ ਦਾ ਇੱਕ ਵਾਕ ਹੈ ਬੜਾ ਖੂਬਸੂਰਤ, ਕਿ ਜੋ ਕਿਤਾਬਾਂ ਪੜ੍ਹਨ ਵਾਲਾ ਸ਼ਖਸ ਹੈ, ਜੋ ਸਾਹਿਤ ਪੜ੍ਹਨ ਵਾਲਾ ਸ਼ਖਸ ਹੈ, ਉਹ ਇੱਕ ਜਨਮ ਵਿੱਚ ਕਈ ਜਨਮ ਜੀ ਲੈਂਦਾ, ਕਿ ਉਹਦੇ ਕੋਲ ਸਿਰਫ ਆਪਣਾ ਅਨੁਭਵ ਨਹੀਂ ਰਹਿੰਦਾ, ਉਹਦੇ ਕੋਲ ਕਿੰਨਾ ਹੋਰ ਜਹਾਨ ਦਾ ਅਨੁਭਵ ਆ ਜਾਂਦਾ। ਜਰਾ ਇਸ ਗੱਲ ਨੂੰ ਇਮੈਜਿਨ ਕਰੋ, ਕਲਪਨਾ ਕਰੋ ਕਿ ਟੋਲਸਟੋਏ ਆਪਣਾ ਨਾਵਲ ਵਾਰ ਐਂਡ ਪੀਸ 26 ਵਾਰੀ ਲਿਖ ਰਿਹਾ, ਕਿ ਕਿੰਨੀ ਉਸ ਸ਼ਖਸੀਅਤ ਨੇ, ਕਿੰਨੀ ਉਸ ਹਸਤੀ ਨੇ ਉਸ ਨਾਵਲ 'ਚ ਕਿੰਨੀ ਜਾਨ ਪਾਈ ਹੋਏਗੀ, ਕਿ ਸ਼ਾਇਦ ਇੱਕ ਫਿਕਰਾ ਲਿਖਣ ਲਈ ਉਹਨੇ ਕਿੰਨੇ ਫਿਕਰੇ ਹੋਰ ਕੱਟੇ ਹੋਣ। ਸੋ ਉਹਦੀ ਇੰਨੇ ਸਾਲਾਂ ਦੀ ਮਿਹਨਤ, ਸੋ ਉਹ ਜੋ ਸਾਹਿਤ ਹੈ ਉਹ ਕਿੰਨੀ ਸਾਨੂੰ ਅਮੀਰੀ ਦੇ ਸਕਦਾ, ਕਿੰਨਾ ਸਾਨੂੰ ਹੌਸਲਾ, ਕਿੰਨਾ ਸਾਨੂੰ ਗਿਆਨ, ਕਿੰਨਾ ਸਾਨੂੰ ਅਨੁਭਵ ਦੇ ਸਕਦਾ, ਅਸੀਂ ਇਹਦੀ ਕਲਪਨਾ ਕਰ ਸਕਦੇ ਹਾਂ। ਕਿ ਕਿਉਂਕਿ ਜੋ ਉਹਨਾਂ ਦਾ ਜੋ ਉਹਨੇ ਆਪਣੇ ਜਨਮ 'ਚ ਸਿੱਖਿਆ ਸੀ, ਇੱਕ ਤਰ੍ਹਾਂ ਉਹ ਆਪਣੇ ਸਾਹਿਤ ਵਿੱਚ ਉਸਨੇ ਉਹਨੂੰ ਪਾ ਦਿੱਤਾ, ਸਾਹਿਤ 'ਚ ਸਮੋ ਦਿੱਤਾ। ਔਰ ਸਾਡੇ ਕੋਲ ਉਹ ਜਦੋਂ ਪਹੁੰਚਦਾ ਤੇ ਉਹ ਸਾਡੇ ਵਜੂਦ ਦੇ ਵਿੱਚ ਸ਼ਾਮਲ ਹੋ ਜਾਂਦਾ। ਸੋ ਇੱਕ ਸਾਹਿਤ ਦਾ ਮਾਨਵਤਾ ਨੂੰ ਬਣਾਉਣ 'ਚ ਜਾਂ ਮਾਨਵ ਨੂੰ ਬਣਾਉਣ 'ਚ ਜੋ ਇੱਕ ਬਹੁਤ ਵੱਡਾ ਯੋਗਦਾਨ ਹੈ, ਉਹਦੀ ਇਹ ਇੱਕ ਮਿਸਾਲ ਹੈ ਕਿ ਪੜ੍ਹਨ ਵਾਲਾ ਬੰਦਾ ਇੱਕ ਜਨਮ ਵਿੱਚ ਕਈ ਜਨਮ ਜੀ ਲੈਂਦਾ, ਜਾਂ ਸਾਹਿਤ ਪੜ੍ਹਨ ਵਾਲਾ ਬੰਦਾ ਕਈ ਜਨਮ ਜੀ ਲੈਂਦਾ, ਉਹਦੇ ਕੋਲ ਕਈ ਜਨਮਾਂ ਦਾ ਅਨੁਭਵ ਹੈ ਜੋ ਇਕੱਤਰ ਹੋ ਜਾਂਦਾ। ਔਰ ਦੂਸਰੀ ਜੋ ਗੱਲ ਮੈਂ ਸਮਝਦਾ ਕਿ ਸਾਹਿਤ ਬਾਰੇ ਮੈਂ ਕਹਿ ਸਕਦਾ ਕਿ ਸਾਹਿਤ ਨੂੰ ਅਸੀਂ ਇੱਦਾਂ ਮੰਨਦੇ ਹਾਂ ਕਿ ਕਈ ਵਾਰੀ ਕਹਿੰਦੇ ਕਿ ਸਾਹਿਤ ਵਿੱਚ ਮਾਨਵਤਾ ਦੀ ਸਭ ਤੋਂ ਗਹਿਰੀ ਆਵਾਜ਼ ਹੈ, ਕਿ ਅਸੀਂ ਦਿਨ ਭਰ ਮਿਲਦੇ ਹਾਂ, ਬਹੁਤ ਗੱਲਾਂ ਕਰਦੇ ਹਾਂ, ਸਾਨੂੰ ਕੋਈ ਪੁੱਛਦਾ ਕਿ ਕੀ ਹਾਲ ਚਾਲ ਹੈ, ਅਸੀਂ ਕਹਿੰਦੇ ਠੀਕ ਹੈ, ਬੇਸ਼ੱਕ ਠੀਕ ਨਾ ਹੀ ਹੋਵੇ, ਪਰ ਅਸੀਂ ਕਿਸੇ ਬੰਦੇ ਕੋਲ ਆਪਣਾ ਅਸਲੀ ਹਾਲ ਜ਼ਾਹਰ ਕਰਦੇ ਹਾਂ। ਪਰ ਮੈਂ ਸਮਝਦਾ ਕਿ ਸ਼ਾਇਦ ਸਾਹਿਤਕਾਰ ਜਾਂ ਕਵੀ, ਉਹਦੇ ਕੋਲ ਵੀ ਸ਼ਾਇਦ ਆਪਣਾ ਸਾਰਾ ਰਾਜ਼ ਨਾ ਖੋਲਦਾ ਹੋਵੇ, ਜਿੰਨਾ ਰਾਜ਼ ਉਹ ਆਪਣੇ ਸਾਹਿਤ ਕੋਲ ਜਾਂ ਆਪਣੀ ਕਵਿਤਾ ਕੋਲ ਜਾਂ ਆਪਣੀ ਕਹਾਣੀ ਕੋਲ ਖੋਲ ਦਿੰਦਾ। ਸੋ ਸਾਹਿਤ ਕੋਲ ਮਾਨਵਤਾ ਦੇ ਸਭ ਤੋਂ ਗਹਿਰੇ ਰਾਜ਼ ਛੁਪੇ ਹੋਏ ਆ। ਸਾਹਿਤ ਮਾਨਵਤਾ ਦੀ ਸਭ ਤੋਂ ਗਹਿਰੀ ਆਵਾਜ਼ ਹੈ। ਜੇ ਤੁਸੀਂ ਮਾਨਵਤਾ ਨੂੰ ਜਾਣਨਾ ਹੋਵੇ ਕਿ ਮਾਨਵਤਾ ਕੀ ਹੈ, ਮਾਨਵਤਾ ਦੇ ਭਾਵ ਕੀ ਆ ਜਾਂ ਲੋਕ ਕੀ ਆ, ਤਾਂ ਅਸੀਂ ਸਾਹਿਤ ਪੜ੍ਹਦੇ ਹਾਂ। ਹੁਣ ਅਸੀਂ ਵਾਰਿਸ ਸ਼ਾਹ ਨੂੰ ਪੜ੍ਹ ਲਈਏ ਤਾਂ ਸਾਨੂੰ ਉਸ ਜਿਹੜੀ 18ਵੀਂ ਸਦੀ ਸੀ ਉਹਦੇ ਪੰਜਾਬੀ ਕਿੱਦਾਂ ਰਹਿੰਦੇ ਸੀ, ਉੱਥੇ ਔਰਤਾਂ ਕਿਵੇਂ ਸੋਚਦੀਆਂ ਸੀ, ਉੱਥੇ ਦੇ ਮਸਜਿਦਾਂ ਦੇ ਮੁੱਲਾਂ ਕਿਵੇਂ ਸੋਚਦੇ ਸੀ, ਉਦੋਂ ਦਾ ਰਾਜਾ ਕਿਵੇਂ ਸੋਚਦਾ ਸੀ। ਸੋ ਇੱਕ ਪੂਰਾ ਸਮੁੱਚੀ ਜੋ ਉਸ ਦੀ ਆਤਮਾ ਜਾਂ ਉਹਦੀ ਫਲੇਵਰ ਉਸ ਕਸ਼ੀਦ ਕੀਤੀ ਹੋਈ, ਉਹ ਅਸੀਂ ਉਸ ਵਾਰਿਸ ਸ਼ਾਹ ਦੇ ਵਿੱਚੋਂ ਸਮਝ ਸਕਦੇ ਹਾਂ। ਸੋ ਇਹ ਤਾਂ ਹੈ ਜੋ ਉਹਦਾ ਗਿਆਨ ਦਾ ਹਿੱਸਾ। ਤੋਂ ਪਹਿਲਾਂ ਮੈਂ ਕਿਹਾ ਸੀ ਕਿ ਜਿੱਦਾਂ ਸਿਰਫ ਗਿਆਨ ਹੀ ਨਹੀਂ, ਉਹ ਸਾਨੂੰ ਪ੍ਰੇਰਣਾ ਤੇ ਹੌਸਲਾ ਵੀ ਕਿੰਨਾ ਦਿੰਦਾ। ਦੂਜੀ ਗੱਲ ਇਹ ਹੈ ਕਿ ਇੱਕ ਉਹ ਵੀ ਕਿਸੇ ਦੀ ਕਵਿਤਾ ਦੀ ਲਾਈਨ ਸੀ ਕਿ ਕਵੀ ਕਹਿੰਦਾ ਕਿ ਮੈਂ ਜੁਲਾਹਾ ਹਾਂ ਤੇ ਮੈਂ ਬੁਣਦਾ ਵਤਨ ਦੀ ਆਤਮਾ ਜੋ ਤੜਪ ਉੱਠਦੀ ਹੈ ਪਰਾਈ ਪੀੜ ਤੇ।
ਉਹ ਕਹਿੰਦਾ ਕਿ ਮੈਂ ਵੀ ਜੁਲਾਹਾ ਹੀ ਹਾਂ। ਇੱਕ ਸ਼ਾਇਰ ਦੇ ਤੌਰ ਤੇ ਉਹ ਕਹਿ ਰਿਹਾ ਕਿ ਮੈਂ ਜੁਲਾਹਾ ਜਿਹੜਾ ਆਪਣੇ ਦੇਸ਼ ਦੀ ਆਤਮਾ ਬਣ ਰਿਹਾ, ਆਤਮਾ ਜਿਹੜੀ ਕਿ ਪਰਾਈ ਪੀੜ ਤੇ ਤੜਪ ਉੱਠਦੀ ਹੈ। ਸੋ ਜਿਹੜੀ ਗੱਲ ਰਾਜ ਕੁਮਾਰ ਜੀ ਨੇ ਕਹੀ ਸੀ ਕਿ ਸਾਹਿਤ ਸਾਨੂੰ ਜੋੜਦਾ, ਤਾਂ ਸਾਹਿਤ ਸਾਨੂੰ ਇਸ ਤਰ੍ਹਾਂ ਵੀ ਜੋੜਦਾ ਕਿ ਅਸੀਂ ਦੂਜੇ ਦਾ ਦੁੱਖ, ਦੂਜੇ ਦੀ ਪੀੜ ਮਹਿਸੂਸ ਕਰ ਸਕਦੇ ਹਾਂ, ਔਰ ਉਸ ਪੀੜ ਨੂੰ ਮਹਿਸੂਸ ਕਰਕੇ ਸਾਡਾ ਮਨ ਕਿੰਨਾ ਨਾਲੋਂ ਵਿਸ਼ਾਲ ਹੋ ਜਾਊਗਾ, ਔਰ ਅਸੀਂ ਕਿਹੋ ਜਿਹੇ ਇਨਸਾਨ ਬਣਾਂਗੇ। ਸੋ ਇੱਕ ਤਰ੍ਹਾਂ ਜੋ ਜਿਵੇਂ ਹੁਣ ਅਜੋਕਾ ਸੰਕਟ ਕਾਲ 'ਚ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਸਾਹਮਣੇ ਇੱਕ ਖੌਫ ਹੈ, ਸਾਡੇ ਸਾਹਮਣੇ ਮਾਤਮ ਹੈ, ਸਾਡੇ ਮਨ 'ਚ ਸੰਦੇਹ ਆ, ਔਰ ਇੱਕ ਸਮਝੋ ਕਿ ਇਸ ਵੇਲੇ ਇੱਕ ਬਹੁਤ ਵੱਡੀ ਜ਼ਰੂਰਤ ਮਾਨਸਿਕ ਤੌਰ ਤੇ ਸਾਹਸੀ ਹੋਣ ਦੀ, ਜਾਂ ਮਾਨਸਿਕ ਤੌਰ ਤੇ ਦੂਜੇ ਦਾ ਦੁੱਖ ਵੰਡਾਉਣ ਦੇ ਯੋਗ ਹੋਣ ਦੀ ਇੱਕ ਬਹੁਤ ਵੱਡੀ ਜ਼ਰੂਰਤ ਹੈ। ਦੂਜੀ ਜ਼ਰੂਰਤ ਇਹ ਹੈ ਜਿਸ 'ਚ ਸਾਇੰਟਿਸਟ ਲੱਗੇ ਹੋਇਆ ਕਿ ਕੋਈ ਐਸੀ ਮੈਡੀਸਿਨ ਲੱਭੀ ਜਾਵੇ, ਕੋਈ ਐਸਾ ਇਲਾਜ ਲੱਭਿਆ ਜਾਵੇ, ਉਹ ਸਾਇੰਸਦਾਨ ਆਪਣੀ ਜਗ੍ਹਾ ਲੱਗੇ ਹੋਏ ਆ। ਔਰ ਇਸ ਤਰ੍ਹਾਂ ਹੀ ਆਪਾਂ ਕਹਿੰਦੇ ਕਿ ਜਿਵੇਂ ਹਸਪਤਾਲ ਹੈ ਜਾਂ ਸਰਕਾਰਾਂ ਦੇ ਜੋ ਫਰਜ਼ ਨੇ, ਸਰਕਾਰਾਂ ਆਪਣੇ ਫਰਜ਼ਾਂ 'ਚ ਲੱਗੀਆਂ ਹੋਈਆਂ। ਸੋ ਇਸ ਸਮੇਂ ਵਿੱਚ ਜੋ ਇੱਕ ਸਾਹਿਤਕਾਰ ਆ ਉਹ ਕਿਸ ਤਰ੍ਹਾਂ ਆਪਣੇ ਲੋਕਾਂ ਦੀ ਮਦਦ ਕਰ ਸਕਦਾ, ਕਿਸ ਤਰ੍ਹਾਂ ਉਹਨਾਂ ਦੇ ਦੁੱਖ 'ਚ ਜਾਂ ਪੀੜ 'ਚ ਸਹਾਈ ਹੋ ਸਕਦਾ। ਬੇਸ਼ੱਕ ਕਈ ਵਾਰੀ ਆਪਣਾ ਰੋਲ ਬੜਾ ਨਿੱਕਾ ਲੱਗਦਾ ਕਿ ਜਦੋਂ ਅਸੀਂ ਦੇਖਿਆ ਕਿ ਸੜਕਾਂ ਤੇ ਕਿੰਨੇ ਮਜ਼ਦੂਰ ਧੁੱਪ ਦੇ ਵਿੱਚ ਇੱਥੋਂ ਇਸ ਧਰਤੀ ਤੋਂ ਉੱਠ ਕੇ ਫਿਰ ਆਪਣੇ ਪਿੰਡਾਂ ਨੂੰ ਜਾ ਰਹੇ ਆ, ਔਰ ਉਹਨਾਂ ਦੇ ਦੁੱਖ ਵੰਡਾਉਣ ਦਾ ਕੀ ਤਰੀਕਾ ਸੀ। ਉਹਨਾਂ ਦੀ ਕੋਈ ਵਿਵਹਾਰਕ ਮਦਦ ਕਰ ਸਕਦੇ, ਉਹਨਾਂ ਨੂੰ ਕੋਈ ਰੋਟੀ ਪਾਣੀ ਦੇ ਸਕਦਾ, ਉਹਨਾਂ ਨੂੰ ਕਿਤੇ ਜਾਣ ਦੀ ਹੈਲਪ ਕਰ ਸਕਦਾ। ਤਾਂ ਉੱਥੇ ਸ਼ਾਇਦ ਜੋ ਜਿਹੜੀ ਕਵਿਤਾ ਇੱਦਾਂ ਹੀ ਸਹਾਈ ਹੋ ਸਕਦੀ ਸੀ ਕਿ ਅਸੀਂ ਇਸ ਤਰ੍ਹਾਂ ਦੀ ਪ੍ਰੇਰਨਾ ਦੇ ਸਕੀਏ ਜਾਂ ਉਹਨਾਂ ਦੇ ਦੁੱਖ ਨੂੰ ਬਿਆਨ ਕਰ ਸਕੀਏ। ਕਿ ਸਿਰਫ ਆਪਾਂ ਕਈ ਵਾਰੀ ਕਹਿੰਦੇ ਕਿ ਲੋਕਡਾਊਨ 'ਚ ਸਾਡਾ ਬੁਰਾ ਹਾਲ ਹੈ, ਲੋਕਡਾਊਨ 'ਚ ਅਸੀਂ ਸਾਡਾ ਬੜਾ ਦਮ ਘੁੱਟਦਾ। ਤੇ ਮੈਨੂੰ ਵੀ ਕਿਸੇ ਨੇ ਇਹ ਗੱਲ ਲਿਖੀ, ਮੈਨੂੰ ਕਹਿੰਦਾ ਕਿ ਮੇਰਾ ਬਹੁਤ ਦਮ ਘੁੱਟ ਰਿਹਾ, ਤੇ ਮੈਂ ਉਹਨੂੰ ਥੋੜਾ ਜਿਹਾ ਲਾਈਟ ਵੇਨ 'ਚ ਤੇ ਸੀਰੀਅਸਲੀ ਮੈਂ ਕਿਹਾ ਕਿ ਤੁਸੀਂ ਇੱਦਾਂ ਕਰੋ, ਆਪਣੇ ਘਰ 'ਚ ਨੈਲਸਨ ਮੰਡੇਲਾ ਦੀ ਇੱਕ ਤਸਵੀਰ ਲਾ ਲਓ ਕਿ ਨੈਲਸਨ ਮੰਡੇਲਾ ਜਿਹਨੇ ਕਿੰਨੇ ਸਾਲ ਇੱਕ ਇਕੱਲਤਾ ਦੀ ਜੇਲ੍ਹ ਭੋਗੀ ਸੀ ਮਾਨਵਤਾ ਦੀ ਖਾਤਰ, ਤਾਂ ਫਿਰ ਸਾਡਾ ਦੁੱਖ ਘੱਟ ਜਾਊਗਾ। ਔਰ ਸਾਹਿਤ ਸਾਨੂੰ ਆਪਣਾ ਦੁੱਖ ਘਟਾਉਣ ਦੀ ਵੀ ਮਦਦ ਦਿੰਦਾ। ਕਿਸੇ ਦਾ ਇੱਕ ਵਾਕ ਸੀ ਕਿ ਜੇ ਸਾਨੂੰ ਦੂਜਿਆਂ ਦੇ ਦੁੱਖਾਂ ਤੇ ਰੋਣਾ ਤੇ ਆਪਣੇ ਦੁੱਖਾਂ ਤੇ ਹੱਸਣਾ ਆ ਜਾਵੇ ਤਾਂ ਹੀ ਮਾਨਵਤਾ ਸ਼ਾਇਦ ਜੰਨਤ ਹੋ ਜਾਵੇ। ਕਿ ਹੁਣ ਅਸੀਂ ਇਹ ਹੈ ਕਿ ਹੁਣ ਅਸੀਂ ਆਪਣੇ ਦੁੱਖਾਂ ਤੇ ਰੋਂਦੇ ਹਾਂ ਔਰ ਦੂਜਿਆਂ ਦੇ ਦੁੱਖਾਂ ਬਾਰੇ ਅਸੀਂ ਸੰਵੇਦਨਸ਼ੀਲ ਨਹੀਂ ਹੁੰਦੇ। ਸੋ ਪਰ ਉਸ ਵਾਕ 'ਚ ਉਹਨੇ ਕਿਹਾ ਕਿ ਜੇ ਕਿਤੇ ਏਦਾਂ ਹੋਵੇ ਕਿ ਸਾਨੂੰ ਆਪਣੇ ਦੁੱਖਾਂ ਤੇ ਹੱਸਣਾ ਆ ਜਾਵੇ ਤੇ ਦੂਜਿਆਂ ਦੇ ਦੁੱਖਾਂ ਤੇ ਰੋਣਾ ਆ ਜਾਵੇ ਤਾਂ ਇਹ ਮਾਨਵਤਾ ਇੱਕ ਜੰਨਤ ਬਣ ਜਾਵੇ। ਔਰ ਉਹ ਕਿਸ ਤਰ੍ਹਾਂ ਆਊਗਾ, ਕਿ ਕਿਵੇਂ ਸਾਨੂੰ ਆਪਣੇ ਦੁੱਖਾਂ ਤੇ ਹੱਸਣਾ ਆਊਗਾ? ਉਹ ਤਾਂ ਹੀ ਆਊਗਾ ਜੇ ਅਸੀਂ ਆਪਣੇ ਤੋਂ ਵੱਧ ਦੁੱਖਾਂ ਵਾਲੇ ਲੋਕਾਂ ਨੂੰ ਜਾਣਦੇ ਹੋਵਾਂਗੇ। ਜੇ ਅਸੀਂ ਜਾਣਦੇ ਹੋਵਾਂਗੇ ਕਿ ਸਾਡੇ ਦੁੱਖ ਤਾਂ ਬਹੁਤ ਨਿੱਕੇ ਨੇ, ਮਹਾਨ ਲੋਕਾਂ ਦੀਆਂ ਕਿੰਨੀਆਂ ਕੁਰਬਾਨੀਆਂ ਸੀ, ਜਾਂ ਸਾਡੇ ਤੋਂ ਜੋ ਦੁਖੀ ਲੋਕ ਨੇ, ਨੀਵੇਂ ਲੋਕ ਨੇ, ਜੋ ਨਿਮਨ ਵਰਗ ਹੈ, ਕਿ ਉਹ ਸਾਡੇ ਤੋਂ ਕਿੰਨੇ ਗੁਣਾ ਜ਼ਿਆਦਾ ਦੁੱਖ ਭੋਗ ਰਹੇ ਆ, ਤਾਂ ਸਾਨੂੰ ਆਪਣੇ ਦੁੱਖ ਬਹੁਤ ਛੋਟੇ ਲੱਗਣ ਲੱਗ ਪੈਣਗੇ। ਔਰ ਸਾਹਿਤ ਸਾਨੂੰ ਆਪਣੇ ਦੁੱਖਾਂ ਨੂੰ ਛੋਟੇ ਲੱਗਣ ਵੀ ਲਾਉਂਦਾ, ਕਿ ਉਹ ਬਹੁਤ ਵਾਰੀ ਸਾਨੂੰ ਸਾਡੇ ਤੋਂ ਵੱਡੇ ਦੁੱਖਾਂ ਵਾਲੇ ਲੋਕਾਂ ਨਾਲ ਮਿਲਾਉਂਦਾ। ਬੇਸ਼ੱਕ ਉਹ ਇਤਿਹਾਸਕ ਨਾਵਲਾਂ ਦੇ ਰੂਪ 'ਚ ਹੋਵੇ ਜਾਂ ਉਹ ਸਮਾਜਿਕ ਨਾਵਲਾਂ ਦੇ ਰੂਪ 'ਚ ਹੋਵੇ, ਕਿ ਉਹ ਸਾਨੂੰ ਇੱਕ ਤਰ੍ਹਾਂ ਇਹੋ ਜਿਹੀ ਸ਼ਖਸੀਅਤ ਬਣਾਉਂਦਾ ਜਿਹੜੀ ਦੂਜਿਆਂ ਦੇ ਦੁੱਖ ਨੂੰ ਮਹਿਸੂਸ ਕਰ ਸਕੇ। ਤੋ ਅਸੀਂ ਜਦੋਂ ਵੀ ਸਾਡੀ ਇਕੱਲਤਾ ਨੂੰ ਤੋੜਦਾ, ਕਿ ਕਈ ਵਾਰ ਜੇ ਅਸੀਂ ਬਹੁਤ ਆਪਣੇ ਆਪ ਨੂੰ ਅਸੀਂ ਕਹਿੰਦੇ ਕਿ ਮੈਂ ਬਹੁਤ ਦੁਖੀ ਹਾਂ, ਪਰ ਜਦੋਂ ਸਾਨੂੰ ਕੋਈ ਜੇ ਉਹੋ ਜਿਹਾ ਆਪਣੇ ਵਰਗਾ ਬੰਦਾ ਜੇ ਸਾਨੂੰ ਆਪਣੀ ਗਲੀ ਗੁਆਂਢ ਨਾ ਮਿਲੇ, ਤਾਂ ਉਹ ਸ਼ਾਇਦ ਸਾਨੂੰ ਕਦੀ ਸਾਹਿਤ 'ਚ ਮਿਲ ਜਾਂਦਾ, ਸਾਨੂੰ ਕਿਸੇ ਕਹਾਣੀ 'ਚ ਮਿਲ ਜਾਂਦਾ। ਅਸੀਂ ਉਸ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਕੇ ਆਪਣੇ ਦੁੱਖ ਨੂੰ ਘਟਾ ਸਕਦੇ ਹਾਂ, ਜਾਂ ਆਪਣੇ ਦੁੱਖ ਨੂੰ ਥੋੜਾ ਜਿਹਾ ਛੋਟਾ ਮਹਿਸੂਸ ਕਰ ਸਕਦੇ ਹਾਂ।
ਸੋ ਸਾਹਿਤ ਸਾਡੇ ਲਈ ਉਸ ਵੇਲੇ ਵੀ ਸਾਡੇ ਆਪਣੇ ਦੁੱਖ ਘਟਾਉਣ ਦੇ ਕੰਮ ਆਉਂਦਾ, ਔਰ ਸਾਡੇ ਦਿਲਾਂ ਵਿੱਚ ਕਰੁਣਾ, ਦੂਜਿਆਂ ਲਈ ਦਇਆ ਪੈਦਾ ਕਰਨ ਦਾ ਵੀ ਇੱਕ ਕੰਮ ਕਰਦਾ, ਜਿਹੜੀ ਕਿ ਦਇਆ ਦੀ ਇਸ ਵੇਲੇ ਸਾਨੂੰ ਸਭ ਤੋਂ ਵੱਧ ਜ਼ਰੂਰਤ ਇੱਕ ਦਇਆ ਦੀ ਆ। ਦੂਜੀ ਗੱਲ ਹੈ ਕਿ ਸਾਹਿਤ ਸਾਨੂੰ ਸਮਾਜਿਕ ਤੌਰ ਤੇ, ਰਾਜਸੀ ਤੌਰ ਤੇ ਵੀ ਬਹੁਤ ਸੁਚੇਤ ਕਰਦਾ। ਸੋ ਕਈ ਵਾਰੀ ਅਸੀਂ ਇਹਦਾ ਮਹਿਸੂਸ ਕਰਦੇ ਹਾਂ ਕਿ ਜੋ ਦੁਨੀਆ ਦੀ ਪੋਲਿਟਿਕਸ ਆ, ਦੁਨੀਆ ਦੀ ਰਾਜਨੀਤੀ ਆ, ਉਹਦੇ ਵਿੱਚ ਜਾਣੀ ਸਾਨੂੰ ਬਹੁਤ ਵਾਰ ਇੱਦਾਂ ਦਾ ਅਹਿਸਾਸ ਹੁੰਦਾ ਕਿ ਸ਼ਾਇਦ ਜੋ ਰਾਜਨੀਤਿਕ ਨੇਤਾ ਨੇ ਉਹ ਆਪਣੀ ਗੱਦੀ ਬਚਾਉਣ ਲਈ ਜਾਂ ਆਪਣਾ ਰਾਜ ਕਾਇਮ ਰੱਖਣ ਲਈ ਕਈ ਵਾਰ ਇਹੋ ਜਿਹੇ ਕੰਮ ਕਰਦੇ ਆ ਜਿਹੜੇ ਕਿ ਮਾਨਵਤਾ ਲਈ ਉੱਚੇ ਸੁੱਚੇ ਨਹੀਂ ਹੁੰਦੇ, ਮਾਨਵਤਾ ਦੇ ਭਲੇ ਲਈ ਨਹੀਂ ਹੁੰਦੇ, ਸਿਰਫ ਉਹ ਉਹਨਾਂ ਲਈ ਇੱਕ ਰਾਜ ਕਰਨ ਦਾ ਜਾਂ ਹੋਰ ਵੋਟਾਂ ਲੈਣ ਦਾ ਇੱਕ ਸਾਧਨ ਬਣ ਜਾਂਦੇ ਆ। ਸੋ ਸਾਹਿਤ ਸਾਨੂੰ ਇਸ ਤਰ੍ਹਾਂ ਦੀ ਚੇਤਨਾ ਵੀ, ਸਮਾਜਿਕ ਚੇਤਨਾ ਵੀ ਦਿੰਦਾ ਕਿ ਅਸੀਂ ਆਪਣੀ ਸਮਾਜ ਦੀ ਬਣਤਰ ਨੂੰ ਸਮਝ ਸਕੀਏ। ਸੋ ਮੈਂ ਜਦੋਂ ਇਸ ਸੰਕਟ ਚੋਂ ਲੰਘਦਿਆਂ ਮੇਰੇ ਮਨ 'ਚ ਇਹ ਵੀ ਆਇਆ ਕਿ ਮਾਨਵਤਾ ਇਸ ਵੇਲੇ ਇਸ ਸੰਕਟ ਚੋਂ ਲੰਘ ਰਹੀ ਆ। ਬੇਸ਼ੱਕ ਇਹ ਸੰਕਟ ਸਾਨੂੰ ਬਹੁਤ ਦੁੱਖ ਦੇ ਰਿਹਾ, ਪਰ ਸ਼ਾਇਦ ਇਹ ਸੰਕਟ ਸਾਨੂੰ ਬਹੁਤ ਸਾਰੇ ਸਬਕ ਵੀ ਸਿਖਾ ਕੇ ਜਾਵੇ, ਕਿ ਸਾਨੂੰ ਇਹ ਸੰਥਾ ਵੀ ਦੇ ਕੇ ਜਾਵੇ। ਸੋ ਮੈਂ ਇੱਕ ਕਵਿਤਾ 'ਚ ਕਿਹਾ ਸੀ, ਮੈਂ ਕਿਹਾ ਕਿ ਕੁਦਰਤ ਨੇ ਰੋਕ ਲਏ, ਕੁਦਰਤ ਨੇ ਜਾਨ ਬਿਮਾਨ ਕਰੋੜਾਂ, ਰੋਕ ਲਏ ਕੁਦਰਤ ਨੇ ਅਰਬਾਂ ਖਰਬਾਂ ਪਈਏ। ਤੇ ਕੁਦਰਤ ਨੇ ਬੰਦੇ ਦੇ ਅਰਬਾਂ ਖਰਬਾਂ ਜਿਹੜੇ ਵੀਲ ਚੱਲ ਰਹੇ ਸੀ, ਕਾਰਾਂ ਟਰੱਕ, ਉਹ ਇੱਕ ਪਲ 'ਚ ਰੋਕ ਲਏ, ਤੇ ਉਹਨਾਂ ਦੇ ਕਿੰਨੇ ਉਹਨੇ ਹਵਾਈ ਜਹਾਜ਼ ਹੈਲੀਕਾਪਟਰ ਪਲਾਂ ਵਿੱਚ ਰੋਕ ਲਏ ਕੁਦਰਤ ਨੇ ਜਾਨ ਬਿਮਾਨ ਕਰੋੜਾਂ, ਰੋਕ ਲਏ ਕੁਦਰਤ ਨੇ ਅਰਬਾਂ ਖਰਬਾਂ ਪਈਏ। ਆਖਣ ਲੱਗੀ ਹੁਣ ਮੇਰੇ ਅਸਮਾਨ 'ਚ ਕੇਵਲ ਉਡਣਗੇ ਪੰਛੀ ਮੇਰੇ, ਮੇਰੀਆਂ ਚਿੜੀਆਂ, ਮੇਰੀਆਂ ਘੁੱਗੀਆਂ ਅਤੇ ਗਿਟਾਰਾਂ, ਮੇਰੇ ਮੋਰ ਚਕੋਰ ਮਮੋਲੇ ਚੱਕੀ ਰਾਹੇ, ਮੇਰੀਆਂ ਕੂੰਜਾਂ, ਮੇਰੀਆਂ ਕੋਇਲਾਂ, ਹੁਣ ਮੇਰੇ ਅਸਮਾਨ ਤੇ ਕੇਵਲ ਉਡਣਗੇ ਪੰਛੀ ਮੇਰੇ। ਪਰ ਫਿਰ ਅਗਲਾ ਉਹਦਾ ਵਾਕ ਹੈ ਕਿ ਕੁਦਰਤ ਕਹਿੰਦੀ ਹੈ ਕਿ ਸੱਚ ਦੱਸਾਂ ਮੈਂ, ਉਂਝ ਮੈਨੂੰ ਮਾੜੇ ਨਹੀਂ ਲੱਗਦੇ ਤੇਰੇ ਜਾਨ ਬਿਮਾਨ ਵੀ ਉੱਡਦੇ, ਤੇਰੇ ਅੱਲੋਕਾਰ ਅਚੰਬੇ, ਤੇਰੀਆਂ ਕਾਢਾਂ ਤੇ ਤਕਨੀਕਾਂ, ਕਿਹੜੀ ਮਾਂ ਨੂੰ ਮਾੜੇ ਲੱਗਦੇ ਖੇਡਦੇ ਆਪਣੇ ਧੀਆਂ ਪੁੱਤਰ ਤੇ ਉਹਨਾਂ ਦੀਆਂ ਬਾਜ਼ੀਆਂ ਤੇ ਖਿਡੌਣੇ। ਪਰ ਤੂੰ ਮੇਰਾ ਪੁੱਤ ਨਿਰਮੋਇਆ, ਤੂੰ ਇਸ ਖੇਡ ਨੂੰ ਖੇਡ ਨਾ ਰੱਖਿਆ, ਤੂੰ ਇਸ ਨੂੰ ਹਉਮੈ ਹਿੰਸਾ ਹਵਸ ਦੀ ਜੰਗ ਬਣਾਇਆ। ਤਾਂ ਹੀ ਰੋਕ ਲਏ ਮੈਂ ਤੇਰੇ ਅਰਬਾਂ ਖਰਬਾਂ ਪਈਏ, ਤੇਰੇ ਜਾਨ ਬਿਮਾਨ ਕਰੋੜਾਂ। ਤੂੰ ਰੁਕਿਆ ਤਾਂ ਦੇਖ ਕਿਵੇਂ ਹੁਣ ਨੀਲਾ ਕੱਚ ਅਸਮਾਨ ਹੋ ਗਿਆ, ਧਰਤੀ ਨੂੰ ਵੀ ਸਾਹ ਲੈਣਾ ਆਸਾਨ ਹੋ ਗਿਆ। ਔਰ ਦੇਖ ਕਿਵੇਂ ਹੁਣ ਨਿਰਮਲ ਹੋਇਆ ਪਾਣੀ, ਦੇਖ ਕਿਵੇਂ ਹੁਣ ਹੌਲੀਆਂ ਫੁੱਲ ਹੋ ਵਗੀਆਂ ਪੌਣਾ, ਔਰ ਦੇਖ ਕਿਵੇਂ ਹੁਣ ਸ਼ੀਸ਼ੇ ਵਾਂਗੂ ਨਿਰਮਲ ਹੋਇਆ ਪਾਣੀ। ਇਸੇ ਖਾਤਰ ਰੋਕੇ ਨੇ ਮੈਂ ਤੇਰੇ ਜਾਨ ਬਿਮਾਨ ਕਰੋੜਾਂ, ਤੇਰੇ ਅਰਬਾਂ ਖਰਬਾਂ ਪਈਏ, ਤਾਂ ਜੋ ਇਸ ਨਿਰਮਲ ਪਾਣੀ ਵਿੱਚ ਦੇਖ ਸਕੇ ਤੂੰ ਆਪਣਾ ਚਿਹਰਾ, ਸਿਰਫ ਦੇਖੇ ਨਾ ਆਪਣੀ ਰੂਹ ਦੇ ਦਾਗ ਵੀ ਧੋਵੇਂ। ਇਸੇ ਲਈ ਮੈਂ ਰੋਕ ਲਏ ਨੇ ਅਰਬਾਂ ਖਰਬਾਂ ਪਈਏ, ਤੇਰੇ ਜਾਨ ਬਿਮਾਨ ਕਰੋੜਾਂ। ਕਿ ਇੱਕ ਸਬਕ ਵੀ ਇਸ ਸਾਰੇ ਵਿੱਚ ਮਾਨਵਤਾ ਸਿੱਖੂਗੀ ਕਿ ਸ਼ਾਇਦ ਸਾਨੂੰ ਕੋਈ ਜੀਣ ਦਾ ਢੰਗ ਜਾਂ ਵਿਕਾਸ ਦਾ ਸਾਡੇ ਸਾਹਮਣੇ ਕੋਈ ਹੋਰ ਮਾਡਲ ਹੋਣਾ ਚਾਹੀਦਾ, ਜਿਸ 'ਚ ਅਸੀਂ ਸਿਰਫ ਇੱਕ ਤੇਜ਼ ਰਫ਼ਤਾਰ ਜਾਂ ਇੱਕ ਦੂਜੇ ਤੋਂ ਅੱਗੇ ਲੰਘਣ ਦਾ ਹੀ ਸਾਡੀ ਖੇਡ ਨਾ ਹੋਵੇ, ਅਸੀਂ ਇੱਕ ਸਮੁੱਚੀ ਮਾਨਵਤਾ ਲਈ ਕੁਛ ਸੋਚ ਸਕੀਏ। ਸੋ ਇਹ ਇੱਕ ਜਿਸ ਤਰ੍ਹਾਂ ਗੁਰਬਾਣੀ ਕਹਿੰਦਾ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਕਿ ਕਈ ਵਾਰੀ ਦਾਰੂ ਜਿਹੜਾ ਕਈ ਵਾਰੀ ਦੁੱਖ ਹੈ ਜੋ ਉਹ ਸਾਡੀ ਦਵਾ ਬਣ ਕੇ ਵੀ ਆਉਂਦਾ, ਕਿ ਸ਼ਾਇਦ ਜੋ ਉੱਤਰ ਕਰੋਨਾ ਯੁੱਗ ਆਵੇ, ਉੱਤਰ ਕਰੋਨਾ ਕਾਲ ਆਵੇ, ਉਹਦੇ ਵਿੱਚ ਮਾਨਵਤਾ ਹੁਣ ਨਾਲੋਂ ਵਧੇਰੇ ਸਿਆਣੀ ਹੋਵੇ, ਵਧੇਰੇ ਸਮਝਦਾਰ ਹੋਵੇ, ਸਾਡੀ ਸਿਆਸਤ ਇਹਦੇ ਨਾਲੋਂ ਵਧੇਰੇ ਮਾਨਵਤਾ ਪੱਖੀ ਹੋਵੇ, ਅਸੀਂ ਸਿਆਸੀ ਤੌਰ ਤੇ ਸਮਾਜਿਕ ਤੌਰ ਤੇ ਵਧੇਰੇ ਸੁਚੇਤ ਹੋਈਏ, ਔਰ ਅਸੀਂ ਇੱਕ ਬਹੁਤ ਸਿਰਫ ਆਪਣੇ ਤੱਕ ਨਾ ਸੋਚੀਏ, ਅਸੀਂ ਬਹੁਤ ਇੱਕ ਵਿਸ਼ਾਲ ਵਿਜ਼ਨ ਨਾਲ ਦੂਰ ਤੱਕ ਸੋਚ ਸਕੀਏ। ਸੋ ਇਸ ਵੇਲੇ ਮੈਂ ਸਮਝਦਾ ਕਿ ਸਾਹਿਤ
ਜੋ ਮੈਂ ਪਿਛਲੇ ਦਿਨੀ ਕਵਿਤਾਵਾਂ ਜਾਂ ਸਾਹਿਤ ਪੜ੍ਹਿਆ ਤਾਂ ਉਹਦੇ ਵਿੱਚ ਬਹੁਤ ਵੱਡਾ ਅਰਥ ਜੋ ਉਹ ਸਾਹਿਤ ਨੇ ਇਹੀ ਦਿੱਤਾ ਕਿ ਅਸੀਂ ਇੱਕ ਤਾਂ ਇਹ ਆ ਕਿ ਬੰਦਾ ਬੰਦੇ ਦਾ ਦਾਰੂ ਬਣੇ, ਕਿ ਅਸੀਂ ਜਿਹੜੀ ਸਾਡੀ ਇੱਕ ਦੌਲਤ ਤੇ ਪਾਵਰ ਦੀ ਦੌੜ ਹੈ ਕਿ ਉਸ ਦੌੜ ਨੇ ਸਾਨੂੰ ਬਹੁਤ ਇਕੱਲੇ ਕਰਤਾ। ਬੇਸ਼ੱਕ ਇਹ ਆਫਤ ਕੁਦਰਤੀ ਆਫਤ ਅਸੀਂ ਇਹਨੂੰ ਕਹਿੰਦੇ ਹਾਂ, ਪਰ ਕੁਦਰਤੀ ਆਫਤ ਨੂੰ ਨਜਿੱਠਣ ਵਿੱਚ ਸਾਡੀਆਂ ਸੰਸਥਾਵਾਂ ਨੇ, ਸਾਡੇ ਹਸਪਤਾਲ ਨੇ, ਸਾਡੇ ਲੋਕਾਂ ਨੇ, ਸਾਡੇ ਮੀਡੀਆ ਨੇ ਇੱਕ ਰੋਲ ਅਦਾ ਕਰਨਾ ਹੁੰਦਾ। ਉਸ ਰੋਲ ਅਦਾ ਕਰਨ ਦੇ ਵਿੱਚ ਉਹਦੀ ਆਤਮਾ ਬਣਨ ਵਿੱਚ ਜਾਂ ਬੰਦਿਆਂ ਨੂੰ ਮਾਨਸਿਕ ਤੌਰ ਤੇ ਸ਼ਕਤੀਸ਼ਾਲੀ ਬਣਾਉਣ ਦੇ ਵਿੱਚ ਵੀ ਜੋ ਸਾਹਿਤ ਆ ਉਹ ਇੱਕ ਰੋਲ ਸੰਕਟ ਦੇ ਵੇਲੇ ਹਮੇਸ਼ਾ ਜਦੋਂ ਸੰਕਟ ਆਉਂਦਾ ਤਾਂ ਉਹਦਾ ਇੱਕ ਰੋਲ ਅਦਾ ਕਰਦਾ। तो मेरा एक शेर सीगा कि मैं जिससे कहना कि वो मेरी गज़ल सी कि मैं राहां ते नहीं तुरदा, मैं तुरदा हां तां राह बनदे, जुगां तो काफले आउंदे इसे सच दे गवाह बनदे। तो ਉਹਦੇ ਵਿੱਚ ਮੈਂ ਤਿੰਨ ਚੀਜ਼ਾਂ ਦਾ ਬਿਆਨ ਕੀਤਾ ਕਿ ਜਿਹੜੀਆਂ ਦੁੱਖ 'ਚ ਸਾਡੇ ਕੰਮ ਆਉਂਦੀਆਂ। ਉਹ ਮੈਂ ਲਿਖਦਾ ਕਿ ਫਕੀਰਾਂ ਦੇ ਸੁਖਨ ਕੁਛ ਯਾਰ ਕੁਛ ਤਾਰੀਖ ਦੇ ਮੰਜ਼ਰ, कि फकीरां दे सुखन कुछ यार कुछ तारीख दे मंजर। फकीर मेरा मतलब कि फकीर नानक शाह फकीर भी फकीर है, और बादशाह दरवेश गुरु गोबिंद सिंह जैसे कहते हैं वो दरवेश है, फकीर है। एकदम बुल्ले शाह फकीर है, बाबा फरीद फकीर है कि जो भी एक इलाही एक उस तरह का एनलाइटेंड जीवन जी रहा वो फकीर है। तो मैं कहना कि जहाँ दुख विच फकीरां दे सुखन कुछ यार कोई तुहाडे दोस्त ਜਾਂ ਮਾਨਵਤਾ ਦੇ ਜੋ ਮਾਨਵਤਾ ਨੂੰ ਪਿਆਰ ਬੇਕਸਾਂ ਦੇ ਯਾਰ ਉਹ ਕੰਮ ਆਉਂਦੇ ਆ, ਜਾਂ ਤਾਰੀਖ ਦੇ ਮੰਜ਼ਰ। ਫਕੀਰਾਂ ਦੇ ਸੁਖਨ ਕੁਛ ਯਾਰ ਕੁਛ ਤਾਰੀਖ ਦੇ ਮੰਜ਼ਰ, ਜਦੋਂ ਮੈਂ ਜ਼ਖਮ ਖਾ ਲੈਣਾ ਮੇਰੀ ਖਾਤਰ ਪਨਾਹ ਬਣਦੇ, ਕਿ ਉਹ ਮੇਰੇ ਲਈ ਰਿਫਿਊਜ ਬਣਦੇ ਆ। ਜਾਂ ਉਹਨਾਂ ਲੋਕਾਂ ਦੀਆਂ ਕਹੀਆਂ ਹੋਈਆਂ ਗੱਲਾਂ, ਫਕੀਰਾਂ ਦੀ ਬਾਣੀ, ਫਕੀਰਾਂ ਦਾ ਕਲਾਮ, ਵੱਡੇ ਮਹਾਨ ਲੋਕਾਂ ਦੇ ਕਹੇ ਹੋਏ ਬੋਲ ਉਹ ਮੇਰੇ ਕੰਮ ਆਉਂਦੇ ਆ। ਜਾਂ ਮੇਰੇ ਬੇਕਸਾਂ ਦੇ ਯਾਰ ਬਣਨ ਵਾਲੇ ਲੋਕ ਕੰਮ ਆਉਂਦੇ ਆ, ਜਾਂ ਮੇਰੇ ਕੁਝ ਤਾਰੀਖ ਦੇ ਇਤਿਹਾਸ ਦੇ ਮੰਜ਼ਰ ਕੰਮ ਆਉਂਦੇ ਆ ਕਿ ਇਤਿਹਾਸ ਵਿੱਚ ਜੋ ਕੁਝ ਹੋ ਚੁੱਕਿਆ ਹੁੰਦਾ, ਕਿ ਇਤਿਹਾਸ 'ਚ ਮਾਨਵਤਾ ਨੇ ਕਿੰਨੇ ਦੁੱਖ ਸਹਿ, ਕਿੰਨੇ ਦੁੱਖਾਂ 'ਚੋਂ ਪਾਰ ਹੋਈ ਮਾਨਵਤਾ ਔਰ ਫਿਰ ਵਸਣ ਲੱਗੀ। ਕਿ ਜ਼ਿੰਦਗੀ ਕਦੀ ਮੌਤ ਕੋਲੋਂ ਹਾਰਦੀ ਨਹੀਂ, ਕਿ ਜ਼ਿੰਦਗੀ ਨੂੰ ਕੁਦਰਤ ਨੇ ਇੱਦਾਂ ਹੀ ਬਣਾਇਆ ਕਿ ਜੋ ਕੁਛ ਅੱਜ ਹੋਇਆ ਉਹ ਸ਼ਾਇਦ ਕੁਛ ਹੋਰ ਸਾਲਾਂ ਤੱਕ ਅਸੀਂ ਬਿਲਕੁਲ ਉਹਨੂੰ ਭੁੱਲ ਜਾਈਏ, ਔਰ ਇਹਦੇ ਜੋ ਕੁਝ ਮਾਨਵਤਾ ਨਾਲ ਹੋ ਚੁੱਕਾ ਉਹਦੇ ਵਿੱਚੋਂ। ਪਰ ਗੱਲ ਇਹ ਹੈ ਕਿ ਅਸੀਂ ਜਦੋਂ ਵੀ ਕਿਸੇ ਦੁੱਖ ਚੋਂ ਲੰਘੀਏ, ਉਸ ਦੁੱਖ ਚੋਂ ਅਸੀਂ ਕੋਈ ਨਾ ਕੋਈ ਸਿੱਖਿਆ ਲੈ ਕੇ ਜਾਈਏ। ਸਾਡੀ ਮਾਨਵਤਾ ਦਾ ਜੋ ਸਫ਼ਰ ਹੈ, ਅਸੀਂ ਇਤਿਹਾਸ ਅਸੀਂ ਕਹਿੰਦੇ ਕਿ ਮਾਨਵਤਾ ਹਨੇਰੇ ਤੋਂ ਚਾਨਣ ਵੱਲ ਜਾ ਰਹੀ ਹੈ, ਪਰ ਕਦੀ ਕਦੀ ਉਹ ਲੱਗਦਾ ਕਿ ਸ਼ਾਇਦ ਚਾਨਣ ਵੱਲ ਨਹੀਂ ਜਾ ਰਹੀ। ਜਦੋਂ ਅਸੀਂ ਬਹੁਤ ਕਈ ਵਾਰੀ ਜੋ ਦੇਖੋ ਜੋ ਅਮਰੀਕਾ 'ਚ ਹੋਇਆ ਕਿ ਇੱਕ ਕਾਲੇ ਦੀ ਗਰਦਨ ਤੇ ਕਿਸ ਤਰ੍ਹਾਂ ਇੱਕ ਗੋਰੇ ਸਿਪਾਹੀ ਨੇ ਉਹਦੇ ਧੌਣ ਤੇ ਆਪਣਾ ਬੂਟ ਰੱਖੇ, ਤਾਂ ਇਹ ਇੱਕ ਬਹੁਤ ਜਾਣੀ ਅੰਧਕਾਰ ਵਰਗੀ ਖਬਰ ਸੀ। ਪਰ ਇਹਦੇ ਨਾਲ ਹੀ ਇੱਕ ਬਹੁਤ ਰੌਸ਼ਨੀ ਵਰਗੀ ਖਬਰ ਜੁੜੀ ਹੋਈ ਸੀ ਕਿ ਜਿਸ ਗੋਰੇ ਸਿਪਾਹੀ ਨੇ ਉਸ ਕਾਲੇ ਦੀ ਗਰਦਨ ਤੇ ਬੂਟ ਰੱਖਿਆ ਸੀਗਾ, ਉਸ ਦੀ ਪਤਨੀ ਨੇ ਉਹਨੂੰ ਤਲਾਕ ਦੇ ਦਿੱਤਾ। ਉਹਦੇ ਲਈ ਤਲਾਕ ਉਹਨੇ ਸਬਮਿਟ ਕਰ ਦਿੱਤਾ ਕਿ ਮੈਨੂੰ ਇਹੋ ਜਿਹਾ ਪਤੀ, ਜਾਨੀ ਉਸ ਗੋਰੇ ਦੀ ਗੋਰੀ ਪਤਨੀ ਨੇ। ਸੋ ਉੱਥੋਂ ਲੱਗਦਾ ਕਿ ਮਾਨਵਤਾ ਜਿਹੜੀ ਹੈ, ਮਾਨਵਤਾ ਨੂੰ ਅਹਿਸਾਸ ਹੈ ਕਿ ਅਸੀਂ ਚਾਨਣ ਵੱਲ ਜਾਣਾ, ਜਾਂ ਇਹ ਨਹੀਂ ਕਿ ਇੱਥੇ ਨਹੀਂ ਹੋਣਾ ਕਦੀ ਵੀ ਹਨੇਰਿਆਂ ਦਾ ਬੋਲਬਾਲਾ, ਤੜਪ ਉੱਠੇਗਾ ਹਰ ਵਾਰੀ ਕਿਤੋਂ ਕੋਈ ਉਜਾਲਾ, ਕਿ ਹਰ ਵਾਰੀ ਕਿਤੇ ਨਾ ਕਿਤੇ ਕੋਈ ਉਜਾਲਾ ਤੜਪ ਉੱਠੂਗਾ, ਹਨੇਰਿਆਂ ਦਾ ਬੋਲਬਾਲਾ ਕਦੀ ਨਹੀਂ ਹੋਏਗਾ। ਔਰ ਦੂਜਾ ਮੈਂ ਸਮਝਦਾ ਕਿ ਜਿਹੜੀ ਇੱਕ ਬਹੁਤ ਵੱਡੀ ਜ਼ਰੂਰੀ ਗੱਲ ਜੋ ਸਾਹਿਤ ਸਾਨੂੰ ਸਿਖਾਉਂਦਾ ਉਹ ਹੁੰਦਾ ਕਿ ਆਤਮ ਪ੍ਰਚੋਦ। ਕਿ ਕਈ ਵਾਰੀ ਅਸੀਂ ਦੂਜਿਆਂ ਦੀ ਨਿੰਦਿਆ ਤਾਂ ਕਰਦੇ ਹਾਂ, ਅਸੀਂ ਸਮਾਜ ਦੀ ਜਾਂ ਨੇਤਾਵਾਂ ਦੀ, ਲੇਕਿਨ ਅਸੀਂ ਆਪਣੇ ਮਨ 'ਚ ਝਾਤੀ ਨਹੀਂ ਮਾਰਦੇ। ਸੋ ਉਹ 'ਚ ਮੈਂ ਇੱਕ ਸ਼ੇਰ ਲਿਖਿਆ ਸੀ ਕਿ ਦੂਰ ਜੇਕਰ ਅਜੇ ਸਵੇਰਾ ਹੈ, ਇਸ 'ਚ ਕਾਫੀ ਕਸੂਰ ਮੇਰਾ ਹੈ। ਕਿ ਅਸੀਂ ਜ਼ਰੂਰ ਜੋ ਆਪਣਾ ਰੋਲ ਹੈ ਉਸ ਰੋਲ ਨੂੰ ਵੀ ਸਾਹਿਤ ਸਾਨੂੰ ਯਾਦ ਕਰਨਾ ਸਿਖਾਉਂਦਾ। ਔਰ ਜਦੋਂ ਅਸੀਂ ਕਿਤੇ ਆਪਣਾ ਇਕਬਾਲ ਵੀ ਕਰਦੇ ਹਾਂ ਕਿ ਮੈਂ
इदा नहीं किया, मैं नहीं कर सकिया। तो जिहड़ा वो एक समझो कि स्वै निंदा का भाव है कि आत्म निंदा का कदी आत्म पड़चूल का भाव है, उन्होंने भी ग्रामशी ने कहा भी ये भी एक अगाह वधू भाव है। जे तुहाडे मन च कदी विचार आवे कि मैं इदा करना सी, मैं इदा नहीं किया, जां मैनूं तां करना चाहिए मैं नहीं कर रहा, सो ये जिहड़ा भाव है वो भी मानवता नूं अगे लैके जाण वाला भाव हुंदा। सो आत्म पड़चोल, आपे दी पड़चोल, ये भी अपने आप दे विच एक बहुत वड्डा पॉजिटिव किस्म का मैं समझदा कि भाव है। सो ये भाव भी सानू बहुत बारी साहित्य में बहुत कुछ कन्फैशनल लिटरेचर लिखा, वो भी सानू उस चीज़ आ जां मानवता नूं, जिन्होंने कहने भी मानवता के इतिहास नूं उस उन्हां समयां तक जदों असीं कहीए कि जिन्हों गुरु साहिब ने कहा हलेमी राज कि जिथे कोई किसी नूं सताए ना। सो वो मानवता दी प्रोजेक्ट, मानवता का जो लक्ष्य मानवता ने जो अपने लिए एक मंजिल मिथी है, वो यही है कि असी एक इहो जी दुनिया सिरजीए जिथे इंसाफ होवे, जिथे प्यार होवे और जिथे सांझ होवे। सो जो जिस तरह आप कहने कि बहुत बार ये हुंदा कि जिवें साडे निज़ाम इदां दे हो गए कि बच्चे गरीबां दे जे कोई बीमार हो गया तो उहदे लई किन्ना मुश्किल है बीमारी चों निकलना गरीब लई, जां गरीब दे बच्चे लई वो विद्या प्राप्त करनी कितनी मुश्किल है। तो अमृत्या सैन ने किहो जिहा साडे लई दा मॉडल कि तुसी कि सरकार इहो जी होवे जिहड़ी जिथे सिक्ख्या ते मैडिसन जिहड़े पब्लिक दे खेतर च होण, मतलब वो हर बच्चे दी एजुकेशन और हर बंदे दी सेहत जिहड़ी आ वो सरकार दी जिम्मेवारी होवे। तो एक जो वेलफेयर स्टेट दा संकल्प है, जां इस तो अगले भी संकल्प ने कि समाजवाद के संकल्प ने। सो वो जो साडे निशाने ने उन्हां निशानियां वल जाण लई सानू जो साहित्य हमेशा प्रेरदा रहिंदा। तो मैं समझदा कि साहित्य जो साडे लई सहारा बनदा, साडे लई रोशनी बनदा, साडी इकलता नूं तोड़दा, और इस संकट काल विच भी वो एक इहो जिहा रोल साडे लई अदा करदा। और बहुत लोग कई बारी आपां जिवें अपना दुख दे दिनां च कोई नावल पढ़ना शुरू कर दिंदे आ, वो साडे मनां नूं बहुत एक सहारा साडे लई बनदा, जां साडे मनां नूं उस जिहड़ी उस पलां दी जिहड़ी दुख दी इंटेंसिटी आ, जां ਉਹਨੂੰ ਅਸੀਂ ਜਿਵੇਂ ਕਿਸੇ ਨੇ ਜਿਵੇਂ ਕਿਹਾ ਸੀ ਕਿ ਕਈ ਵਾਰੀ ਜਿਵੇਂ ਜਿਹੜੀ ਜ਼ਹਿਰ ਵੀ ਆ ਉਹਨੂੰ ਬਹੁਤ ਵਿਸ਼ਾਲ ਪਾਣੀ 'ਚ ਘੋਲ ਦਈਏ ਤੇ ਉਹ ਜ਼ਹਿਰ ਦਾ ਅਸਰ ਹਟ ਜਾਂਦਾ। ਸੋ ਇਦਾਂ ਹੈ ਕਿ ਕਈ ਵਾਰੀ ਅਸੀਂ ਜੋ ਬਹੁਤ ਵਿਸ਼ਾਲਤਾ ਦੇ ਸਕਲ ਵਿੱਚ ਸੋਚੀਏ ਤਾਂ ਸਾਡੇ ਆਪਣੇ ਦੁੱਖ ਦੀ ਜਿਹੜੀ ਕੁੜੱਤਣ ਆ, ਆਪਣੇ ਦੁੱਖ ਦਾ ਜੋ ਜ਼ਹਿਰੀਲਾਪਨ ਸਾਡੇ ਲਈ ਹੁੰਦਾ ਉਹ ਜ਼ਹਿਰ ਵਾਂਗ ਕੰਮ ਕਰ ਰਿਹਾ ਹੁੰਦਾ। ਲੇਕਿਨ ਜਦੋਂ ਅਸੀਂ ਉਹਨੂੰ ਉਹ ਵਿਸ਼ਾਲਤਾ ਦੇ ਵਿੱਚ ਪਾ ਦਿੰਦੇ, ਇੱਕ ਵਿਸ਼ਾਲ ਨਜ਼ਰ ਨਾਲ ਉਹਨੂੰ ਦੇਖਦੇ ਹਾਂ ਤਾਂ ਉਹਦੀ ਜੋ ਕੁੜੱਤਣ ਹੈ, ਉਹਦਾ ਜੋ ਮਾਰੂਪਨ ਹੈ ਉਹ ਘਟ ਜਾਂਦਾ। ਸੋ ਇਹਨਾਂ ਕੁਛ ਸ਼ਬਦਾਂ ਨਾਲ ਹੀ ਮੈਂ ਆਪਣਾ ਆਪਣੀਆਂ ਗੱਲਾਂ ਬਾਤਾਂ ਨੂੰ ਸੰਪੰਨ ਇੱਥੇ ਕਰਨਾ ਚਾਹੁੰਦਾ। ਔਰ ਮੈਂ ਬਹੁਤ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆ ਕਿ ਇਸ ਵਿਯੋਗ ਦੇ ਦਿਨਾਂ ਵਿੱਚ ਵੀ ਅਸੀਂ ਸੰਯੋਗ ਸਿਰਜ ਲਿਆ, ਤਕਨੀਕ ਦੇ ਸਹਾਰੇ, ਸਾਇੰਸ ਦੇ ਸਹਾਰੇ, ਕਿ ਅਸੀਂ ਬਹੁਤ ਦੂਰ ਬੈਠੇ ਹੋਏ ਵੀ ਕੋਲ ਹੋਣ ਦਾ ਇੱਕ ਅਹਿਸਾਸ ਲੈ ਸਕਦੇ ਹਾਂ। ਔਰ ਮੈਂ ਬਹੁਤ ਮੁਬਾਰਕਬਾਦ ਦਿੰਦਾ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕੰਸਟੀਟਿਊਟ ਕਾਲਜ ਨੂੰ, ਔਰ ਪ੍ਰਿੰਸੀਪਲ ਸੁਨੀਲ ਹੋਰਾਂ ਨੂੰ, ਵਾਈਸ ਚਾਂਸਲਰ ਸਾਹਿਬ ਨੂੰ, ਕਮਲਪ੍ਰੀਤ, ਗੁਰਪ੍ਰੀਤ ਔਰ ਤੁਹਾਨੂੰ ਸਾਰਿਆਂ ਨੂੰ ਕਿ ਜਿਨ੍ਹਾਂ ਨੇ ਇੱਕ ਇਹੋ ਜਿਹਾ ਮੌਕਾ ਸਿਰਜਿਆ ਕਿ ਜਿਵੇਂ ਮੈਂ ਕਦੀ ਕਿਹਾ ਸੀ ਕਿ ਉਦਾਸ ਦੋਸਤੋ ਆਵੋ ਕੇ ਮਿਲ ਕੇ ਖੁਸ਼ ਹੋਈਏ, ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ, ਭਟਕਦੇ ਅੱਖਰੋ ਆਵੋ ਕੇ ਮਿਲ ਕੇ ਲਫ਼ਜ਼ ਬਣੋ ਤੇ ਲਫ਼ਜ਼ੋ ਵਾਕ ਬਣੋ, ਵਾਕ ਬਿਨ ਗੁਜ਼ਾਰਾ ਨਹੀਂ ਜੇ ਵਾਕ ਤਾਂ ਤੇਗਾਂ ਦੀ ਧਾਰ ਕਾਤਿਲ ਹੈ, ਨਹੀਂ ਰਬਾਬ ਤਾਂ ਰੂਹਾਂ ਨੂੰ ਕੁਛ ਸਹਾਰਾ ਨਹੀਂ, ਹਮੇਸ਼ ਨਾਲ ਨੇ ਮੇਰੇ ਸੁਖਮ ਫਕੀਰਾਂ ਦੇ, ਐ ਸ਼ਾਹੀ ਕਹਿਰ ਮੈਂ ਕੱਲਾ ਜਾਂ ਬੇਸਹਾਰਾ। बहुत शुक्रिया।
बहुत बहुत शुक्रिया डॉक्टर साहब। वैसे तो कोई भी सवाल नहीं है, बट फिर भी जे किसी का कोई सवाल है कि जो कि दौर विच ਸਾਹਿਤ ਦੀ ਭੂਮਿਕਾ ਜਾਂ ਡਾਕਟਰ ਪਾਤਰ ਜੀ ਨੇ ਜੋ ਵੀ ਆਪਣੇ ਵਿਚਾਰ ਪੇਸ਼ ਕੀਤੇ ਆਪਣੀ ਕਵਿਤਾਵਾਂ ਰਾਹੀਂ, ਜੇ ਕੋਈ ਸਰੋਤਾ ਹੈ ਜਿਸਨੇ ਕੋਈ ਕੁਐਸਚਨ ਜਿਸਦਾ ਹੈ ਤਾਂ ਉਹ ਆਪਣਾ ਅਨਮਿਊਟ ਕਰਕੇ ਪੁੱਛ ਸਕਦਾ ਹੈ ਤੇ ਜਾਂ ਫਿਰ ਇਨਬਾਕਸ ਵਿੱਚ ਵੀ ਪਾ ਸਕਦਾ ਹੈ। ਵੈਸੇ ਤਾਂ ਡਾਕਟਰ ਸਾਹਿਬ ਦੇ ਬੋਲਣ ਤੋਂ ਬਾਅਦ ਕੁਛ ਬਾਕੀ ਨਹੀਂ ਰਹਿੰਦਾ ਹੈਗਾ ਕਿ ਕੋਈ ਕੁਐਸਚਨ ਬਚੇ। ਸਾਰਿਆਂ ਨੇ ਬੜੀ ਸਲਾਹਨਾ ਕੀਤੀ ਹੈ ਇਸ ਪ੍ਰੋਗਰਾਮ ਦੀ। ਵਿਚਕਾਰ ਡਾਕਟਰ ਪਾਤਰ ਜੀ, ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਾਂਗੀ ਕਿ ਕੁਛ ਸਾਡੇ ਜਿਹੜੇ ਸਾਡੇ ਜੁੜੇ ਹੋਏ ਵਿਦਵਾਨ ਸਾਥੀ ਨੇ ਉਹਨਾਂ ਵੱਲੋਂ ਇੱਕ ਸਿਫਾਰਿਸ਼ ਹੈ, ਇੱਕ ਅਪੀਲ ਹੈ ਤੁਹਾਡੇ ਲਈ ਕਿ ਤੁਸੀਂ ਆਪਣੀ ਕੋਈ ਇੱਕ ਕਵਿਤਾ ਜਾਂ ਗਜ਼ਲ, ਕੋਈ ਇੱਕ ਪੂਰੀ ਕਵਿਤਾ ਜਾਂ ਗਜ਼ਲ ਜੋ ਕਿ ਸੰਦਰਭ ਦੇ ਵਿੱਚ ਜੋ ਸਮਾਂ ਚੱਲਦਾ ਦੇ ਬਾਰੇ 'ਚ ਸੁਣਾ ਦਿਓ ਤਾਂ ਤੁਹਾਡੇ ਲਈ ਸਾਡੇ ਲਈ ਬੜਾ ਵਧੀਆ ਵਡਭਾਗਾ ਦਿਨ ਰਹੇਗਾ ਅੱਜ ਦਾ ਇਹ, ਜੋ ਕਿ ਸਵੇਰ ਤੋਂ ਸਾਡੇ ਤਾਂ ਬੜਿਆ ਹੋਏ ਆ। ਜਦ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਤਦ ਤੋਂ ਹੀ ਸਾਡੇ ਲਈ ਵਡਭਾਗਾ ਬਣਿਆ ਹੋਇਆ, ਹੋਰ ਵਡਭਾਗਾ ਬਣ ਜਾਏਗਾ ਸਾਡੇ ਲਈ। ਸਾਨੂੰ ਜੇਕਰ ਤੁਸੀਂ ਆਪਣੀ ਕੋਈ ਗਜ਼ਲ ਜਾਂ ਇੱਕ ਕੋਈ ਕਵਿਤਾ ਸੁਣਾ ਦਿਓ, ਚਾਹੇ ਕਿ ਪਿਆਰਾ ਵਿਦਿਆਰਥੀਆਂ ਨਾਲ ਜਿਹੜੀ ਕਵਿਤਾ ਹੈਗੀ ਤੁਹਾਡੀ, ਜਾਂ ਫਿਰ ਮਾਧੁਰੀ ਊੜਾ ਆੜਾ ਲਿਖ ਰਹੀ ਵਾਲੀ ਜਿਹੜੀ ਕਵਿਤਾ ਹੈਗੀ ਹੈ, ਜਾਂ ਜੋ ਵੀ ਗਜ਼ਲ ਤੁਹਾਨੂੰ ਮੁਨਾਸਿਬ ਲੱਗੇ, ਤਾਂ ਬੇਨਤੀ ਹੈ ਸਾਰੇ ਜਿਹੜੇ ਜੁੜੇ ਹੋਏ ਨੇ ਸਾਡੇ ਨਾਲ ਵਿਦਵਾਨ ਸਾਥੀ, ਵਿਦਿਆਰਥੀ, ਅਧਿਆਪਕ, ਕਿ ਇੱਕ ਕਵਿਤਾ ਜਾਂ ਗਜ਼ਲ ਤੁਸੀਂ ਆਪਣੀ ਸਾਡੇ ਸਾਹਮਣੇ ਪਲੀਜ਼ ਪੇਸ਼ ਕਰ ਦਿਓ। ਆਪਾਂ ਬੜੇ ਧੰਨਵਾਦੀ ਹੋਵਾਂਗੇ ਜੀ। जी जी जी। तो मैं दो शेर तो मेरी गजल दे, मैं तब तक मैं थोड़ा तैयार हो गया की सुनाना। तो मेरी एक गजल कल किसी तरह से क्या कि जे आई पतझड़ तो फेर की है, तू अगली रुत से यकीन रखी। जे आई पतझड़ तो फेर की है, तो अगली रुत से यकीन रखी। मैं लब के कित्यों लियाना कलमा, तू फुल्लां जोगी जमीन रखी। और बुरे दिना तो डरी ना पात्र, बुरे दिना तो डरी ना पात्र, भले दिना नूं लियाउण खातर। बुरे दिना तो डरी ना पात्र, भले दिना नूं लियाउण खातर। तू आस दिल विच ते सिदक रूह विच, नज़र च सुपने हसीन रखी। जे आई पतझड़ तां फेर की है, तू अगली रुत च यकीन रखी। मैं लब के कित्यों लियाउणा कलमा, तू फुल्लां जोगी जमीन रखी। तो प्यारा हुण मैनूं थोड़ी दूर पई है कविता मेरी किताब च, ते मैं जे कहां तां जिहड़ी आया नंद किशोर मैं तुहानूं सुना देवां। तो इहदी इस कविता दा इह भी है कि मैं पिछले दिनी जित्थे जा रहे थे मजदूर, तो मेरे मन से इदां भी आया कि मेरी कविता चों तब उठिया नंद किशोर ते रामकली, ते माधुरी कहन लगी असीं हुण चले आ। ते उहदे वाक दे अगे किन्नियां ही बिंदियां सन, ते मैं उस तरबकी हुई कविता दे बिखरे अखर सड़कां तो उठा रहा। तो एक मैं उस प्रसंग में यानी हुण जिहड़ी मेरे मन च ख्याल आया, तो वो जिहड़ी कविता सी वो बहुत साल पहला मैं लिखी सी कि पिछे पिछे रिज़क दे आया नंद किशोर, चल के दूर बिहार तो गड्डी बैठ सियाल दा नाल बथेरे होर। पिछे पिछे रिज़क दे आया नंद किशोर, चल के दूर बिहार तो गड्डी बैठ सियाल दा नाल बथेरे होर। रामकली भी नाल सी, रामकली भी नाल सी, सुगड़ लुगाई नंद दी। लुधियाने दे कोल ही एक पिंड बाड़ेवाल विच जड़ लगी ते पुंगरी। रामकली दी कुख चों जन्मी बेटी नंद दी, ना रखिया सी माधुरी। कल मैं देखी माधुरी उसे पिंड स्कूल विच, गुत्तां बन के रिबन विच, सोहनी पट्टी पोच के ऊड़ा ऐड़ा लिख रही। ऊड़ा ऐड़ा लिख रही बेटी नंद किशोर दी, किन्ना गूढ़ा साथ है अखरां दा ते रिज़क दा। पर इसे ही पिंड दे लाडले पोते अक्षर सिंह दे, बह बापू दी कार विच लुधियाने आमदे, कॉन्वेंट विच पढ़ रहे ABCD सिखदे। ABCD सिखदे पोते अक्षर सिंह दे, किन्ना गूढ़ा साख है अखर अते आकांख्या। पिछे पिछे रिज़क दे आया नंद किशोर, चल के दूर बिहार तो गड्डी बैठ सियाल।
ਧੰਨਵਾਦ ਸਰ। ਜੇਕਰ ਮੇਰੀ ਸਰੋਤਿਆਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਦਾ ਕੋਈ ਸਵਾਲ ਹੋਏ ਤਾਂ ਉਹ ਹੁਣ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣਾ ਕੈਮਰਾ ਵੀ ਔਨ ਕਰਕੇ ਸਵਾਲ ਪੁੱਛ ਸਕਦਾ ਹੈ। ਵੈਸੇ ਤਾਂ ਹਾਂਜੀ ਮੈਮ, ਮੇਰਾ ਇੱਕ ਸਵਾਲ ਹੈ ਜੀ। ਹਾਂਜੀ ਹਾਂਜੀ ਸਰ, ਬਿਲਕੁਲ ਪੁੱਛੋ ਜੀ। ਪਾਤਰ ਸਾਹਿਬ ਨਮਨ ਹੈ ਜੀ, ਸਿਰ ਝੁਕਾ ਕੇ। ਪਾਤਰ ਸਾਹਿਬ, ਇੱਕ ਮੈਂ ਗੁਰਪ੍ਰੀਤ ਹੈ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਮੋਦੀ ਕਾਲਜ ਪਟਿਆਲੇ ਮੈਂ ਪੜ੍ਹਾਉਣਾ ਜੀ। ਹਾਂਜੀ ਹਾਂਜੀ ਬਿਲਕੁਲ ਜੀ। ਪਾਤਰ ਸਾਹਿਬ, ਬਹੁਤ ਸੋਹਣਾ ਸਾਹਿਤ ਰਚਿਆ ਜਾ ਰਿਹਾ ਜੀ ਅੱਜ ਦੇ ਜ਼ਮਾਨੇ 'ਚ। ਬਹੁਤ ਵਧੀਆ ਕਵਿਤਾਵਾਂ, ਬਹੁਤ ਸੋਹਣੇ ਨਾਵਲ, ਸਾਰਾ ਕੁਛ। ਤੇ ਦੂਜੀ ਗੱਲ ਜੀ, ਵੀ ਜਿਹੜੇ ਜਿੰਨੇ ਵੀ ਆਪਣੇ ਇੱਥੇ ਲੱਗਦੇ ਨੇ ਇਹ ਕਿਤਾਬਾਂ ਦੇ, ਤਾਂ ਉਹਨਾਂ ਮੇਲਿਆਂ ਦੇ ਵਿੱਚ ਧੜ ਕਿਤਾਬਾਂ ਵਿਕ ਰਹੀਆਂ ਨੇ, ਬਹੁਤ ਕਿਤਾਬਾਂ ਵਿਕ ਰਹੀਆਂ ਨੇ। ਇਹਦਾ ਮਤਲਬ ਲੋਕ ਕਿਤਾਬਾਂ ਪੜ੍ਹਦੇ ਵੀ ਹੋਣਗੇ, ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਬੰਦਾ ਕਿਉਂ ਨਹੀਂ ਬਣ ਰਿਹਾ ਜੀ? ਮੇਰਾ ਸਵਾਲ ਇਹ ਹੈ। ਧੰਨਵਾਦ ਜੀ। ਮੈਂ ਤੁਹਾਨੂੰ ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਮੈਂ ਸ਼ੁਰੂ 'ਚ ਕਿਹਾ ਸੀ ਕਿ ਕਿਸੇ ਵਿਦਵਾਨ, ਕਿਸੇ ਫਿਲਾਸਫਰ ਦਾ ਕਥਨ ਹੈ ਕਿ ਮਾਨਵਤਾ ਅਜੇ ਅਧੂਰਾ ਪ੍ਰੋਜੈਕਟ ਹੈ। ਕਿ ਤੁਹਾਡੇ ਸਵਾਲ ਦਾ ਮੈਂ ਥੋੜ੍ਹਾ ਜਿਹਾ ਪਹਿਲਾਂ ਕੀਤਾ ਸੀ ਵੀ ਕੁਝ ਲੋਕ, ਸਾਡਾ ਬਹੁਤਿਆਂ ਦਾ ਜਾਣੀ ਖਿਆਲ ਆ ਕਿ ਮਾਨਵਤਾ ਅੰਧਕਾਰ ਤੋਂ ਚੰਨ ਵੱਲ ਜਾ ਰਹੀ ਹੈ। ਜਿਵੇਂ ਤਾਂ ਮਿਸਾਲ ਤੌਰ 'ਤੇ ਕਿਹਾ ਸੀ ਕਿ ਕੋਈ ਵਕਤ ਸੀ ਜਦੋਂ ਜਿਹੜੇ ਬਲੈਕ ਨੇ ਉਹਨਾਂ ਨੂੰ ਕਿੱਦਾਂ ਖਰੀਦ ਕੇ ਸਮੁੰਦਰੀ ਜਹਾਜ਼ਾਂ 'ਤੇ ਲੱਦ ਕੇ ਬੰਨ੍ਹ ਕੇ ਗੁਲਾਮ ਬਣਾਇਆ ਜਾਂਦਾ। ਹੁਣ ਉੱਥੋਂ ਅਸੀਂ ਬਹੁਤ ਦੂਰ ਆਏ ਹਾਂ। ਬੇਸ਼ੱਕ ਅਜੇ ਵੀ ਬਹੁਤ ਦੁੱਖ ਸਹਿ ਰਹੇ ਨੇ ਉਹ, ਜਿਵੇਂ ਪਹਿਲਾਂ ਗੱਲ ਕਰ ਚੁੱਕਾ ਕਿ ਉਹ ਕਿਸ ਤਰ੍ਹਾਂ ਉਹਦੀ ਗਰਦਨ 'ਤੇ ਆਪਣਾ ਬੂਟ ਰੱਖਿਆ, ਪੈਰ ਰੱਖਿਆ, ਪਰ ਨਾਲ ਦੀ ਨਾਲ ਮੈਂ ਕੋਟ ਕੀਤਾ ਸੀ ਕਿ ਉਸ ਗੋਰੇ ਦੀ ਪਤਨੀ ਨੇ ਹੀ ਗੋਰੇ ਨੂੰ ਤਲਾਕ ਦਿੱਤਾ। ਯਾਨੀ ਨਾਲ ਇੱਕ ਪੋਜ਼ੀਟਿਵ ਗੱਲ ਵੀ ਮੈਂ ਤੁਹਾਨੂੰ ਸੁਣਾਈ ਆ। ਸੋ ਇੱਦਾਂ ਹੈ ਕਿ ਇਹੋ ਜਿਵੇਂ ਕਿਸੇ ਨੇ ਕਿਹਾ ਸੀਗਾ ਕਿ ਇਹ ਸਾਰਾ ਇੱਦਾਂ ਨਹੀਂ ਹੋਣਾ, ਕਿ ਇਹ ਜਾਦੂ ਵਾਂਗ ਨਹੀਂ ਹੋਣਾ। ਇਹ ਇੱਕ ਬਹੁਤ ਲੰਮੀ ਪ੍ਰਕਿਰਿਆ, ਜਿਹੜੀ ਜੇ ਅਸੀਂ ਪੁਰਾਣੇ ਵਕਤਾਂ ਨੂੰ ਗੱਲ ਕਰੀਏ, ਗੁਲਾਮ ਪ੍ਰਥਾ ਦਾ, ਸਤੀ ਪ੍ਰਥਾ, ਜਾਂ ਔਰਤਾਂ ਦੇ ਬਹੁਤ ਜ਼ਿਆਦਾ ਕਿਸਮ ਦੇ ਜਿਹੜੇ ਸਮਝ ਲਓ ਕਿ ਉਹਨਾਂ ਦੀ ਗੁਲਾਮੀ, ਉਹ ਤੋਂ ਅਸੀਂ ਕਾਫੀ ਦੂਰ, ਕਾਫੀ ਅੱਗੇ ਵੀ ਆਏ ਹਾਂ, ਮੈਂ ਮਹਿਸੂਸ ਕਰਦਾ। ਔਰ ਉਹ ਉਸੇ ਗੱਲ ਦਾ ਹੀ ਅਸਰ ਹੈ ਕਿ ਜਿਹੜੀ ਮਾਨਵਤਾ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਮਾਨਵਤਾ ਦੇ ਵਿੱਚ ਅਸੀਂ ਇੱਕ ਬੰਦਾ ਅਜੇ ਬੰਦਾ ਨਹੀਂ ਬਣ ਰਿਹਾ। ਸੋ ਇਹ ਵੀ ਇੱਕ ਸੰਘਰਸ਼ ਹੈ, ਸਾਡੇ ਆਪਣੇ ਮਨਾਂ ਵਿੱਚ ਸੰਘਰਸ਼ ਹੈ। ਅਸੀਂ ਆਪ ਵੀ ਕਈ ਵਾਰੀ ਸੋਚਦੇ ਹਾਂ ਕਿ ਵੀ ਮੈਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਮੈਨੂੰ ਇੱਦਾਂ ਕਰਨਾ ਚਾਹੀਦਾ। ਸੋ ਇੱਕ ਮੈਂ ਸਮਝਦਾ ਗੁਰਪ੍ਰੀਤ ਕਿ ਇਹ ਇੱਕ ਲੰਬਾ ਸੰਘਰਸ਼ ਹੈ ਤੇ ਇਹ ਇੱਕ ਧੀਮੀ ਪ੍ਰਕਿਰਿਆ, ਔਰ ਇਹਦੇ ਪੜਾਅ ਵੀ ਹੋਣਗੇ, ਇਹਦੀਆਂ ਮੰਜ਼ਿਲਾਂ ਵੀ ਹੋਣਗੀਆਂ। ਕਦੀ ਅਸੀਂ ਡਿੱਗ ਪਵਾਂਗੇ, ਕਦੀ ਲੱਗੇਗਾ ਸ਼ਾਇਦ ਅਸੀਂ ਪਿੱਛਾ ਨੂੰ ਮੁੜ ਰਹੇ ਹਾਂ, ਇੱਦਾਂ ਵੀ ਲੱਗੇਗਾ। ਪਰ ਇਹ ਮੈਂ ਸਮਝਦਾ ਕਿ ਜਿਹੜਾ ਇਹੋ ਮੈਂ ਕਿਹਾ ਸੀ ਕਿ ਤੇਰਾ ਖੰਜਰ ਨਹੀਂ, ਮੇਰਾ ਲਹੂ ਹੀ ਭਲਕਦਾ ਰਾਹ ਦੱਸੇਗਾ ਨਦੀ ਨੂੰ, ਮਹਾਂ ਦਰਿਆ ਹੈ ਤੂੰ ਐਵੇਂ ਨਾ ਸਮਝੀ ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ। ਸੋ ਮੈਂ ਤਾਂ ਇਸ ਗੱਲੋਂ ਆਸਮੰਦ ਹਾਂ ਕਿ ਨਹੀਂ, ਜੇ ਬਹੁਤ ਕੁਛ ਮਾੜਾ ਹੋ ਰਿਹਾ ਤਾਂ ਵਿੱਚ ਬਹੁਤ ਕੁਛ ਚੰਗਾ ਵੀ ਹੋ ਰਿਹਾ। ਹੋਰ ਕਿਸੇ ਸਰੋਤੇ ਦਾ ਕੋਈ ਸਵਾਲ ਹੈ ਤਾਂ ਡਾਕਟਰ ਪਤ ਦੇ ਸਨਮੁਖ ਪੇਸ਼ ਕਰ ਸਕਦੇ ਨੇ ਜੀ। ਮੈਡਮ ਹਾਂਜੀ ਡਾਕਟਰ ਗੁਰਦੀਪ ਬੋਲ ਰਿਹਾ ਜੀ। ਜੀ ਪਤਰ ਸਾਹਿਬ, ਮੇਰਾ ਸਵਾਲ ਹੈ ਜੀ। ਰਣਜੀਤ ਬਾਵਾ ਨੇ ਗੀਤ ਬੋਲਿਆ ਸੀ, ਮੇਰਾ ਕੀ ਕਸੂਰ ਆ, ਵੀਰ ਸਿੰਘ ਦਾ ਲਿਖਿਆ ਹੋਇਆ ਜੀ। ਤਾਂ ਉਸ ਗੀਤ ਤੇ ਬਹੁਤ ਬਵਾਲ ਹੋਇਆ ਜੀ। ਤਾਂ ਰਣਜੀਤ ਬਾਵਾ ਸਾਹਿਬ ਨੇ ਮਤਲਬ ਕਿ ਬਿਲਕੁਲ ਸੱਚ ਬੋਲਿਆ, ਸਹੀ ਬੋਲਿਆ, ਪਰ ਉਸਦੇ ਬਾਵਜੂਦ ਵੀ ਸਵਾਲ ਹੋਇਆ, ਬਹੁਤ ਜ਼ਿਆਦਾ ਬਵਾਲ ਹੋਇਆ। ਮੇਰਾ ਸਵਾਲ ਇਹ ਹੈ ਕਿ ਇਸ ਤਰ੍ਹਾਂ ਅਸੀਂ ਬੇਬਾਕੀ ਦੇ ਨਾਲ ਕਦੋਂ ਲਿਖ ਪਾਵਾਂਗੇ? ਮਤਲਬ ਹਨੇਰਗਰਦੀ ਦੀ ਤਾਕਤਾਂ ਕਦੋਂ ਤੱਕ ਸਾਨੂੰ ਡਰਾਉਂਦੀਆਂ ਰਹਿਣ? ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਮੈਂ ਤੁਹਾਨੂੰ ਇੱਕ ਸ਼ੇਅਰ ਸੁਣਾਉਣਾ। ਸ਼ੌਕਤ ਟੰਡਾਨ ਵੀ ਇੱਕ ਕਵੀ ਹੋਇਆ, ਉਹਦਾ ਇੱਕ ਸ਼ੇਰ ਹੈ ਕਿ ਇੱਕ ਅਜਬ ਦਿਲਕਸ਼ੀ ਹੈ ਅੱਜ ਕੱਲ ਮਾਹੌਲ ਅੰਦਰ, ਝੱਖੜ ਵੀ ਝੁਲ ਰਿਹਾ ਹੈ, ਦੀਵੇ ਵੀ ਬਲ ਰਹੇ ਨੇ। ਕਿ ਬਾਵਾ ਨੇ ਆਪਣੀ ਗੱਲ ਕਹੀ। ਬਾਵਾ ਦੇ ਬਹੁਤ ਸਾਰੇ ਸਪੋਰਟਰ ਵੀ ਆ, ਅਸੀਂ ਬਾਵਾ ਦੀ ਗੱਲ ਨੂੰ ਠੀਕ ਮੰਨਦੇ ਹਾਂ, ਬਿਲਕੁਲ ਉਹਨੂੰ ਕਹਿਣ ਦਾ ਹੱਕ ਹੈ। ਸੋ ਇਸ ਤਰ੍ਹਾਂ ਬਹੁਤ ਸਾਰੇ ਖਿਲਾਫ ਵੀ ਨੇ। ਮਤਲਬ ਮੈਂ ਜਿਵੇਂ ਜਿਹੜੀ ਗੱਲ ਪਹਿਲਾਂ ਕਹਿ ਰਿਹਾ ਕਿ ਇਹ ਇੱਕ ਸੰਘਰਸ਼ ਹੈ, ਅਸੀਂ ਕਿਤੇ ਪਹੁੰਚੇ ਨਹੀਂ, ਕਿ ਮਾਨਵਤਾ ਆਪਣੀ ਮੰਜ਼ਿਲ, ਜਿਵੇਂ ਮੈਂ ਕਿਹਾ ਕਿ ਮਾਨਵਤਾ
ਨੇ ਅੱਜ ਮੰਜ਼ਿਲ ਤੇ ਪਹੁੰਚਣਾ। ਸੋ ਅਸੀਂ ਇੱਕ ਰਾਹ ਦੇ ਮੁਸਾਫਰ ਹਾਂ, ਔਰ ਬਹੁਤ ਲੋਕ ਬਹੁਤ ਕੱਟੜ ਵੀ ਨੇ, ਬਹੁਤ ਤੰਗ ਦਿਲ ਵੀ ਨੇ, ਔਰ ਬਹੁਤ ਅੰਧਕਾਰ ਵਿੱਚ ਵੀ ਨੇ। ਕਦੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਅੰਧੀ ਰਈਅਤ ਗਿਆਨ ਵੀ ਹੋਣੀ ਪਾਹੇ ਭਰੇ ਮਤਾ। ਉਹਨਾਂ ਨੇ ਰਈਅਤ ਨੂੰ ਅੰਧੀ ਰਈਅਤ ਕਿਹਾ ਸੀਗਾ ਕਿ ਰਈਅਤ ਜਿਹੜੀ ਆ ਉਹਦੇ ਵਿੱਚ ਉਹਨੂੰ ਗਿਆਨ ਦੇਣਾ, ਉਹਨੂੰ ਚਾਨਣ ਦੇਣਾ ਹੀ ਸਭ ਤੋਂ ਵੱਡੀ ਗੱਲ ਆ। ਸੋ ਮੈਂ ਸਮਝਦਾ ਕਿ ਅਸੀਂ ਹੌਲੀ ਹੌਲੀ ਸ਼ਾਇਦ ਇਹੀ ਕੰਮ ਕਰ ਰਹੇ ਹਾਂ। ਕਿਸੇ ਹਿੰਦੀ ਕਵੀ ਦੀ ਲਾਈਨ ਸੀ, ਉਹ ਕਹਿੰਦਾ ਕਿ ਅੱਜ ਤੱਕ ਪੱਥਰਾਂ ਨੇ ਪਾਣੀ ਤੇ ਨਿਸ਼ਾਨ ਨਹੀਂ ਛੱਡਿਆ, ਜਦੋਂ ਵੀ ਨਿਸ਼ਾਨ ਛੱਡਿਆ ਪਾਣੀ ਨੇ ਹੀ ਪੱਥਰਾਂ ਤੇ ਨਿਸ਼ਾਨ ਛੱਡਿਆ। ਵੈਸੇ ਕਿ ਆਦਰਸ਼ਵਾਦੀ ਗੱਲਾਂ ਨੇ, ਆਸ਼ਾਵਾਦੀ ਗੱਲਾਂ ਨੇ, ਪਰ ਮੈਂ ਸਮਝਦਾ ਕਿ ਇਹਨਾਂ ਦੇ ਵਿੱਚ ਇੱਕ ਹਕੀਕਤ ਹੈ। ਸੋ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਦੀ ਡਿੱਗਦੇ ਹਾਂ ਫਿਰ ਉੱਠਦੇ ਹਾਂ। ਸੋ ਇੱਦਾਂ ਹੀ ਮੈਂ ਸਮਝਦਾ ਕਿ ਜੇ ਬਹੁਤ ਸਾਰੇ ਖਿਲਾਫ ਕਹਿਣ ਵਾਲੇ ਆ ਤਾਂ ਬਹੁਤ ਸਾਰੇ ਹੱਕ ਵਿੱਚ ਕਹਿਣ ਵਾਲੇ ਵੀ। थैंक यू सर, थैंक यू वेरी मच। हेलो हेलो जी, एक और सवाल है जी। मैं एक और माता जी को फतेहगढ़ साहब, मैं मेरा सवाल कोई नहीं है सर ਨੂੰ, मैं ਤਾਂ ਸਿਰਫ ਧੰਨਵਾਦ ਕਰਨਾ ਹੈ ਸਰ ਦਾ, ਡੀਸੀ ਸਾਹਿਬ ਦਾ, ਪ੍ਰਿੰਸੀਪਲ ਸਾਹਿਬ ਦਾ ਤੇ ਕਮਲ ਤੁਹਾਡਾ, ਕਿ ਇਦਾਂ ਲੱਗਦਾ ਹੈ ਕਿ ਸਰ ਦੇ ਵੈਬੀਨਾਰ ਨਹੀਂ ਬਲਕਿ ਅਸੀਂ ਕੋਲ ਬੈਠੇ ਹਾਂ ਤੇ ਬਹੁਤ ਹੀ ਚੰਗੇ ਵਿਚਾਰ ਔਰ ਉਹਨਾਂ ਦੀਆਂ ਕਵਿਤਾਵਾਂ ਸੁਣਨ ਦਾ ਮੌਕਾ ਮਿਲਿਆ ਹੈ। ਬਹੁਤ ਬਹੁਤ ਧੰਨਵਾਦ। ਮੈਂ ਸਿਰਫ ਧੰਨਵਾਦ ਹੀ ਕਰਨਾ ਹੈ, ਖਾਸ ਤੌਰ ਤੇ ਕਮਲ ਤੁਹਾਡਾ। ਥੈਂਕ ਯੂ ਵੈਰੀ ਮਚ। ਓਕੇ ਮੈਮ, ਥੈਂਕ ਯੂ ਜੀ। ਸਰ ਇੱਕ ਸਵਾਲ ਹੈ ਜੀ ਮਨੀ ਜਸਲ ਜੀ ਦਾ। ਡਾਕਟਰ ਪਾਤਰ ਜੀ ਜੀ ਸਰ, ਇੱਕ ਸਵਾਲ ਹੈ ਜੀ ਮਨੀ ਜਸਲ ਜੀ ਦਾ ਕਿ ਸਰ ਜੀ ਇੱਕ ਸਵਾਲ, ਅੱਜ ਦੀ ਕਲਮ ਜੋ ਸੌੜੀ ਹੋ ਕੇ ਰਹਿ ਗਈ ਹੈ ਇਸ ਨੂੰ ਪ੍ਰੇਰਨਾਦਾਇਕ ਕਿਵੇਂ ਬਣਾਈਏ? ਸਵਾਲ ਹੈ ਜੀ ਉਹਨਾਂ ਦਾ ਇੱਕ ਕਿ ਅੱਜ ਦੀ ਕਲਮ ਜੋ ਸੌੜੀ ਹੋ ਕੇ ਰਹਿ ਗਈ ਹੈ ਉਸ ਨੂੰ ਪ੍ਰੇਰਨਾਦਾਇਕ ਕਿਵੇਂ ਬਣਾਈਏ? ਡਾਕਟਰ ਪਾਤਰ ਜੀ ਤੁਹਾਨੂੰ ਤੁਹਾਡੇ ਲਈ ਸਵਾਲ ਹੈ ਜੀ। ਜੀ 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 ਸੌੜੀ ਹੋ ਰਹੀ ਕਲਮ ਨੂੰ ਅਸੀਂ ਪ੍ਰੇਰਨਾਦਾਇਕ ਅੱਜ ਦੇ ਸਮੇਂ ਵਿੱਚ ਕਿਵੇਂ ਬਣਾਈਏ? ਮੈਂ ਇੱਦਾਂ ਸਮਝਦਾ, ਇੱਕ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਲਮ ਸੌੜੀ ਹੋ ਗਈ ਹੈ। ਸਮੁੱਚੇ ਤੌਰ ਤੇ ਆਪਾਂ ਨਹੀਂ ਕਹਿ ਸਕਦੇ, ਬਹੁਤ ਕੁਛ ਲਿਖਿਆ ਜਾ ਰਿਹਾ, ਚੰਗਾ ਲਿਖਿਆ ਜਾ ਰਿਹਾ, ਪ੍ਰੇਰਨਾਦਾਇਕ ਲਿਖਿਆ। ਪਰ ਇਹ ਕਿ ਮੈਂ ਇੱਦਾਂ ਮਹਿਸੂਸ ਜ਼ਰੂਰ ਕਰਦਾ ਕਿ ਜਿਵੇਂ ਕਦੀ ਤਲਾਸ਼ ਦੇ ਪਲ ਆਉਂਦੇ ਨਾ, ਕਿਸੇ ਵਾਰੀ ਮਾਨਵਤਾ ਚੌਰਾਹੇ ਤੇ ਖੜੀ ਹੋ ਜਾਂਦੀ ਆ ਕਿ ਕਿੱਥੇ ਤੁਰਨਾ, ਕਿੱਧਰ ਨੂੰ ਜਾਣਾ। ਤੋ ਹੁਣ ਇਸ ਤੇ ਕੋਈ ਲਹਿਰ ਨਹੀਂ ਹੈ, ਜਿੱਦਾਂ ਹਮੇਸ਼ਾ ਕੋਈ ਨਾ ਕੋਈ ਲਹਿਰ ਰਹੀ ਹੈ। ਕਿਸੇ ਵੇਲੇ ਪ੍ਰਗਤੀਵਾਦੀ ਲਹਿਰ ਸੀ, ਫਿਰ ਨਕਸਲਵਾੜੀ ਦੀ ਲਹਿਰ ਆਈ, ਔਰ ਫਿਰ ਆਪਾਂ ਕਹਿੰਦੇ ਵੀ ਕੋਈ ਜਿਵੇਂ ਕਿਸੇ ਵੀ ਤਰ੍ਹਾਂ ਦੀ ਲਹਿਰ ਆਉਂਦੀ ਹੈ। ਹੁਣ ਇਹ ਅਜੋਕੇ ਸਮੇਂ ਤੇ ਕੋਈ ਲਹਿਰ ਨਹੀਂ ਆ, ਤੇ ਲਿਟਰੇਚਰ ਜਿਹੜੇ ਆ ਉਹਨਾਂ ਦਾ ਉਹ ਬਹੁਤ ਵਾਰੀ ਏਦਾਂ ਹੁੰਦਾ ਹੈ ਕਿ ਜਿਹੜੇ ਲਹਿਰਾਂ ਦੇ ਦਿਨਾਂ 'ਚ ਬਹੁਤ ਜ਼ਿਆਦਾ ਲਿਟਰੇਚਰ 'ਚ ਇੱਕ ਉਛਾਲ ਆਉਂਦਾ। ਕਿਸੇ ਵੇਲੇ ਹੀਮ ਜੋਤੀ ਪਤਾ ਨਹੀਂ ਕਿੰਨੇ ਹਜ਼ਾਰਾਂ ਛਪਦਾ ਸੀਗਾ। ਸੋ ਹੁਣ ਮੈਨੂੰ ਇੱਦਾਂ ਦਾ ਮਹਿਸੂਸ ਹੋ ਰਿਹਾ ਕਿ ਜਿਵੇਂ ਇੱਕ ਅਸੀਂ ਇਹੋ ਜਿਹੇ ਚੌਰਾਹੇ 'ਚ ਖੜੇ ਹਾਂ ਜਿੱਥੇ ਕੋਈ ਆਪਣੇ ਲਈ ਰਾਹ ਲੱਭ ਰਹੇ ਹਾਂ, ਬੇਸ਼ੱਕ ਉਹ ਰਾਜਨੀਤਿਕ ਰਾਹ ਹੋਵੇ, ਬੇਸ਼ੱਕ ਇੱਕ ਚਾਨਣ ਦੇਣ ਦਾ ਵੀ ਰਾਹ ਹੋਵੇ। ਤੋ ਉਹਦੇ ਲਈ ਕੋਈ ਖਾਸ ਫਾਰਮੂਲਾ ਨਹੀਂ ਹੈ ਕਿ ਅਸੀਂ ਕਿਸ ਤਰ੍ਹਾਂ ਪ੍ਰੇਰਨਾਦਾਇਕ ਬਣਾ ਸਕਦੇ ਹਾਂ। ਅਸੀਂ ਆਪਣੇ ਅੰਦਰੋਂ ਹੀ ਉਠਾ ਸਕਦੇ ਹਾਂ, ਬੇਸ਼ੱਕ ਆਪਣੇ ਆਪ ਨੂੰ ਪ੍ਰੇਰਨਾ ਦੇ ਕੇ ਤੇ ਅੱਗੇ ਉੱਠ ਸਕਦੇ ਆ ਕਿ ਕੋਈ ਲਿਖੇ, ਹਨਾ, ਜਾਂ ਤੁਹਾਡੇ ਵਰਗੇ ਲੋਕ ਜਿਹੜੇ ਵੰਗਾਰ ਪਾਈ ਆ। ਸੋ ਇਸ ਵੰਗਾਰ ਚੋਂ ਹੀ ਮੇਰੇ ਖਿਆਲ 'ਚ ਕਲਮਾਂ ਉੱਠਣਗੀਆਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਇੱਕ ਸਵਾਲ ਹੈ ਜੀ ਪਾਤਰ ਸਾਹਿਬ ਨੂੰ। ਹੈਲੋ ਹਾਂਜੀ ਸਰ, ਇਸ ਤਰ੍ਹਾਂ ਹੈਗਾ ਕਿ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਸਰ ਅਖੌਤੀ ਲੇਖਕ ਬਹੁਤ ਪੈਦਾ ਹੋ ਰਹੇ ਨੇ, ਜਿਨ੍ਹਾਂ ਦੀ ਹਰ 2 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਕੋਈ ਨਾ ਕੋਈ ਨਵੀਂ ਕਿਤਾਬ ਛਪ ਕੇ ਆ ਜਾਂਦੀ ਹੈ। ਤਾਂ ਸਰ ਅਜਿਹੇ ਸਮੇਂ ਵਿੱਚ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਹੀ ਸਾਹਿਤ ਦੀ ਕਿਵੇਂ ਸੇਧ ਦੇ ਸਕਾਂਗੇ ਕਿ ਉਹ ਸਹੀ ਸਾਹਿਤ ਕਿਹੜਾ ਹੈ ਜਿਹੜਾ ਉਹ ਪੜ੍ਹ ਕੇ ਤੇ ਉਹਦੇ ਤੋਂ ਸਿੱਖਿਆ ਲੈਣ? ਇਹ ਤੁਹਾਡੀ ਬਿਲਕੁਲ ਗੱਲ ਸਹੀ ਆ। ਮੈਂ ਬੜੀ ਵਾਰ ਪਹਿਲੋਂ ਵੀ ਇਸ ਵੱਲ ਕਲੀਅਰ ਕੀਤਾ ਕਿ ਸਾਡੇ ਮਤਲਬ ਹੁਣ ਜਿਹੜੇ ਸਾਡੇ ਪ੍ਰਿੰਟਰਸ ਨੇ, ਯਾਨੀ ਪਬਲਿਸ਼ਰ ਜਿਹੜੇ ਆ, ਉਹ ਪ੍ਰਿੰਟਰ ਬਣ ਕੇ ਰਹਿ ਗਏ ਆ। ਕਿ ਪਬਲਿਸ਼ਰ ਦਾ ਕਿਸੇ ਵੇਲੇ ਮਤਲਬ ਸੀਗਾ ਕਿ ਉਹ ਇੱਕ ਬ੍ਰਾਂਡ ਹੁੰਦਾ ਸੀ ਜਿਹੜਾ ਇਸ ਗੱਲ ਦੀ
ਇਸ ਗੱਲ ਦਾ ਜ਼ਾਮਨ ਹੁੰਦਾ ਸੀ ਕਿ ਜੋ ਮੈਂ ਛਾਪ ਰਿਹਾ ਉਹਦੀ ਮੈਂ ਗਵਾਹੀ ਦਿੰਦਾ ਕਿ ਇਹ ਬਹੁਤ ਅੱਛਾ। ਲੇਕਿਨ ਹੁਣ ਪਬਲਿਸ਼ਰ ਇੱਦਾਂ ਹੈ ਕਿ ਉਹਨੂੰ ਤੁਸੀਂ ਪੈਸੇ ਦਿਓ, 20,000 ਰੁਪਇਆ ਦਿਓ, 25,000 ਰੁਪਇਆ ਦਿਓ, ਤੇ ਤੁਸੀਂ ਆਪਣਾ ਕੋਈ ਵੀ ਜੋ ਤੁਸੀਂ ਲਿਖਿਆ ਉਹਨਾਂ ਕੋਲੋਂ ਛਪਵਾ ਲਓ ਔਰ ਉਹ ਮਾਰਕੀਟ 'ਤੇ ਆ ਜਾਂਦਾ। ਸੋ ਇੱਕ ਇਸ ਗੱਲ ਨੇ ਕਿ ਕਿਸੇ ਵੇਲੇ ਮੈਨੂੰ ਯਾਦ ਹੈ ਕਿ ਮੈਨੂੰ ਕਿਹਾ ਫੇਬਰ ਐਂਡ ਫੇਬਰ ਪਬਲਿਸ਼ਰ ਸੀਗਾ, ਤੇ ਉਹਨੂੰ ਜੇ ਕੋਈ ਕਵਿਤਾ ਦੀ ਕਿਤਾਬ ਛਪਣ ਲਈ ਆਉਣੀ ਤਾਂ ਉਹ ਐਲੀਅਟ ਨੂੰ ਭੇਜ ਦੇ ਕਿ ਦੱਸੋ ਛਾਪ ਲਈਏ, ਯਾਨੀ ਇੱਕ ਵੱਡੇ ਕਵੀ ਨੂੰ ਭੇਜ ਦੇ ਕਿ ਯੋਗ ਹੈ ਕਿ ਨਹੀਂ, ਤੇ ਉਹਦੀ ਰਾਏ ਤੋਂ ਬਾਅਦ ਉਹ ਛਪਦੀ। ਤੇ ਹੁਣ ਇੱਕ ਇੱਦਾਂ ਦਾ ਹੋ ਗਿਆ ਕਿ ਇੱਕ ਇਹਨੂੰ ਤੁਸੀਂ ਰੋਕ ਨਹੀਂ ਸਕਦੇ, ਜਿੱਦਾਂ ਇੱਕ ਆਪਣੇ ਤੇ ਤੁਹਾਨੂੰ ਇੱਕ ਨਿਯੰਤਰਣ ਲਾਉਣਾ ਪਊਗਾ ਕਿ ਬਹੁਤ ਜ਼ਿਆਦਾ ਛਪ ਰਿਹਾ। ਔਰ ਸਾਡੇ ਕਵੀ ਕਹਿੰਦੇ ਹੁੰਦੇ ਸੀ ਕਿ ਇੱਕ ਮਾੜੀ ਕਿਤਾਬ 20 ਮਾੜੀਆਂ ਕਿਤਾਬਾਂ ਹੋਰ ਪੈਦਾ ਕਰ ਦਿੰਦੀ ਹੈ, ਤੇ ਉਹ ਫਿਰ ਕਹਿੰਦੇ ਜੇ ਇਹ ਕਹਾਣੀ ਹੈ ਤਾਂ ਮੈਂ ਵੀ ਲਿਖ ਸਕਦਾ, ਜੇ ਇਹ ਕਵਿਤਾ ਤਾਂ ਇਹ ਤਾਂ ਮੈਂ ਵੀ ਲਿਖ ਸਕਦਾ। ਸੋ ਇੱਕ ਇਸ ਫਿਰਤ ਨੂੰ ਜਿਹੜਾ ਤੋੜਨਾ ਤੇ ਬਹੁਤਾ ਤਾਂ ਲੇਖਕਾਂ ਦੇ ਆਪਣੇ ਵੱਸ ਵਿੱਚ ਹੀ ਆ, ਜਾਂ ਜਿਹੜੇ ਦੂਸਰੇ ਲੇਖਕਾਂ ਨੂੰ ਸਲਾਹ ਦੇ ਸਕਦੇ ਆ ਕਿ ਨਵਾਂ ਲੇਖਕ ਜੋ ਕੋਈ ਆਉਂਦਾ ਤੇ ਤੁਹਾਨੂੰ ਤੁਹਾਡੇ ਕੋਲ ਆਉਂਦਾ ਤਾਂ ਤੁਸੀਂ ਉਹਨੂੰ ਕਹਿ ਸਕਦੇ ਹੋ ਉਹਦੇ ਰਹਿਣ ਦੇ। ਜਿਵੇਂ ਮੈਨੂੰ ਯਾਦ ਹੈ ਕਿ ਮੈਂ ਜਦੋਂ ਮੈਂ BA ਸੀਗਾ, ਮੈਂ ਕਿਤਾਬ ਤਿਆਰ ਕਰਕੇ ਆਪਣੇ ਟੀਚਰ ਕੋਲ ਗਿਆ ਤੇ ਮੈਨੂੰ ਕਹਿੰਦਾ ਨਹੀਂ ਅਜੇ ਨਹੀਂ ਇਹ ਕਿਤਾਬ ਤੇਰੀ ਛਪਣ ਜੋ, ਤੂੰ ਇਹਨੂੰ ਛਾਪ ਕੇ ਬਾਅਦ 'ਚ ਪਛਤਾਵੇਂਗਾ ਕਿ ਮੈਂ ਕਿਉਂ ਛਾਪ ਦਿੱਤੀ। ਸੋ ਮੈਨੂੰ ਉਹਨਾਂ ਨੇ ਇੱਕ ਬਹੁਤ ਪਿਆਰੀ ਸਲਾਹ ਦਿੱਤੀ ਤੇ ਮੈਂ ਉਹ ਛਾਪ ਦੇਣੀ ਸੀ, ਪਰ ਉਹਨਾਂ ਦੀ ਸਲਾਹ ਨੇ ਮੈਨੂੰ ਰੋਕਿਆ। ਸੋ ਇੱਕ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਆਪ ਤੇ ਅਸੀਂ ਜਾਂ ਤਾਂ ਆਪਣੇ ਆਪ ਤੇ ਇੱਕ ਨਿਯੰਤਰਣ ਲਾਈਏ ਤੇ ਤਾਂ ਹੋ ਸਕਦਾ, ਨਹੀਂ ਤਾਂ ਇਹ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਬਹੁਤ ਜ਼ਿਆਦਾ ਛਪ ਰਿਹਾ ਔਰ ਇੱਕ ਤਾਂ ਨਿਰਾਦਰ ਹੋ ਰਿਹਾ ਸਾਹਿਤ ਦਾ ਇਸ ਪੱਖੋਂ ਵੀ ਕਿ ਜੇ ਕਈ ਵਾਰੀ ਚੰਗੀਆਂ ਕਿਤਾਬਾਂ ਰੁਲ ਜਾਂਦੀਆਂ, ਇਹ ਵੀ ਹੋ ਜਾਂਦਾ। ਔਰ ਸੋ ਕੋਈ ਇਸ ਤਰ੍ਹਾਂ ਦਾ ਅਸੀਂ ਆਪਣੇ ਤੇ ਬੰਧਨ ਲਗਾ ਸਕਦੇ ਹਾਂ ਕਿ ਅਸੀਂ ਛਾਪਣ ਵੇਲੇ ਜ਼ਰੂਰ ਸਲਾਹ ਲਈਏ ਕਿਸੇ ਦੀ ਔਰ ਆਪਣੇ ਆਪ ਤੇ ਇੱਕ ਨਿਯੰਤਰਣ ਰੱਖੀਏ। ਹੈਲੋ ਜੀ, ਹੈਲੋ ਹਾਂਜੀ ਸਰ, ਤੁਸੀਂ ਆਪਣਾ ਸਵਾਲ ਪੁੱਛੋ ਜੀ। ਹਾਂਜੀ ਮੈਡਮ ਜੀ, ਮੈਂ ਸਵਾਲ ਕਰਨਾ ਚਾਹੁੰਦਾ ਪ੍ਰੋਫੈਸਰ ਬਰਜਿੰਦਰ ਕੌਰ, ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਤੋਂ ਬੋਲ ਰਹੇ ਹਾਂ ਜੀ। ਜੀ ਸਰ ਬੋਲੋ ਜੀ। ਆਸਰ ਸਾਹਿਬ ਨੇ ਅਜੋਕੇ ਦੌਰ ਦੇ ਸਾਹਿਤ ਦੀ ਗੱਲ ਕੀਤੀ ਹੈ। ਮੇਰਾ ਸਵਾਲ ਹੈ ਕਿ ਉਹਨਾਂ ਨੇ ਵਰਤਮਾਨ ਪ੍ਰਪੇਖ ਦੇ ਵਿੱਚ ਰਾਜਨੀਤਿਕ ਹਾਲਾਤਾਂ ਦਾ ਵੀ ਜ਼ਿਕਰ ਕੀਤਾ ਹੈ। ਮੈਂ ਪਾਤਰ ਸਾਹਿਬ ਤੋਂ ਜਾਣਨਾ ਚਾਹੁੰਦਾ ਕਿ ਵਰਤਮਾਨ ਜਿਹੜੀ ਰਾਜਨੀਤਿਕ ਸਥਿਤੀ ਆ ਸਾਡੇ ਸਮੁੱਚੇ ਦੇਸ਼ ਦੀ, ਉਹ ਇਹੋ ਜਿਹੇ ਸਾਹਿਤ ਨੂੰ ਪ੍ਰੇਰਿਤ ਹੋਣ ਤੋਂ ਰੋਕ ਰਹੀ ਹੈ ਜਿਹੜਾ ਸਾਹਿਤ ਲੋਕ ਹਿੱਤ ਦਾ ਸਾਹਿਤ ਹੋਵੇ। ਕੀ ਅਜਿਹਾ ਕੋਈ ਵਿਧਾਨ ਬਣ ਸਕਦਾ ਜਿਹਦੇ ਵਿੱਚ ਲੋਕ ਹਿੱਤ ਦਾ ਸਾਹਿਤ ਨੂੰ ਅੱਗੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾ ਸਕੇ? ਇਹੋ ਜਿਹਾ ਵਿਧਾਨ ਨਹੀਂ ਕੋਈ ਬਣ ਸਕਦਾ। ਦੇਖੋ, ਆਪਾਂ ਸਮਝਦੇ ਹਾਂ ਕਿ ਜਿਹੜਾ ਪੰਜਾਬੀ ਸਾਹਿਤ ਸਾਰਾ ਹੀ ਆ ਉਹ ਇੱਕ ਤਰ੍ਹਾਂ ਨਾਬਰੀ ਦਾ ਸਾਹਿਤ ਹੈ ਕਿ ਜਦੋਂ ਗੁਰੂ ਸਾਹਿਬ ਨੇ ਲਿਖਿਆ ਤਾਂ ਉਦੋਂ ਮਤਲਬ ਜੋ ਕੁਛ ਸਮਝ ਲਓ ਸੂਫੀਆਂ ਨੇ ਲਿਖਿਆ, ਬੁੱਲੇ ਸ਼ਾਹ ਨੇ ਲਿਖਿਆ, ਤੇ ਉਹਦੇ ਲਈ ਕੋਈ ਵਿਧਾਨ ਨਹੀਂ ਸੀ। ਉਹ ਕਵੀ ਆਪਣੀ ਸ਼ਕਤੀ ਨਾਲ ਤੇ ਆਪਣੇ ਹੌਸਲੇ ਨਾਲ ਲਿਖਦੇ ਆ। ਜੋ ਵੀ ਲਿਖਿਆ ਗਿਆ, ਜੋ ਸਮਾਜ ਜੋ ਸਿਆਸਤ ਨੂੰ ਬਦਲਣ ਲਈ ਜੋ ਸਾਹਿਤ ਲਿਖਿਆ, ਉਹ ਹਮੇਸ਼ਾ ਜਿਹੜੀ ਉਸ ਵੇਲੇ ਦੀ ਸਥਾਪਤੀ ਹੁੰਦੀ ਆ, ਉਸ ਸਥਾਪਤੀ ਤੋਂ ਨਾਬਰੀ ਦਾ ਸਾਹਿਤ ਹੀ ਹੁੰਦਾ। ਉਹਦੇ ਲਈ ਕੋਈ ਵਿਧਾਨ ਨਹੀਂ ਬਣਦਾ ਹੁੰਦਾ। ਉਹ ਤਾਂ ਤੁਹਾਨੂੰ ਆਪਣੇ ਬਲ ਉੱਤੇ ਆਪਣੇ ਜ਼ੋਰ ਤੇ ਹੀ ਲਿਖਣਾ ਪੈਂਦਾ। ਤੇ ਉਹਨੂੰ ਬਾਗੀ ਕਿਹਾ ਜਾਂਦਾ ਜੀ? ਬਾਗੀ ਵੀ ਕਿਹਾ ਜਾਂਦਾ, ਜਿੱਦਾਂ ਕਿੰਨੇ ਪੱਤਰਕਾਰਾਂ ਨੂੰ ਮਾਰਿਆ ਗਿਆ। ਸੋ ਉਹ ਪੱਤਰਕਾਰ ਮਾਰੇ ਜਾ ਰਹੇ ਨੇ, ਲੇਖਕਾਂ ਤੇ ਪਾਬੰਦੀਆਂ ਲੱਗ ਰਹੀਆਂ। ਸੋ ਉਹ ਤਾਂ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਕਿ ਉਹ ਤੇ ਫਿਰ ਆਪਣੇ ਜਿਹੜੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹੀ ਸਾਹਿਤ ਦਾ ਫਰਜ਼ ਹੋ ਜਾਂਦਾ ਉਸ ਮੌਕੇ। ਜੀ ਧੰਨਵਾਦ ਜੀ, ਧੰਨਵਾਦ। ਸਰ ਸਾਡੇ ਇੱਕ ਪ੍ਰੋਫੈਸਰ ਨੇ ਸਾਡੇ ਕਾਲਜ, ਡਾਕਟਰ ਹਰੀਕ੍ਰਿਸ਼ਨ ਜੀ, ਉਹਨਾਂ ਦਾ ਇੱਕ ਸਵਾਲ ਹੈ ਕਿ ਕਹਿੰਦੇ ਅੱਜ ਦਾ ਜਿਹੜਾ ਦੌਰ ਹੈ ਇਹ ਬਜ਼ਾਰੀਕਰਨ ਦਾ ਦੌਰ ਹੈ। ਵਿਦਿਆਰਥੀ ਸਿਰਫ ਨੌਕਰੀ ਔਰ ਨੰਬਰ ਲੈਣ ਲਈ ਹੀ ਜਿਹੜੀ ਸਿੱਖਿਆ ਹੈਗੀ ਆ ਉਹ ਗ੍ਰਹਿਣ ਕਰ ਰਿਹਾ ਹੈ। ਵਿਦਿਆਰਥੀਆਂ ਨੂੰ ਸਿੱਖਿਆ ਦੇ ਸਹੀ ਮਾਇਨੇ ਸਮਝਾਉਣ ਦੇ ਲਈ ਸਾਹਿਤ ਸਾਡੀ ਕਿਸ ਤਰੀਕੇ ਮਦਦ ਕਰ ਸਕਦਾ ਹੈ
ਕਿਰਪਾ ਕਰਕੇ ਮਾਰਗਦਰਸ਼ਨ ਕਰਿਓ। ਮੈਂ ਅਕਸਰ ਕਹਿੰਦਾ ਹੁੰਦਾ ਕਿ ਇਸ ਵੇਲੇ ਸਮਾਜ ਨੂੰ ਇੱਕ ਬਹੁਤ ਵੱਡੇ ਸਿੱਖਿਆ ਸੁਧਾਰ ਲਹਿਰ ਦੀ ਜ਼ਰੂਰਤ ਹੈ। ਕਈ ਵਾਰੀ ਪੋਲੀਟੀਕਲ ਪਾਰਟੀਆਂ ਨਾਲ ਵੀ ਇੱਦਾਂ ਗੱਲ ਹੁੰਦੀ ਕਿ ਤੁਸੀਂ ਜੇ ਕਿਸੇ ਨੇ ਕੋਈ ਮੁੱਦਾ ਉਠਾਉਣਾ ਤੇ ਇਸ ਲਈ ਜਿਹੜਾ ਸਿੱਖਿਆ ਦਾ ਮੁੱਦਾ ਉਹ ਬਹੁਤ ਵੱਡਾ ਇੱਕ ਨੁਕਤਾ ਹੈ। ਜਿਹੜਾ ਸਿੱਖਿਆ ਹੀ ਇੱਕ ਤਰ੍ਹਾਂ ਦੀ ਸਮਝ ਲਓ ਕ੍ਰਾਂਤੀ, ਸੱਭਿਆਚਾਰ ਕ੍ਰਾਂਤੀ ਸਾਡੇ ਸਮਾਜ 'ਚ ਲਿਆ ਸਕਦਾ। ਕਿ ਜੇ ਅਸੀਂ ਇਹੋ ਜਿਹਾ ਕੋਈ ਸਿੱਖਿਆ ਦਾ ਸਾਡਾ ਤਰੀਕਾ ਬਣੇ, ਇਹੋ ਜਿਹਾ ਵਿਧਾਨ ਬਣੇ, ਜਿਹੜੇ ਸਾਡੇ ਸਿਲੇਬਸ ਵੀ ਆ ਉਹਨਾਂ ਵਿੱਚ ਵੀ ਤਬਦੀਲੀ ਆਵੇ, ਸਾਡੇ ਪੂਰੇ ਇੱਕ ਰਵੱਈਏ 'ਚ ਤਬਦੀਲੀ ਆਵੇ, ਤਾਂ ਉਹ ਜਿਹੜੀ ਵਿਦਿਅਕ ਸੁਧਾਰਾਂ ਬਿਨਾਂ ਹੁਣ ਕੋਈ ਇਲਾਜ ਨਹੀਂ। ਪਿਛਲੇ ਦਿਨ ਹੀ ਸਾਡੇ ਅਮਰਜੀਤ ਗਰੇਵਾਲ ਹੋਣਾ ਇੱਕ ਪੇਪਰ ਬੜਾ ਅੱਛਾ ਪੜ੍ਹਿਆ ਸੀ ਕਿ ਹੁਣ ਜੇ ਕੋਈ ਸੁਸਾਇਟੀ ਨੂੰ ਸੁਧਾਰਨ ਦੀ ਚੀਜ਼ ਹੈਗੀ ਆ ਤਾਂ ਉਹ 'ਚ ਵਿਦਿਅਕ ਸੁਧਾਰ ਆ, ਉਹ ਇੱਕ ਸਭ ਤੋਂ ਵੱਡੀ ਜ਼ਰੂਰਤ ਇੱਦਾਂ ਦੀ ਆ ਕਿ ਅਸੀਂ ਵਿਦਿਅਕ ਸੁਧਾਰ ਲੈ ਕੇ ਆਈਏ। ਔਰ ਮੈਂ ਕਹਿਣਾ ਕਈ ਵਾਰੀ ਕਿ ਭਾਵੇਂ ਤੁਸੀਂ ਬੇਸ਼ੱਕ ਸਾਇੰਸ ਪੜ੍ਹ ਰਹੇ ਹੋ, ਬੇਸ਼ੱਕ ਇੰਜੀਨੀਅਰਿੰਗ ਪੜ੍ਹ ਰਹੇ ਹੋ, ਤੇ ਜੇ ਤੁਹਾਡੇ ਮੰਨ ਲਓ ਕਿ ਤੁਹਾਡੇ ਹਰ ਪੀਰੀਅਡ 'ਚੋਂ 5 ਮਿੰਟ ਪੀਰੀਅਡ ਘੱਟ ਵੀ ਹੋਵੇ, ਪਰ ਤੁਹਾਡਾ ਇੱਕ ਪੀਰੀਅਡ ਜੇ ਸੱਭਿਆਚਾਰ ਲਈ, ਫਿਲਾਸਫੀ ਲਈ, ਸਾਹਿਤ ਲਈ ਹੋਵੇ ਤਾਂ ਉਹ ਬਹੁਤ ਵੱਡੀ ਗੱਲ ਹੋਵੇ ਕਿ ਉਸ ਦਿਨ ਤੁਹਾਡੇ ਕੋਲ ਕੋਈ ਕਵੀ, ਕੋਈ ਕਹਾਣੀਕਾਰ, ਕੋਈ ਫਿਲਾਸਫਰ, ਕੋਈ ਮਿਊਜ਼ੀਸ਼ੀਅਨ ਉਹਨਾਂ ਬੱਚਿਆਂ ਦੇ ਕੋਲ ਆਵੇ। ਕਿ ਹਰ ਪੀਰੀਅਡ 'ਚੋਂ ਜੇ ਅਸੀਂ 5-5 ਮਿੰਟ ਘਟਾ ਲਈਏ ਤਾਂ ਮੇਰੇ ਖਿਆਲ 'ਚ ਇੰਨਾ ਕੁ ਸਮਾਂ ਜ਼ਰੂਰ ਬਚ ਜਾਊਗਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਇਸ ਪਾਸੇ ਵੀ ਜੋੜ ਸਕੀਏ। ਸੋ ਵਿਦਿਅਕ ਸੁਧਾਰ 'ਚ। ਔਰ ਦੂਜੀ ਗੱਲ ਹੈ ਕਿ ਬੱਚਿਆਂ ਨੂੰ ਕ੍ਰੀਏਟਿਵ ਬਣਾਉਣ ਦੀ ਜ਼ਰੂਰਤ ਹੈ। ਕਿ ਬਹੁਤਾ ਅਸੀਂ ਉਹਨਾਂ ਨੂੰ ਉਹਦਾ ਜਿਹੜਾ ਦਾਰਮਦਾਰ ਉਹ ਯਾਦ ਸ਼ਕਤੀ ਦੇ ਆ ਜਾਂ ਆਬਜੈਕਟਿਵ ਸਵਾਲ ਤਾਂ ਬਿਲਕੁਲ ਹੀ ਇੱਦਾਂ ਹੋਵੇ ਕਿ ਉਹ 'ਚ ਕ੍ਰੀਏਟਿਵਿਟੀ ਦੀ ਕੋਈ ਸਥਾਨ ਰਹਿੰਦਾ ਨਹੀਂ ਕਿ ਤੁਸੀਂ ਕ੍ਰੀਏਟਿਵ ਹੋ। ਸੋ ਜਿਹੜੀ ਵਿਦਿਆ ਤੁਹਾਨੂੰ ਕ੍ਰੀਏਟਿਵ ਹੋਣਾ ਨਹੀਂ ਸਿਖਾਉਂਦੀ ਜਾਂ ਤੁਹਾਨੂੰ ਇੱਕ ਜ਼ਿੰਦਗੀ ਦਾ ਸਮੁੱਚਾ ਵਿਊ ਨਹੀਂ ਦਿੰਦੀ, ਸੋ ਉਹ ਵਾਕਈ ਇੱਕ ਅਧੂਰੀ ਤਰ੍ਹਾਂ ਦੀ ਵਿਦਿਆ। ਔਰ ਉਹ ਮੈਂ ਸਮਝਦਾ ਕਿ ਉਹ ਇੱਕ ਤਰ੍ਹਾਂ ਅਸੀਂ ਮਸ਼ੀਨੀ ਕਿਸਮ ਦੇ ਬੰਦੇ ਪੈਦਾ ਕਰਾਂਗੇ। ਅਸੀਂ ਇੱਕ ਜਿਵੇਂ ਸੰਵੇਦਨਾ ਵਾਲੇ ਹਸਾਸ ਇਨਸਾਨ ਨਹੀਂ ਪੈਦਾ ਕਰਾਂਗੇ। ਸੋ ਵਿਦਿਆ ਦੇ ਖੇਤਰ ਵਿੱਚ ਬਹੁਤ ਇੱਕ ਵੱਡੀ ਲਹਿਰ ਦੀ ਚੱਲਣ ਦੀ ਜ਼ਰੂਰਤ ਹੈ, ਜਿਹਦੇ ਵਿੱਚ ਮਾਪੇ ਵੀ ਸ਼ਾਮਲ ਹੋਣ, ਅਸੀਂ ਸਾਰੇ ਸ਼ਾਮਲ ਹੋਈਏ। ਸੋ ਇਹ ਇਸ ਲਈ ਅੱਗੇ ਆਉਣਾ ਚਾਹੀਦਾ। ਹੈਲੋ, ਬਹੁਤ ਬਹੁਤ ਧੰਨਵਾਦ ਸਰ। ਬਹੁਤ ਧੰਨਵਾਦ ਡਾਕਟਰ ਸ਼੍ਰੀ ਪਾਤਰ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡਾ ਜੁੜੇ। ਡਾਕਟਰ ਸਾਹਿਬ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਅੱਜ ਦੇ ਸਾਡੇ ਟੌਪਿਕ ਜੋ ਕਿ ਦੌਰ ਵਿੱਚ ਸਾਹਿਤ ਦੀ ਜਿਹੜੀ ਭੂਮਿਕਾ ਹੈ ਆਪਣੀ ਕਵਿਤਾ ਦੇ ਸੰਦਰਭ ਦਾ ਹੀ ਸਾਨੂੰ ਸਮਝਾਈ। ਲਗਭਗ ਸਾਰਾ ਸੈਸ਼ਨ ਬਹੁਤ ਵਧੀਆ ਗਿਆ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆਪਣੇ ਬੇਸ਼ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਅੱਜ ਸਾਡੇ ਵੈਬੀਨਾਰ ਲਈ ਉਹ ਸਾਡੇ ਵਿੱਚ ਹਾਜ਼ਰ ਹੋਏ ਔਰ ਲਗਭਗ 1 ਘੰਟਾ ਉਹਨਾਂ ਨੇ ਸਾਡੇ ਨਾਲ ਆਪਣੇ ਵੱਲੋਂ ਵੀ ਆਪਣਾ ਪੱਖ ਰੱਖਿਆ ਇਸ ਟੌਪਿਕ ਦੇ ਬਾਰੇ ਵਿੱਚ ਤੇ ਸਾਡੇ ਨਾਲ ਆਪਣੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ, ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਤੇ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਅੱਜ ਦਾ ਉਹ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਾਸਤੇ ਡਾਕਟਰ ਪਾਤਰ ਹਨ ਨੂੰ ਚੰਦ ਸ਼ਬਦ ਕਹਿਣ ਵਾਸਤੇ ਡਾਕਟਰ ਸਾਡੇ ਪ੍ਰਿੰਸੀਪਲ ਸਾਹਿਬ ਡਾਕਟਰ ਸਿੰਘ ਕੋਸਲਾ ਜੀ। ਬਹੁਤ ਬਹੁਤ ਧੰਨਵਾਦ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕਾਲਜ ਦੇ ਥਰੂ ਬਹੁਤ ਸਾਰੇ ਵਿਦਵਾਨਾਂ ਦੇ ਨਾਲ ਰੂਬਰੂ ਹੋਏ। ਇਹ ਸਮਾਂ ਸਾਡੇ ਲਈ ਹਮੇਸ਼ਾ ਲਈ ਮੈਮੋਰੇਬਲ ਰਹੇਗਾ ਔਰ ਤੁਹਾਡਾ ਯੋਗਦਾਨ ਸਾਡੇ ਕਾਲਜ ਦੀ ਡਿਵੈਲਪਮੈਂਟ ਨੂੰ, ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਸਾਡੇ ਕਾਲਜ ਆਏ ਸੀਗੇ ਉਦੋਂ ਇਹ ਹਲੇ ਇਹਨੂੰ 1 ਸਾਲ ਹੀ ਹੋਇਆ ਸੀਗਾ ਐਸਟੈਬਲਿਸ਼ ਹੋਏ ਨੂੰ ਤੇ ਹਲੇ ਸਾਡਾ ਆਫਿਸ ਵੀ ਚੰਗੀ ਤਰ੍ਹਾਂ ਤਿਆਰ ਨਹੀਂ ਸੀ, ਪਰ ਉਸ ਟਾਈਮ ਦੀ ਜਿਹੜੀਆਂ ਯਾਦਾਂ ਤੁਹਾਡੇ ਨਾਲ ਕਾਲਜ ਦੇ ਨਾਲ ਸੰਬੰਧਿਤ ਜੁੜੀਆਂ ਹੋਈਆਂ ਉਹ ਹਮੇਸ਼ਾ ਕਾਲਜ ਦੇ ਇਤਿਹਾਸ ਵਿੱਚ ਲਿਖੀਆਂ ਜਾਣਗੀਆਂ ਕਿਉਂਕਿ ਪ੍ਰਿੰਸੀਪਲ ਤਾਂ ਆਉਂਦੇ ਜਾਂਦੇ ਰਹਿਣਗੇ, ਸੱਭਿਅਤਾਵਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਜਿਹੜੀਆਂ ਸੰਸਥਾਵਾਂ ਉਹ ਕਈ ਹਜ਼ਾਰ ਸਾਲ ਬੇਅੰਤ ਸਮੇਂ ਤੱਕ ਹੋਂਦ 'ਚ ਰਹਿੰਦੀਆਂ ਤੇ ਉਹਨਾਂ ਸੰਸਥਾਵਾਂ ਦੇ ਵਿੱਚ ਜਿਹੜੇ ਲੋਕ ਜੁੜੇ ਤੁਹਾਡੇ ਵਰਗੀਆਂ ਐਮੀਨੈਂਟ ਔਰ ਡਿਸਟਿੰਗੁਇਸ਼ਡ ਪਰਸਨੈਲਿਟੀਜ਼ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਉਹ ਹਮੇਸ਼ਾ ਲਈ ਯਾਦ ਰੱਖਿਆ ਜਾਏਗਾ। ਬਹੁਤ ਬਹੁਤ ਧੰਨਵਾਦ ਔਰ ਮੈਂ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਜਿਸ ਤਰ੍ਹਾਂ ਕਿ ਮੈਂ ਸਕਰੀਨ ਤੇ ਦੇਖ ਸਕਦਾ ਮੇਰੇ ਬਹੁਤ ਕਰੀਬੀ ਦੋਸਤ ਡਾਕਟਰ ਬਰਜਿੰਦਰ ਸਿੰਘ ਟੌੜਾ ਜੀ ਵੀ ਸ਼ਾਮਿਲ ਹੋਏ, ਉਹਨਾਂ ਨੇ ਆਪਣਾ ਪੂਰਾ ਸਮਾਂ ਦਿੱਤਾ, ਡਾਕਟਰ ਸੁਰਜੀਤ ਸਿੰਘ ਧਾਲੀਵਾਲ ਔਰ ਵੀ ਸਾਰੇ ਜਿੰਨੇ ਦੋਸਤ ਸਾਡੇ ਨਾਲ ਜੁੜੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਔਰ
ਇਹਨਾਂ ਸ਼ਬਦਾਂ ਦੇ ਨਾਲ ਅਸੀਂ ਅੱਗੇ ਲਈ ਵੀ ਇਹ ਉਮੀਦ ਰੱਖਦੇ ਹੋਏ ਕਿ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਇੰਜ ਹੀ ਸਾਡੇ ਨਾਲ ਜੁੜੇ ਰਹਿਣਗੇ ਔਰ ਰੂਬਰੂ ਦੇ ਨਾਲ ਵੀ ਔਰ ਆਪਣੀਆਂ ਸ਼ੁਭ ਇੱਛਾਵਾਂ ਤੇ ਆਪਣੇ ਆਸ਼ੀਰਵਾਦ ਨਾਲ ਸਾਨੂੰ ਹਮੇਸ਼ਾ ਹੀ ਜਿਹੜਾ ਹੈ ਆਪਣਾ ਜਿਹੜਾ ਆਸ਼ੀਰਵਾਦ ਸਾਡੇ ਤੇ ਰੱਖਣਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਸੋ ਮਚ ਸਰ। ਬਹੁਤ ਧੰਨਵਾਦ ਕਰਦੇ ਹਾਂ। ਅੱਜ ਅਸੀਂ ਇਹ ਵੈਬੀਨਾਰ ਇੱਥੇ ਸਵਾਗਤ ਕਰਦੇ ਹਾਂ ਤੇ ਅਗਲੇ ਵੈਬੀਨਾਰ ਲਈ ਫਿਰ ਤੋਂ ਜੁੜਾਂਗੇ। ਧੰਨਵਾਦ ਜੀ। थैंक यू जी, थैंक यू वेरी मच। डॉक्टर सुनील खोसला जी का बहुत बहुत धन्यवाद जिन्होंने इतने बड़े विद्वान को आज हम सबके साथ रूबरू किया। थैंक यू वेरी मच सर। थैंक यू प्रिंसिपल सर, कंग्रेचुलेशंस सर, बहुत अच्छा वेबिनार होने के लिए। थैंक यू सर। बहुत बहुत धन्यवाद। ਅਸੀਂ ਹੁਣ ਇਹ ਸਭਾ ਇੱਥੇ ਹੀ ਖਤਮ ਕਰਦੇ ਹਾਂ ਇਸ ਉਮੀਦ ਨਾਲ ਕਿ ਦੁਬਾਰਾ ਫਿਰ ਥੈਂਕ ਯੂ ਅਸੀਂ ਫਿਰ ਦੁਬਾਰਾ ਇੱਕ ਰੂਬਰੂ ਹੋਵਾਂਗੇ। ਬਹੁਤ ਬਹੁਤ ਧੰਨਵਾਦ। बहुत बहुत शुक्रिया। अच्छा हो गया सब कुछ इदा। Mm-hmm.